रेडियो बोल पंजाबी विरासत मीडिया ਦੇ ਉੱਤੇ ਪ੍ਰੋਗਰਾਮ ਲੈ ਕੇ ਹਮੇਸ਼ਾ ਦੀ ਤਰ੍ਹਾਂ ਹਰ ਸ਼ਨੀਵਾਰ ਹਾਜ਼ਰ ਹਾਂ ਜੀ। ਜਿੱਦਾਂ ਹਰ ਵਾਰੀ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਟਰੱਕਰ ਭਾਈਚਾਰਾ ਜਾਂ ਟਰੱਕਿੰਗ ਸਾਡੇ ਖਾਸ ਕਰਕੇ ਕੈਨੇਡਾ ਦੀ ਕਿੱਧਰ ਨੂੰ ਜਾ ਰਹੀ ਆ ਅਤੇ ਸਾਡਾ ਕੋਈ ਆਪਣਾ ਨਿੱਜੀ ਫਰਜ਼ ਬਣਦਾ ਕਿ ਆਪਾਂ ਇਸ ਟਰੱਕਿੰਗ ਨੂੰ ਇੱਕ ਪਲੇਟਫਾਰਮ ਦੇ ਉੱਤੇ ਵਾਪਸ ਲੈ ਕੇ ਆਉਣਾ ਆ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਸਾਈਡ ਤੋਂ ਸਾਈਡ ਡੇ ਬਾਏ ਡੇ ਜਿਹੜੀ ਆ ਇਹ ਖਲਾਰੇ ਪੈਂਦੇ ਜਾ ਰਹੇ ਨੇ। ਸੋ ਇਹ ਸਾਨੂੰ ਕਰਨ ਦੀ ਲੋੜ ਕਿੱਦਾਂ ਆ, ਕਿਉਂਕਿ ਅਸੀਂ ਜੇ ਇਕੱਠੇ ਹੋਵਾਂਗੇ ਤੇ ਆਪਣਾ ਸੁਧਾਰ ਕਰਾਵਾਂਗੇ, ਪਰ ਉਨੀ ਦੇਰ ਤੱਕ ਕਿਸੇ ਨਾ ਕਿਸੇ ਨੂੰ ਅੱਗੇ ਲੱਗ ਕੇ ਇਸ ਚੀਜ਼ ਦਾ ਜਿਹੜਾ ਆ ਹੋਕਾ ਦੇਣਾ ਪੈਣਾ ਆ, ਜਿਹੜਾ ਕਿ ਆਪਾਂ ਪਿਛਲੇ ਲੰਬੇ ਸਮੇਂ ਤੋਂ ਲਗਭਗ 2.5-3 ਸਾਲ ਤੋਂ ਇਸ ਚੀਜ਼ ਦੇ ਉੱਤੇ ਜਿਹੜਾ ਆ ਹੋਕਾ ਦੇ ਰਹੇ ਹਾਂ। ਅਤੇ ਧੰਨਵਾਦ ਕਰਦੇ ਹਾਂ ਵਿਰਾਸਤ ਮੀਡੀਆ ਦਾ, ਜਿਨ੍ਹਾਂ ਨੇ ਸਾਨੂੰ ਬਿਲਕੁਲ ਅੱਗੇ ਆ ਕੇ ਜਿਹੜਾ ਆ ਬੋਲਣ ਦਾ ਮੌਕਾ ਦਿੱਤਾ, ਕਿਉਂਕਿ ਇਹ ਬੜਾ ਇੱਕ ਨਾ ਇੱਦਾਂ ਦਾ ਵਿਜ਼ਨ ਬਣ ਜਾਂਦਾ ਕਿ ਲੋਕ ਕਦੀ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਜਿੱਥੋਂ ਤੁਹਾਨੂੰ ਕਮਾਈ ਦਾ ਸਾਧਨ ਹੁੰਦਾ ਨਾ, ਜੇ ਆਪਾਂ ਕਿਸੇ ਵੀ ਵਿਰੋਧੀ ਬੋਲਣਾ ਨਾ, ਉਹਨਾਂ ਨੂੰ ਹਮੇਸ਼ਾ ਤੁਹਾਨੂੰ ਕਮਾਈ ਦਾ ਸਾਧਨ ਪਹਿਲੋਂ ਵੇਖਣਾ ਪੈਂਦਾ ਆ। ਸੋ ਬੜਾ ਧੰਨਵਾਦ ਆਪਣਾ ਵੀਰ ਬਲਜਿੰਦਰ ਤੰਬੜ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਰੱਖਣ ਦਾ ਮੌਕਾ ਦਿੱਤਾ। ਸੋ ਅੱਜ ਗੱਲ ਕਰਾਂਗੇ ਵੈਦਰ ਦੇ ਉੱਤੇ। ਜੇ ਵੈਦਰ, ਕਿਉਂਕਿ ਜਿਹੜੀਆਂ ਲਾਸਟ ਵੀਕ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਇੱਕ ਵੀਕ ਦੀਆਂ ਕਾਲਿੰਗਸ ਹੁੰਦੀਆਂ ਨੇ, ਆਪਾਂ ਨੂੰ ਲਗਭਗ ਜਿੰਨੀਆਂ ਲੈ ਕੇ ਸੰਡੇ ਤੋਂ ਫਰਾਈਡੇ ਤੱਕ ਉਹਦੀ ਇੱਕ ਐਵਰੇਜ ਵੇਖ ਕੇ ਤੇ ਉਹਦੇ ਹਿਸਾਬ ਨਾਲ ਗੱਲਬਾਤ ਕੀਤੀ ਜਾਂਦੀ ਆ। ਖਾਸ ਕਰਕੇ ਪਿਛਲੇ ਵੀਕ ਦੇ ਵਿੱਚ ਚਲੋ ਕਾਲਾਂ ਇਸ ਦੌਰਾਨ ਬਹੁਤ ਉੱਦਾਂ ਵੀ ਆਉਂਦੀਆਂ ਰਹਿੰਦੀਆਂ, ਪਰ ਲਾਸਟ ਵੀਕ ਨਾ ਨਵੇਂ ਮੁੰਡਿਆਂ ਦੀਆਂ ਕਾਲਾਂ ਜਿਹੜੀਆਂ ਉਹ ਇਸ ਚੀਜ਼ ਨੂੰ ਲੈ ਕੇ ਆਈਆਂ ਕਿ ਸਾਨੂੰ ਕਿਤੇ ਕੰਮ 'ਤੇ ਜੇ ਕੋਈ ਰੱਖਦਾ ਆ ਤਾਂ ਕੀ ਇਹ ਸਹੀ ਸਮਾਂ ਆ ਕੰਮ 'ਤੇ ਜਿਹੜਾ ਆ ਉਹ ਜਾਣ ਦਾ। ਵੇਖੋ, ਜਿਹੜਾ ਇੰਸਟਰੂਮੈਂਟ ਹੁੰਦਾ ਨਾ, ਜਿਹੜਾ ਸਾਧਨ ਹੁੰਦਾ, ਜਿਹੜਾ ਟਰੱਕ ਟ੍ਰੇਲਰ ਹੁੰਦਾ ਆ ਜਾਂ ਕੋਈ ਵੀ ਲੋਹਾ ਹੁੰਦਾ ਆ, ਉਹ ਕਵਰ ਹੁੰਦਾ ਆ, ਇੰਸ਼ੋਰੈਂਸਾਂ ਹੁੰਦਾ, ਬੰਦਾ ਵੀ ਕਵਰ ਆ, ਪਰ ਬੰਦੇ ਦੀ ਭਰਵਾਈ ਜਿਹੜੀ ਆ ਨਾ ਉਹ ਕੋਈ ਸ਼ੈ ਨਹੀਂ ਕਰ ਸਕਦੀ। ਜਿਹੜਾ ਟ੍ਰੇਲਰ ਕੁਛ ਹੋ ਗਿਆ, ਰੱਬ ਨਾ ਕਰੇ, ਇੱਕ ਸ਼ਬਦ ਆ ਜਿਹੜਾ ਬੜਾ ਮਾੜਾ ਹੁੰਦਾ ਕਹਿਣ ਨੂੰ, ਉਹਨੂੰ ਕਹਿੰਦੇ ਐਕਸੀਡੈਂਟ। ਜਦੋਂ ਐਕਸੀਡੈਂਟ ਹੋ ਗਿਆ, ਲੋਹਾ ਟੁੱਟ ਗਿਆ, ਲੋਹਾ ਜੇ ਬਣਦਾ ਨਹੀਂ ਤੇ ਰਿਪਲੇਸ ਹੋ ਜਾਂਦਾ, ਕਦੀ ਅੱਜ ਤੱਕ ਬੰਦਾ ਰਿਪਲੇਸ ਨਹੀਂ ਕੀਤਾ ਗਿਆ। ਮੈਂ ਇਹ ਵੀ ਮੰਨਦਾ ਕਿਸੇ ਨੂੰ ਮਿਲੀਅਨ ਦੀ ਇੰਸ਼ੋਰੈਂਸ ਮਿਲ ਜਾਂਦੀ ਹੋਊਗੀ, ਕਿਸੇ ਨੂੰ 7 ਲੱਖ ਦੀ, ਕਿਸੇ ਨੂੰ 5 ਲੱਖ ਦੀ, ਕਿਸੇ ਨੂੰ ਵੱਧ ਵੀ ਮਿਲ ਜਾਂਦੀ ਹੋਊਗੀ, ਪਰ ਉਸ ਪਰਿਵਾਰ ਕੋਲ ਪੈਸੇ ਤੋਂ ਲੈਦਾ ਜਿਹੜਾ ਇੱਕ ਉਹ ਪਰਿਵਾਰਕ ਮੈਂਬਰ ਹੁੰਦਾ ਨਾ, ਕਿਉਂਕਿ ਇੰਨੀਆਂ ਕਿ ਜ਼ਿਆਦਾ ਜਿਹੜੀਆਂ ਆ ਉਹ ਘਟਨਾਵਾਂ ਵਾਪਰੀਆਂ ਦੌਰਾਨ ਪਿਛਲੇ ਸਮੇਂ ਜਾਂ ਹੁਣ ਸਮੇਂ 20 ਸਾਲ 22 ਸਾਲ 25 ਸਾਲ 26 ਸਾਲ ਦੇ ਮੁੰਡੇ ਜਿਹੜੇ ਆ ਆਪਾਂ ਆਲਰੇਡੀ ਬਹੁਤ ਗਵਾ ਲਏ ਆ। ਇੱਕ ਮੈਂ ਬਾਰ-ਬਾਰ ਬੇਨਤੀ ਕਰਦਾ ਹੁੰਦਾ, ਜਿਹੜਾ ਆ 17-11 ਰੂਟ ਆ ਇੱਧਰ ਨੂੰ ਜਾਣ ਵਾਸਤੇ BC ਨੂੰ ਜਾਂ ਇੱਧਰ ਵਿਨੀਪੈਗ ਨੂੰ ਸਿੰਗਲ ਰੂਟ ਆ, ਇੱਥੇ ਡਰਾਈਵ ਬਹੁਤ ਕੇਅਰਫੁਲੀ ਕਰਿਆ ਕਰੋ। ਕਦੀ ਵੀ ਕਿਸੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ, ਕਿਉਂਕਿ ਉਹ ਬਿਲਕੁਲ ਸਿੱਧਾ ਤੁਸੀਂ ਮੌਤ ਨੂੰ ਦਾਵਤ ਦੇ ਰਹੇ ਹੁੰਦੇ ਹੋ ਉਸ ਟਾਈਮ। ਸੋ ਆਪਾਂ ਆਪਣੀਆਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹ ਜਾਰੀ ਰੱਖਾਂਗੇ, ਨਾਲ ਆਪਾਂ ਆਪਣੇ ਭਾਰਤ ਵੀ ਚੱਲਦੇ ਹਾਂ ਅਤੇ ਭਾਰਤ ਦੇਸ਼ ਦੀ ਖਬਰ ਵੀ ਨਾਲ, ਕਿਉਂਕਿ ਵੀਕ ਦਰ ਵੀਕ ਜਦੋਂ ਆਪਾਂ ਆਪਣੀ ਸਾਂਝ ਆਪਣੇ ਮੁਲਕ ਦੇ ਵਿੱਚ, ਜਿੱਥੇ ਸਾਡਾ ਜਨਮ ਭੂਮੀ ਕਹਿ ਸਕਦੇ ਹਾਂ, ਸੋ ਸਾਨੂੰ ਸਾਡੀਆਂ ਯਾਦਾਂ ਵੀ ਥੋੜ੍ਹੀਆਂ ਜਿਹੀਆਂ ਉਹ ਤਰੋ-ਤਾਜ਼ਾ ਹੋ ਜਾਂਦੀਆਂ। ਅਤੇ ਯੁੱਧਵੀਰ ਸਿੰਘ ਮਾਲਟੂ ਹੁਣੀ ਸਾਡੇ ਨਾਲ, ਸਵਾਗਤ ਕਰਦੇ ਹਾਂ ਜੀ ਯੁੱਧਵੀਰ ਜੀ ਤੁਹਾਡਾ ਰੇਡੀਓ ਬੋਲ ਪੰਜਾਬੀ ਤੇ। ਸਰ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਨਮਸਤੇ, ਆਦਾਬ ਜੀ। ਗਗਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਮੂਹ ਵਿਰਾਸਤ ਮੀਡੀਆ TV ਗਰੁੱਪ ਦਾ ਤੁਹਾਡਾ ਗਗਨ ਜੀ ਹੋਸਟ ਕਰ ਰਹੇ ਹੋ ਪ੍ਰੋਗਰਾਮ ਤੁਸੀਂ। ਧੰਨਵਾਦ ਜੀ। ਤੁਹਾਨੂੰ ਥੋੜ੍ਹਾ ਜਿਹਾ ਲੇਟ ਹੁਣ ਤੰਗ ਕਰਿਆ ਕਰਾਂਗੇ,
ਸਿਆਲਾਂ ਦੇ ਦਿਨ ਆ ਤੇ ਕੋਈ ਗੱਲ ਨਹੀਂ, ਆਪਾਂ ਫੋਨ ਤੇ ਗੱਲਬਾਤ ਕਰ ਲਿਆ ਕਰਾਂਗੇ, ਨਾਲ ਨਾਲ ਮੂੰਗਫਲੀ ਰੱਖ ਲਿਆ ਕਰੋ ਰਜਾਈ 'ਚ। ਮੈਂ ਵੇਖੋ ਮੈਂ ਪਿਛਲੀ ਵਾਰ ਵੀ ਤੁਹਾਨੂੰ ਕਿਹਾ ਸੀ ਵੀ ਮੈਂ ਗੱਚਕ ਜ਼ਰੂਰ ਖਾਊਂਗਾ ਨਾਲ, ਪਰ ਅੱਜ ਮੈਂ ਪਹਿਲਾਂ ਖਾ ਆਇਆ ਕਿਉਂਕਿ ਮੈਂ ਸਵੇਰੇ ਅਰਲੀ ਮਾਰਨਿੰਗ ਕਿਤੇ ਨਿਕਲਣਾ ਸੀ ਜਲਦੀ। ਉਹ ਗੇੜਾ ਮੈਂ ਪਹਿਲਾਂ ਦੇ ਆਇਆ ਵਾਂ। ਤੇ ਦੂਸਰੀ ਗੱਲ ਆ, ਠੰਡ ਤੇ ਇੱਥੇ ਇੰਡੀਆ 'ਚ ਵੱਧ ਰਹੀ ਆ, ਪੰਜਾਬ ਤੁਸੀਂ ਹਾਫ ਟੀ-ਸ਼ਰਟ ਪਾਈਆਂ ਵਾ, ਕੀ ਗੱਲ ਆ ਇੱਥੇ ਠੰਡ ਨਹੀਂ ਹੈਗੀ? ਨਹੀਂ ਠੰਡ ਹੈਗੀ ਆ, ਇਹ ਤੰਬੜ ਸਾਹਿਬ ਨੇ ਅੰਦਰ ਹੀਟਰ ਬੜੇ ਲਾਏ ਆ ਤੇ ਮੈਨੂੰ ਫਿਰ ਗਰਮੀ ਲੱਗਣ ਲੱਗ ਜਾਂਦੀ ਆ, ਮੈਂ ਤਾਂ ਕਰਕੇ ਅੰਦਰ ਨਹੀਂ ਪਾ ਸਕਦਾ। ਅੱਛਾ ਅੱਛਾ ਅੱਛਾ, ਮੈਂ ਤੇ ਵੇਖਣ ਡਿਆ ਹੁਣੇ, ਮੈਂ ਕਿਹਾ ਇੱਧਰ ਤੇ ਹਾਫ ਟੀ-ਸ਼ਰਟਾਂ ਪਈਆਂ, ਇੱਧਰ ਲੋਈਆਂ ਲਈਆਂ, ਸਾਡਾ ਅਸੀਂ ਤੇ ਲੋਈਆਂ ਲਈਆਂ ਉੱਪਰ। ਤੇ ਆਪਾਂ ਯੁੱਧਵੀਰ ਜੀ ਜਿਹੜੀ ਗੱਲਬਾਤ ਆ, ਕਹਿੰਦੇ ਕੰਗਣਾ ਰਣਾਵਤ ਨੂੰ ਘੇਰਿਆ ਗਿਆ। ਬਿਲਕੁਲ ਜੀ ਬਿਲਕੁਲ, ਕੱਲ ਦਾ ਤੁਸੀਂ ਸਾਰਾ ਵੇਖਿਆ, ਮੀਡੀਆ ਡੋਮੇਨ ਦੇ ਵਿੱਚ ਵੀ ਸਾਰੀਆਂ ਗੱਲਾਂ ਬਾਤਾਂ ਆ ਚੁੱਕੀਆਂ ਸੀ, ਵੀਡੀਓ ਵੀ ਆ ਗਈਆਂ। ਉਹੀ ਕਹਿੰਦੇ ਨਾ ਵੀ ਮਰੇ ਤੇ ਮੁੱਕਰੇ ਦਾ ਕੋਈ ਕੀ ਕਹਿੰਦੇ ਹੁੰਦੇ ਆ, ਕੋਈ ਹੱਲ ਨਹੀਂ ਹੁੰਦਾ, ਨਾ ਉਹਦਾ ਕੋਈ ਇਲਾਜ ਹੁੰਦਾ ਨਾ। ਉਹ ਹਿਸਾਬ ਆ ਵੀ ਪਹਿਲਾਂ ਉੱਥੇ ਮਾਫੀਆਂ ਮੰਗਾਈ ਆ, ਬਾਅਦ ਚ ਆਂਦੀ ਆ ਵੀ ਮੈਨੂੰ ਪ੍ਰੋਟੈਕਟ ਕੀਤਾ ਪੰਜਾਬ ਪੁਲਿਸ ਨੇ ਤੇ CRPF ਨੇ, ਤੇ ਮੇਰੇ ਤੇ ਜਿਹੜਾ ਥ੍ਰੈਟਿੰਗ ਹੁੰਦੇ ਜਿਹੜੇ ਹੈਗੇ ਸੀ, ਉੱਥੇ ਮੈਨੂੰ ਘੇਰਾ ਪਾ ਲਿਆ, ਤੇ ਉੱਥੇ ਕਹਿੰਦੀ ਸੀ ਵੀ ਮੇਰੇ ਕੋਲ ਜੋ ਹੋਇਆ ਗਲਤੀ ਮਾਫ ਕਰੋ ਤੇ ਅੱਗੇ ਤੋਂ ਇਹ ਕੰਮ ਨਹੀਂ ਹੁੰਦਾ, ਹਨਾ। ਪਰ ਜਿਹੜਾ ਲਾਈਵ ਦੇ ਵਿੱਚ ਮੈਨੂੰ ਲੱਗਦਾ ਮਾਨਸਿਕ ਤੌਰ ਤੇ, ਜਿਹੜਾ ਮੈਂ ਲਾਈਵ ਦੇ ਵਿੱਚ ਸਾਰੀ ਸੁਣਿਆ ਸੀਗਾ, ਮੈਨੂੰ ਜ਼ਿਆਦਾ ਸੁਣਨ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਜਿੰਨਾ ਕਿ ਮੈਂ ਸੁਣਿਆ ਸੀਗਾ ਉਹਦੇ ਵਿੱਚ ਉਹ ਕਿਹਾ ਜਾ ਰਿਹਾ ਵੀ ਮੈਨੂੰ ਇਹ ਤੇ ਮਾਰ ਹੀ ਦਿੰਦੇ ਜੇ ਮੇਰੇ ਕੋਲ ਜੇ ਨਾਲ ਸਿਕਿਉਰਿਟੀ ਨਾ ਚੱਲਦੀ ਹੁੰਦੀ। ਤੇ ਕੀ ਕੋਈ ਤੁਹਾਨੂੰ ਲੱਗਦਾ ਕਿ ਆਪਣੇ ਕਿਸਾਨ ਭਰਾ ਜਾਂ ਸਾਡੀ ਜਿਹੜੀ ਕਮਿਊਨਿਟੀ ਆ, ਸਾਡੇ ਪੰਜਾਬੀ ਭਾਈਚਾਰਾ ਜਿਹੜਾ ਆ, ਤੁਹਾਨੂੰ ਲੱਗਦਾ ਵੀ ਇਦਾਂ ਕਿਸੇ ਦੀ ਧੀ ਭੈਣ ਨੂੰ ਜਾਂ ਖਾਸ ਕਰਕੇ ਇਹ ਤੇ ਮਾਣ ਇੱਜ਼ਤ ਬਿਲਕੁਲ ਬਰਕਰਾਰ ਰੱਖਦੇ ਨੇ? ਬਿਲਕੁਲ ਜੀ, ਉਹ ਇੱਕ ਤਾਂ ਹੁੰਦਾ ਨਾ ਵੀ ਬਗਾਨੀ ਕੋਈ ਧੀ ਭੈਣ ਆ, ਉਹ ਬਗਾਨੀ ਨਹੀਂ ਹੈ ਤਾਂ ਉਹ ਵੀ ਆਪਣੀ ਆ। ਕੋਈ ਕਿਸੇ ਲਈ ਕੋਈ ਧਾਰਮਿਕ ਰੰਗਤ ਜਾਂ ਕਹਿ ਸਕਦੇ ਆ ਵੀ ਕਿਸੇ ਲਈ ਜਨੂਨ ਹੀ ਕੋਈ ਏਦਾਂ ਦਾ ਸਵਾਰ ਹੋਇਆ ਹੁੰਦਾ ਬੰਦੇ ਦੇ ਮਨ ਤੇ ਵੀ ਉਹ ਆਪਣੇ ਪਰਾਏ ਦੇ ਵਿੱਚ ਫਰਕ ਸਮਝਣਾ ਉਹਨੇ ਸ਼ੁਰੂ ਕਰ ਦੇਣਾ ਹੁੰਦਾ ਨਾ, ਬਟ ਹੈ ਉਹ ਵੀ ਆਪਣੀ, ਕੋਈ ਬਗਾਨੀ ਥੋੜਾ ਵਾ। ਤੇ ਬਾਕੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਵਾ, ਬਿਲਕੁਲ ਉਹਨੂੰ ਬੀਬੀਆਂ ਨੇ ਵੀ ਜਿਹੜਾ ਵਾ ਉਹਦੇ ਨਾਲ ਕੇਅਰ ਟੇਕ ਕੀਤਾ ਵਾ, ਕੋਈ ਉਹਦੇ ਚ ਗਲਤ ਕਿਸੇ ਨੇ ਬਿਹੇਵ ਕੀਤਾ ਹੀ ਨਹੀਂ। ਠੀਕ ਆ, ਅਪੋਲੋਜਾਈਜ਼ ਉਹਨੇ ਕੀਤਾ ਵਾ ਤੇ ਬਾਅਦ ਦੇ ਵਿੱਚ ਫੇਰ ਮੁੱਕਰ ਗਈ ਆ ਉਹ। ਤੇ ਮੈਨੂੰ ਲੱਗਦਾ ਮਾਨਸਿਕ ਉਤਪੀੜਨਾਂ ਦੀ ਸ਼ਿਕਾਰ ਆ ਇਹ ਕੁੜੀ, ਅਦਰਵਾਈਜ਼ ਹੈ ਤਾਂ ਆਪਣੀ ਹੈ ਨਾ, ਕੋਈ ਗੱਲ ਨਹੀਂ, ਆਪੇ ਦੇਰ ਆਏ ਦਰੁਸਤ ਆਏ, ਫੇਰ ਆ ਜੂਗੀ। ਸੋ ਇਸ ਦੇ ਨਾਲ ਨਾਲ ਆਪਾਂ ਇਹ ਗੱਲ ਲੈ ਕੇ ਚੱਲਦੇ ਹਾਂ ਕਿ ਪੰਜਾਬ ਦੀ ਸਿਆਸਤ ਜਿਸ ਵਿੱਚ ਸਾਡਾ ਤੁਹਾਨੂੰ ਪਤਾ ਹੀ ਆ ਬੜਾ ਜਿਹੜਾ ਰੁਝਾਨ ਆ, ਆਪਾਂ ਬੜੀ ਖੁਸ਼ੀ ਦੇ ਨਾਲ ਇਹਨਾਂ ਖਬਰਾਂ ਨੂੰ ਜਿਹੜੀਆਂ ਆ ਸਾਂਝੀਆਂ ਕਰਦੇ ਹੁੰਦੇ ਆ। ਤੇ ਕਿਉਂਕਿ ਜਿੱਥੇ ਨਾ ਤੁਹਾਡਾ ਰੁਝਾਨ ਹੋਵੇ, ਜਿੱਥੇ ਤੁਹਾਡਾ ਸ਼ੌਂਕ ਹੋਵੇ, ਸੋ ਉਸ ਚੀਜ਼ ਦੇ ਨਾਲ ਜੁੜੀ ਖਬਰ ਜਿਹੜੀ ਜਦੋਂ ਆ ਜਾਂਦੀ ਆ, ਮੇਰੀ ਮੁਰਾਦ ਆ ਆਪਣੇ ਸਰਦਾਰ ਮੂਸੇਵਾਲਾ ਜੀ, ਹੁਣ ਮੈਨੂੰ ਨਾਂ ਤੇ ਪੂਰਾ ਉਹਨਾਂ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ, ਇਹਨਾਂ ਨੇ ਕਹਿੰਦੇ 84 ਦੇ ਰਿਲੇਟਡ ਜਿਹੜੀਆਂ ਵੀਡੀਓਜ਼ ਅਪਲੋਡ ਕੀਤੀਆਂ ਸੀ ਕਿਸੇ ਸਮੇਂ ਦੇ ਉੱਤੇ, ਉਹ ਵੀ ਡਿਲੀਟ ਕਰ ਦਿੱਤੀਆਂ। ਕੀ ਹੁਣ 84 ਦੇ ਇਨਸਾਫ ਮਿਲ ਗਏ ਨੇ ਕਾਂਗਰਸ ਤੋਂ? ਮੇਰੇ ਖਿਆਲ ਲਾਈਨ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਆ, ਕੋਸ਼ਿਸ਼ ਕਰਦੇ ਹਾਂ ਜੀ ਦੁਬਾਰਾ ਲਾਉਣ ਦੀ। ਸੋ ਮੈਂ ਗੱਲ ਤਾਂ ਕਰ ਰਿਹਾ ਸੀਗਾ ਜੀ, ਸਿੱਧੂ ਮੂਸੇਵਾਲੇ ਨੇ ਜਿਹੜੀ ਆ ਸਿਆਸਤ ਜਿਹੜੀ ਆ ਉਹ ਜੁਆਇਨ ਕਰ ਲਈ ਆ, ਉਹ ਪਾਰਟੀ ਜਿਹੜੀ ਜੁਆਇਨ ਕੀਤੀ ਆ ਉਹ ਹੈਗੀ ਆ ਜੀ ਕਾਂਗਰਸ। ਸੋ ਕਾਂਗਰਸ ਦੇ ਨਾਲ ਆਪਣਾ, ਚਲੋ ਮੈਂ ਇਹ ਨਹੀਂ ਕਹਿੰਦਾ ਕੋਈ ਪਹਿਲਾ ਸਰਦਾਰ ਆ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਗਿਆ, ਠੀਕ ਆ, ਆਪਣੇ ਬੇਅੰਤ ਸਿੰਘ ਹੋਣਾ ਦੇ ਬੜੇ ਲੋਕ ਮੈਂ ਵੇਖੇ ਨੇ ਜਿਹੜੇ ਦਸਤਾਰਾਂ ਸਜਾਉਂਦੇ ਆ, ਪਰ ਉਹਨਾਂ ਨੂੰ ਅਸੀਂ ਕਦੀ ਇਸ ਚੀਜ਼ ਦੇ ਉੱਤੇ ਇਸ ਹਿਸਾਬ ਨਾਲ ਨਹੀਂ ਵੇਖਿਆ, ਕਿਉਂਕਿ ਉਹਨਾਂ ਦੀਆਂ ਜੱਦੀ ਪੁਸ਼ਤੀਆਂ ਪਾਰਟੀਆਂ ਉਦੋਂ ਦੇ ਤੁਰੇ ਆ ਨਾਲ, ਜਾਂ ਉਹਨਾਂ ਦਾ ਇੱਕ ਉਸ ਪਾਸੇ ਨੂੰ ਰੁਝਾਨ ਬਣ ਗਿਆ, ਜਾਂ ਉੱਥੇ ਉਹਨਾਂ ਦੀ ਚੀਜ਼ ਉਹ ਆਪਣੇ ਆਪ ਨੂੰ ਲੈ ਕੇ ਤੁਰ ਪਏ, ਹੈ ਨਾ। ਪਰ ਕੀ ਇਹ ਸਹੀ ਸਮਾਂ ਸੀ ਉਸ ਬੰਦੇ ਵਾਸਤੇ ਜਿਹੜਾ ਇਸ ਚੀਜ਼ ਦੇ ਉੱਤੇ ਲੋਕਾਂ ਨੂੰ ਸਮਝਾਉਂਦਾ ਹੁੰਦਾ ਸੀਗਾ ਵੀ ਓਏ ਸੰਭਲ ਜਾਓ, ਸਾਨੂੰ ਹਜੇ ਤੱਕ ਸਾਡੀ 84 ਦਾ ਇਨਸਾਫ ਇਸ ਪਾਰਟੀ ਤੋਂ ਨਹੀਂ ਮਿਲਿਆ। ਸੋ ਤੁਹਾਨੂੰ ਲੱਗਦਾ ਆ ਕਿ ਇਹ ਸਹੀ ਆ ਕਿ ਇਹ ਬੰਦਾ ਵੀ
ਉਸੇ ਪਾਰਟੀ ਨੂੰ ਜੁਆਇਨ ਕਰ ਗਿਆ। ਸੋ ਇਸ ਹੈਲੋ। ਕਰਕੇ ਜੀ ਯੁੱਧਵੀਰ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ। ਹਾਂਜੀ ਗਗਨ ਜੀ, ਪਤਾ ਨਹੀਂ ਸ਼ਾਇਦ ਕਾਲ ਜਿਹੜੀ ਹੈ ਕੱਟ ਆਫ ਹੋਈ, ਸ਼ਾਇਦ ਪਤਾ ਨਹੀਂ ਕੀ ਗੱਲ ਹੋਈ। ਹਾਂਜੀ ਕਿੱਥੇ ਹਾਂਜੀ ਸੀ ਆਪਾਂ? ਗੱਲ ਕੰਗਣਾ ਦੀ ਚੱਲ ਰਹੀ ਸੀ, ਕਿੱਥੇ ਕੁ ਜੇ ਪਹੁੰਚੇ ਸਾਂ? ਤੁਹਾਡੇ ਸਵਾਲ ਦਾ ਜਿਹੜਾ ਜਵਾਬ ਕਿੱਥੇ ਕੁ ਜੇ ਪਹੁੰਚਿਆ ਸੀ, ਮੈਨੂੰ ਥੋੜਾ ਜਿਹਾ ਮੈਂ ਕੰਗਣਾ ਨੂੰ ਦੱਸ ਹੁਣ ਦਿਓ। ਥੋੜੀ ਦੇਰ ਮੈਂ ਕਿਹਾ ਠਹਿਰ ਕੇ ਟੰਗਦੇ ਆ। ਅਸੀਂ ਪਹਿਲਾਂ ਗੱਲ ਚੱਲ ਰਹੀ ਸੀਗੀ ਸਿੱਧੂ ਮੂਸੇਵਾਲੇ ਦੀ। ਸ਼ੁਭਪ੍ਰੀਤ ਸਿੰਘ ਜਿਹੜੇ ਬੜੇ ਮਸ਼ਹੂਰ ਲੇਖਕ ਤੇ ਗਾਇਕ, ਮੇਰੇ ਖਿਆਲ ਅੱਜ ਕੱਲ ਐਕਟਿੰਗ ਦੇ ਵਿੱਚ ਵੀ ਬੜੇ ਜਿਹੜੇ ਆ ਉਹ ਵਧੀਆ ਨੰਬਰ ਬਣਾ ਰਹੇ ਆ, ਜਿਨ੍ਹਾਂ ਨੇ 2 ਪਿੱਛੇ ਰੀਸੈਂਟਲੀ ਫਿਲਮਾਂ ਵੀ ਕੀਤੀਆਂ। ਮੇਰੇ ਖਿਆਲ ਜੇ ਲੋਕਾਂ ਨੇ ਵੇਖ ਲਈਆਂ ਹੁੰਦੀਆਂ ਤੇ ਅੱਜ ਉਹਨਾਂ ਦੀ ਨੌਬਤ ਜਿਹੜੀ ਆ ਸਿਆਸੀ ਕਦਮ ਰੱਖਣ ਦੀ ਨਾ ਆਉਂਦੀ, ਕਿਉਂਕਿ ਪੈਸਾ ਕਾਫੀ ਜਿਹੜਾ ਖਰਾਬ ਹੋ ਗਿਆ 2 ਫਿਲਮਾਂ ਬਣਾਉਣ ਦੇ ਵਿੱਚ। ਇੱਧਰ ਉੱਧਰ ਭੱਜ ਦੌੜ, TRP ਇਹ ਉਹ ਕਰਦਿਆਂ ਫਿਰ ਹੁਣ ਅੱਜ ਕੱਲ ਕਹਿੰਦੇ ਆ ਵੀ ਉਹ MLA ਦੀ ਤਿਆਰੀ ਕਰ ਰਹੇ ਆ। ਕੀ ਤੁਹਾਨੂੰ ਲੱਗਦਾ ਉਹਨਾਂ ਨੇ ਉਹ ਪਾਰਟੀ ਚੁਣੀ ਆ ਜਿਨ੍ਹਾਂ ਨੇ ਸਾਡੇ ਨਾਲ 84 ਦੇ ਸਮੇਂ ਜਾਂ 90 ਦੇ ਦਹਾਕਿਆਂ ਤੱਕ, 92 93 94 ਤੱਕ ਜਿਹੜੇ ਸਾਡੇ ਨਾਲ ਘਾਣ ਕੀਤੇ ਨੇ? ਸੋ ਮੈਂ ਇਹ ਗੱਲ ਤੁਹਾਨੂੰ ਜਿਹੜੀ ਤਾਂ ਕਹਿ ਰਿਹਾ ਆ, ਉਸ ਬੰਦੇ ਨੇ ਇੱਕ ਸਮੇਂ ਦੇ ਉੱਤੇ 84 ਦੇ ਮੁੱਦਿਆਂ ਨੂੰ ਲੈ ਕੇ ਵੀਡੀਓਜ਼ ਅਪਲੋਡ ਕੀਤੀਆਂ ਸੀਗੀਆਂ, ਜਿਹੜੀਆਂ ਕਿ ਸੁਣਨ 'ਚ ਆਇਆ ਕਿ ਉਹ ਵੀ ਡਿਲੀਟ ਕਰ ਦਿੱਤੀਆਂ ਗਈਆਂ ਨੇ। ਸੋ ਇਹਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਆ? ਕਿਉਂਕਿ ਉਹ ਕਹਿ ਰਿਹਾ ਵੀ ਜੇ ਮੈਂ ਪੰਥਕ ਪਾਰਟੀ ਜੁਆਇਨ ਕਰ ਲੈਂਦਾ ਤੇ ਤੁਸੀਂ ਕਹਿਣਾ ਸੀ ਬੇਅਦਬੀਆਂ ਵਾਲਿਆਂ ਦੇ ਨਾਲ ਰਲ ਗਿਆ। ਜੇ ਮੈਂ ਕਹਿੰਦਾ ਇੱਕ ਹੋਰ ਧਿਰ ਹੈਗੀ ਆ ਉਹਨੂੰ ਉਹਨਾਂ ਦੇ ਕਹਿਣ ਦਾ ਮੁਰਾਦ ਇੱਕ ਅਕਾਲੀ ਦਲ ਸੀ, ਦੂਜੀ BJP ਸੀਗੀ, ਵੀ BJP ਨਾਲ ਜਾਂਦਾ ਤਾਂ ਤੁਸੀਂ ਕਹਿਣਾ ਕਿਸਾਨੀ ਜਿਹੜੇ ਆ ਕਿਸਾਨਾਂ ਦੇ ਖਿਲਾਫ ਹੋ ਗਿਆ। ਫਿਰ ਜੇ ਕਹਿੰਦੇ ਤੁਸੀਂ ਇੱਕ ਹੋਰ ਚੌਥੀ ਕਹਿੰਦਾ ਹੈਗੀ ਆ ਆਮ ਆਦਮੀ ਪਾਰਟੀ, ਜੇ ਮੈਂ ਉਹਦੇ ਨਾਲ ਜਾਂਦਾ ਤਾਂ ਤੁਸੀਂ ਕਹਿੰਦੇ ਵੀ ਇਹ RSS ਦਾ ਦੂਜਾ ਰੂਪ ਆ। ਮੈਂ ਤਾਂ ਕਰਕੇ ਕਹਿੰਦਾ ਕਾਂਗਰਸ ਸਾਰਿਆਂ ਨਾਲੋਂ ਮੈਨੂੰ ਜਿਹੜੀ ਸਾਫ਼ ਸੁਥਰੀ ਤੇ ਸੁਚੱਜੀ ਪਾਰਟੀ ਲੱਗੀ ਤੇ ਮੈਂ ਤਾਂ ਕਰਕੇ ਜੁਆਇਨ ਕੀਤੀ ਆ। ਤੁਹਾਡਾ ਕੀ ਵਿਚਾਰ ਆ ਵੀ ਇਹ ਬੜੀ ਸਾਫ਼ ਸੁਚੱਜੀ ਤੇ ਨਾਲੇ ਇਸ ਬੰਦੇ ਦਾ ਸਹੀ ਸਮਾਂ ਸੀ ਪਾਰਟੀ ਦੇ ਵਿੱਚ ਜਾਣਾ? ਜੀ ਯੁੱਧਵੀਰ ਜੀ। ਵੇਖੋ ਜੀ ਗਗਨ ਜੀ, ਗੱਲ ਇਵੇਂ ਆ, ਗੱਲ ਇਵੇਂ ਆ ਕਿ ਜਦੋਂ ਬੰਦਾ ਨੇਮ ਫੇਮ ਦੇ ਵਿੱਚ ਹੁੰਦਾ ਨਾ, ਕਿਤੇ ਨਾ ਕਿਤੇ ਉਹ ਸੈਂਟੀਮੈਂਟਸ ਹੁੰਦੇ ਨਾ, ਉਹਨਾਂ ਨੂੰ ਕੈਸ਼ ਕਰਵਾਉਂਦਾ ਵਾ ਨਾ। ਤੇ ਹੈਲੋ, ਆਵਾਜ਼ ਆ ਰਹੀ ਹੈ ਜੀ? ਜੀ 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 ਕੈਰੀ ਔਨ। ਤੇ ਉਹ ਫਿਰ ਜਦੋਂ ਦੇਖਦਾ ਵਾ ਵੀ ਹੁਣ ਇੱਧਰ ਮੇਰੀ ਗੱਲ ਥੋੜੀ ਸ਼ੋਹਰਤ ਬਣ ਚੁੱਕੀ ਆ, ਤੇ ਆਵਾਜ਼ ਆ ਰਹੀ, ਪਤਾ ਨਹੀਂ ਬਜ਼ਿੰਗ ਬਹੁਤ ਆ ਰਹੀ ਹੈ ਵਿੱਚ। ਨਹੀਂ ਤੁਸੀਂ ਕੰਟੀਨਿਊ ਰੱਖੋ, ਤੁਹਾਨੂੰ ਸ਼ਾਇਦ ਲੱਗ ਰਿਹਾ ਆ। ਬਿਲਕੁਲ ਕਲੀਅਰ ਸੁਣ ਰਿਹਾ ਮੈਂ। ਹਾਂ ਠੀਕ ਆ, ਓਕੇ। ਜਿਸ ਤਰ੍ਹਾਂ ਕੀ ਗੱਲ ਚੱਲ ਰਹੀ ਸੀ ਸਿੱਧੂ ਮੂਸੇਵਾਲੇ ਦੀ, ਉਹ ਜਿਸ ਤਰ੍ਹਾਂ ਦਾ ਉਸਦਾ ਰੁਤਬਾ ਬਣਿਆ ਪਿਆ ਸੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਬਿਲਕੁਲ। ਕਿਉਂਕਿ ਦਿਲਜੀਤ ਦੀ ਵੀ ਇੱਕ ਟਵੀਟ, ਪਤਾ ਨਹੀਂ ਹੁਣ ਫੇਕ ਸੀ ਟਵੀਟ ਕੇ ਪਤਾ ਨਹੀਂ ਕੀ ਸੀ, ਉਹ ਮੈਂ ਇੱਕ ਵੇਖੀ ਸੀ, ਉਹਦੇ ਵਿੱਚ ਦੱਸਿਆ ਵੀ ਉਹਦੀਆਂ ਲਿਖਤਾਂ ਬਹੁਤ ਵਧੀਆ ਵਾ ਤੇ ਇੱਕ ਉਹਦਾ ਸਟੈਂਡ ਬਹੁਤ ਵਧੀਆ। ਪਰ ਜਿਹੜਾ ਉਹਨੇ ਸਿਆਸੀ ਸਟੈਂਡ ਲਿਆ ਵਾ, ਉਹਦਾ ਆਪਦਾ ਪਹਿਲਾ ਰੁਤਬਾ ਜਿਹੜਾ ਵਾ ਉਹਨੂੰ ਕਾਫੀ ਜ਼ਿਆਦਾ ਠੇਸ ਪਹੁੰਚੀ ਆ, ਕਿਉਂਕਿ ਉਸੇ ਹੀ ਪਾਰਟੀ ਨੂੰ ਲੈ ਕੇ ਸਿੱਖੀਜ਼ਮ ਦੇ ਮੁੱਦੇ ਚੱਕਦਾ ਰਿਹਾ। 19 ਜਿਹੜਾ ਸੀ ਉਸ ਨੂੰ ਲੈ ਕੇ ਆਪਣੀਆਂ ਲਿਖਤਾਂ ਦੇ ਵਿੱਚ ਉਹਨੇ ਪੇਸ਼ ਕੀਤਾ ਸੀ ਜੀ। ਇਸ ਤੋਂ ਇਲਾਵਾ ਉਸੇ ਹੀ ਪਾਰਟੀ ਦੀ ਜਿਹੜੀ ਆ ਆਈਡੀਓਲੋਜੀਕਲੀ, ਜਿਹੜੀ ਆਪਾਂ ਕਹਿ ਸਕਦੇ ਆ, ਜਿਨ੍ਹਾਂ ਦਾ ਉੱਤੇ ਜ਼ਿਆਦਾ ਹੈਗਾ ਵਾ ਸਾਰਾ ਅਮਲਾ ਫੈਲਾ, ਜਿਨ੍ਹਾਂ ਨੇ ਆਪਣਾ ਰੱਖਿਆ ਗਾਂਧੀ ਪਰਿਵਾਰ ਨੂੰ ਇਹ ਪਹਿਲਾਂ ਗੱਲਾਂ ਕਰਦਾ ਸੀ ਨਾ ਆਪਣੇ ਗਾਣਿਆਂ ਦੇ ਵਿੱਚ, ਉਹਨਾਂ ਨੂੰ ਟਾਰਗੇਟ ਤੇ ਕਰਦਾ ਸੀ। ਤੇ ਅੱਜ ਉਸੇ ਹੀ ਗਾਂਧੀ ਪਰਿਵਾਰ ਦੇ ਤਲਵੇ ਚੱਟਣ ਜਿਹੜਾ ਵਾ ਪਹੁੰਚ ਗਿਆ ਦਿੱਲੀ ਦੇ ਵਿੱਚ ਉਹਨਾਂ ਦੇ ਘਰ, ਤੇ ਫਿਰ ਉਹ ਸਟੈਂਡ ਕੀ ਰਿਹਾ ਸਿਆਸੀ, ਜਿਵੇਂ ਕਹਿੰਦੇ ਨਾ ਸਿਆਸੀ ਰੰਗ ਚੜ ਜਾਂਦਾ ਬੰਦੇ ਨੂੰ, ਉਹੀ ਹਿਸਾਬ ਆ ਇਹਦਾ। ਬਾਕੀ ਦਾ ਆਪਦਾ ਜਿਹੜਾ ਰੁਤਬਾ ਸੀ ਆਪਣਾ ਇਹਨੇ ਰੱਖਿਆ ਸੀ ਸਟੈਂਡ, ਉਹ ਤੋਂ ਬਿਲਕੁਲ ਕਿਨਾਰਾ ਕੀਤਾ ਵਾ। ਮੈਨੂੰ ਨਹੀਂ ਲੱਗਦਾ ਵੀ ਇਹਨੇ ਸਹੀ ਕੰਮ ਕੀਤਾ ਵਾ, ਇਹਨੂੰ ਆਪਣੇ ਹੀ ਉਸੇ ਇੰਡਸਟਰੀ ਦੇ ਵਿੱਚ ਰਹਿਣਾ ਚਾਹੀਦਾ ਸੀ। ਜੀ
ਇਹ ਜਿਹੜੀ ਰੀਤ ਆ ਮੇਰੇ ਖਿਆਲ ਇਹ ਕੋਈ ਪੁਰਾਣੀ ਨਹੀਂ ਚੱਲਦੀ ਨਜ਼ਰ ਆ ਰਹੀ। ਪਹਿਲੋਂ ਆਪਣੇ ਭਾਊ ਛੱਲਿਆਂ ਵਾਲਾ ਹੰਸਰਾਜ, ਫਿਰ ਆਪਣਾ ਝਾਂਜਰਾਂ ਵਾਲਾ ਗੁਰਦਾਸ ਮਾਨ, ਫਿਰ ਹੁਣ ਸਿੱਧੂ ਮੂਸੇ ਵਾਲਾ। ਇਹ ਗੱਲਾਂ ਜਾਂਦੀਆਂ ਕਿੱਧਰ ਨੂੰ? ਇਹਨਾਂ ਨੇ ਗਾਉਣ ਗਾਉਣ ਵਾਲੇ ਵੀ ਮਤਲਬ ਸਾਰੇ ਜਿਹੜੇ ਸਿਆਸੀ ਨੇ, ਜਿਹੜੇ ਜੱਦੀ ਸਿਆਸਤਦਾਨ ਲੋਕ ਨੇ, ਜਿਹੜੇ ਵਾਕਿਆ ਹੀ ਬਾਬੇ ਬਾਦਲ ਵਰਗੇ ਬੋੜ ਮੰਨੇ ਜਾਂਦੇ ਆ। ਭਾਵੇਂ ਜੋ ਮਰਜ਼ੀ ਆ, ਬੰਦੇ ਦੀ ਸਿਆਸਤ ਦੇ ਵਿੱਚ ਇੱਕ ਪਕੜ ਰਹੀ ਆ। ਇਹੋ ਜਿਹੇ ਬੰਦੇ ਜਿਹੜੇ ਆ ਫਿਰ ਉਹ ਗਾਂ ਕਿੱਦਾਂ ਦੇ ਬੂਟੇ ਲਾਉਣਗੇ? ਜਾਨੀ ਜਾਂ ਬਾਦਲ ਹੁਣੀ ਜਾਂ ਕੈਪਟਨ ਸਾਹਿਬ ਪਿੱਛੇ ਜਦੋਂ ਇਹ ਰੈਪ ਕਰਿਆ ਕਰਨਗੇ ਫਿਰ ਉਹਦੇ ਪਿੱਛੇ ਨੱਚਦੇ ਨਜ਼ਰ ਆਇਆ ਕਰਨਗੇ, ਜਾਂ ਉਹ ਇਹ ਕੰਮ ਛੱਡ ਦੇਣਗੇ, ਜਾਂ ਉਹ ਇਹ ਕੰਮ ਫੜ ਲੈਣਗੇ? ਇਹ ਕਿੱਧਰ ਨੂੰ ਗੱਲ ਜਿਹੜੀ ਆ? ਕਿਉਂਕਿ ਇੱਕ ਮਹਾਰਾਜਾ ਪਟਿਆਲਾ ਦਾ ਇੱਕ ਸਿਆਸਤ ਦੇ ਨਾਲ ਖਾਨਦਾਨੀ ਰੁਝਾਨ ਰਹਿਣਾ, ਉਹ ਤੇ ਫਿਰ ਵੀ ਇੱਕ ਭਾਵੇਂ ਉਹਨੇ ਇੱਕ ਕਾਂਗਰਸ ਨੂੰ ਤਿਆਗ ਕੇ ਪਾਰਟੀ ਨਵੀਂ ਬਣਾਉਣ ਦੀ ਸੋਚੀ ਆ ਜਾਂ ਜੋ ਵੀ ਕੀਤਾ, ਪਰ ਕੰਮ ਤੇ ਉਹ ਸਿਆਸਤ ਦੇ ਵਿੱਚ ਰਹਿ ਕੇ ਕਰ ਰਿਹਾ ਨਾ। ਹੁਣ ਕੈਪਟਨ ਸਾਹਿਬ ਨੇ ਜਾਂ ਤੇ ਬੰਬੇ ਜਾ ਕੇ ਫਿਲਮਾਂ ਬਣਾਉਣ ਦਾ ਡਿਸੀਜਨ ਲੈ ਲਿਆ ਹੋਵੇ, ਫਿਰ ਤੇ ਆਪਾਂ ਕੋਈ ਗੱਲ ਕਰਦੇ ਨਜ਼ਰ ਵੀ ਆਈਏ। ਰਹਿਣਾ ਤੇ ਉਹਨੇ ਸਿਆਸਤਦਾਨ ਆ। ਜਿਹੜਾ ਬੰਦਾ ਸਿਆਸਤਦਾਨ ਆ, ਉਹ ਜੇ ਸਿਆਸਤ ਦੇ ਵਿੱਚ ਰਹਿ ਕੇ ਆਪਣੀ ਇੱਕ ਇਮੇਜ, ਆਪਣੀ ਇੱਕ ਛਵੀ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦਾ, ਫਿਰ ਤੇ ਆਪਾਂ ਉਸ ਚੀਜ਼ ਨੂੰ ਉਹਦੇ ਨਾਲ ਰਿਲੇਟ ਕਰ ਸਕਦੇ ਹਾਂ। ਪਰ ਜੇ ਇੱਕ ਗਵਈਏ, ਮੈਂ ਗਵਈਆਂ ਦੇ ਖਿਲਾਫ ਨਹੀਂ ਆ, ਮੈਂ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ। ਫਿਰ ਆਪਾਂ ਥੋੜ੍ਹਾ ਜਿਹਾ ਦਿੱਲੀ ਵੀ ਨਜ਼ਰ ਮਾਰਾਂਗੇ। ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਜ਼ਰੂਰ ਟਿੱਪਣੀ ਕਰਿਓ ਕਿ ਆਪਾਂ ਬਿਲਕੁਲ ਸਹੀ ਬੰਦਾ ਚੁਣਾਂਗੇ ਕੱਲ ਨੂੰ। ਇਹ ਕਹਿੰਦਾ ਕਿ ਸਾਡਾ ਏਰੀਆ ਜਿਹੜਾ ਪਛੜਿਆ ਹੈ ਜੀ, ਆਪਣੇ ਸਾਨੂੰ ਕੋਈ ਪੁੱਛਦਾ ਨਹੀਂ, ਮੈਂ ਤਾਂ ਕਰਕੇ। ਚਲੋ ਕਾਰਨ ਕੋਈ ਵੀ ਹੋਵੇ, ਯੁੱਧਵੀਰ ਜੀ ਗੱਲ ਪੂਰੀ ਹੋ ਲੈਣ ਦਿਓ, ਕਾਰਨ ਕੋਈ ਵੀ ਹੋਵੇ ਕਿ ਇਹਨੂੰ ਇੱਕ ਪਬਲਿਕ ਸੈਲੀਬ੍ਰਿਟੀ ਸਮਝ ਕੇ ਵੋਟਾਂ ਪਾ ਕੇ ਐਮਐਲਏ ਬਣਾਊਗੀ। ਚਲੋ ਅਜੇ ਤੇ ਇਹ ਵੀ ਕਲੀਅਰ ਨਹੀਂ ਹੋਇਆ, ਹੋ ਸਕਦਾ ਕੱਲ ਨੂੰ ਆਂਟੀ ਜੀ ਹੁਣਾਂ ਨੂੰ, ਆਪਣੀ ਮੰਮੀ ਹੁਣਾਂ ਨੂੰ ਜਾਂ ਡੈਡੀ ਹੁਣਾਂ ਨੂੰ ਕਿਸੇ ਨੂੰ ਮਤਲਬ ਸੀਟ ਦੇ ਉੱਤੇ ਖੜਿਆ ਕਰ ਦੇਵੇ। ਅਜੇ ਕੋਈ ਕਲੀਅਰ ਨਹੀਂ ਹੋਇਆ, ਪਰ ਸ਼ੁਭਪ੍ਰੀਤ ਸਿੰਘ ਸਿੱਧੂ ਦੇ ਮੂੰਹ ਨੂੰ ਹੋਣਾ ਹੁਣ ਜੋ ਵੀ ਹੋਣਾ। ਸੋ ਉਹ ਦੱਸੋ ਵੀ ਲੋਕ ਇਹਨੂੰ ਕਿੱਥੇ ਤੱਕ ਕੀ ਮਾਨਤਾ ਦੇਣਗੇ? ਜੋਧਵੀਰ ਜੀ ਵੇਖੋ, ਮੈਂ ਸਭ ਤੋਂ ਪਹਿਲਾਂ ਗੱਲ ਇਹ ਸਹੀ ਚੱਲ ਰਹੀ ਸੀ ਸਿੱਧੂ ਮੂਸੇਵਾਲੇ ਦੀ। ਤਾਂ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹ ਨਾਲ ਆਨਰੇਬਲ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ, ਨਾ ਦੋਵਾਂ ਦੇ ਵਿੱਚ ਬੈਠਿਆ ਵਾ, ਇਹਨੂੰ ਸ਼ਾਮਲ ਕਰਵਾਇਆ। ਉਸ ਬੰਦੇ ਨੂੰ ਸ਼ਾਮਲ ਕਰਵਾਇਆ ਜਿਸ ਦੇ ਉੱਤੇ 1 ਸਾਲ ਪਹਿਲਾਂ ਆਰਮਜ਼ ਐਕਟ ਦਾ ਪਰਚਾ ਦਰਜ ਹੋਇਆ ਹੋਵੇ, ਜਿਹਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਪੂਰਾ ਜਿਹੜਾ ਵਾ ਹਿੱਸਾ ਪਾਇਆ ਹੋਏ ਆਪਣੀਆਂ ਗਾਣਿਆਂ ਦੇ ਵਿੱਚ। ਉਸ ਤੋਂ ਇਲਾਵਾ ਗਨ ਕਲਚਰ ਨੂੰ ਪ੍ਰਮੋਟ ਕੀਤਾ ਹੋਵੇ, ਹਨਾ। ਫਿਰ ਲੋਕਡਾਊਨ ਦੇ ਦਰਮਿਆਨ ਜਦੋਂ ਇਹਨੇ AK-47 ਦੇ ਨਾਲ ਰਾਈਫਲ ਰੇਂਜ ਦੇ ਵਿੱਚ, ਫਾਇਰ ਰੇਂਜ ਜਿੱਥੇ ਚੱਲਦੀ ਸੀ ਪੰਜਾਬ ਪੁਲਿਸ ਦੀ, ਉੱਥੇ ਜਾ ਕੇ ਇਹਨੇ ਸਾਰਾ ਵੀਡੀਓ ਅਪਲੋਡ ਕੀਤੀ ਹੋਏ। ਉਹ ਕੇਸ ਜਿਹੜੇ ਟ੍ਰਾਇਲ ਦੇ ਵਿੱਚ ਹੁਣ ਇੱਕ ਕ੍ਰਿਮੀਨਲ ਬੰਦਾ ਜਿਹੜਾ ਵਾ, ਪੁਲਿਸ ਦੀਆਂ ਚਾਰਜ ਸ਼ੀਟ ਲੱਗੀਆਂ ਹੁਣ ਜਿਹਦੇ ਤੇ, ਉਸ ਨੂੰ ਇਹ ਪਾਰਟੀ ਜੁਆਇਨ ਕਰਵਾ ਰਹੇ ਆ। ਫਿਰ ਇੱਥੋਂ ਲੱਗਦਾ ਵਾ ਵੀ ਕਾਂਗਰਸ ਪਾਰਟੀ ਦਾ ਆਪਣਾ ਦਿਵਾਲੀਆ ਨਿਕਲਿਆ ਪਿਆ, ਆਪਣੀ ਮਾਨਸਿਕਤਾ ਡਾਊਨ ਡਾਊਨ ਹੋਈ ਪਈ। ਇੱਕ ਕ੍ਰਿਮੀਨਲ ਬੰਦੇ ਨੂੰ ਇਹਨਾਂ ਨੇ ਜੁਆਇਨ ਕਰਵਾਇਆ, ਇਸ ਤੋਂ ਵੱਧ ਆਪਾਂ ਕੀ ਕਹਿ ਸਕਦੇ ਆ? ਹੁਣ ਇਹ ਬੰਦਾ ਤੇ ਆਪਣੇ ਮੂੰਹੋਂ ਕਹਿ ਰਿਹਾ ਕਿ ਪਿਛਲੇ 4 ਸਾਲਾਂ ਦੇ ਵਿੱਚ, 3 ਸਾਲਾਂ ਦੇ ਵਿੱਚ ਮੈਨੂੰ ਕਹਿੰਦਾ 6 ਜਿਹੜੇ ਆ ਉਹ ਮੇਰੇ ਉੱਤੇ ਮੁਕੱਦਮੇ ਦਰਜ ਹੋਏ। ਸੋ ਗੱਲ ਇਹ ਆ ਜਿਹੜੀ ਆ ਪੰਜਾਬ ਦੀ ਸਿਆਸਤ, ਪੰਜਾਬ ਦੀ ਸਿਆਸਤ ਖਾਸ ਕਰਕੇ, ਕਿਉਂਕਿ ਹੋਰ ਵੀ ਬੜੀਆਂ ਸਟੇਟਾਂ ਦੇ ਬੰਦੇ ਆਪਾਂ ਵੇਖੀਦੇ ਸੁਣੀਦੇ ਆ, ਉਹਨਾਂ ਦੇ ਉੱਤੇ ਕਦੀ ਇਦਾਂ ਦੇ ਪਰਚੇ ਨਹੀਂ ਹੁੰਦੇ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਇੱਥੋਂ ਇਹ ਸਿੱਧ ਹੁੰਦਾ, ਜਿਹੜਾ ਮੇਰਾ ਤੁਹਾਡੇ ਨਾਲ ਅੱਜ ਗੱਲ ਕਰਨ ਦਾ, ਮੇਰਾ ਕੋਈ ਸਿੱਧੂ ਮੂਸੇਵਾਲੇ ਦੇ ਨਾਲ ਵੈਰ ਨਹੀਂ, ਮੇਰਾ ਕੋਈ ਕਾਂਗਰਸ ਨਾਲ ਵੈਰ ਨਹੀਂ। ਮੈਂ ਗੱਲ ਇਹ ਤੁਹਾਡੇ ਨਾਲ ਅੱਜ ਘੁਮਾ ਫਿਰਾ ਕੇ ਇਸ ਇੱਕੋ ਜਿਹੜਾ ਮੇਰਾ ਮਕਸਦ ਸੀਗਾ ਗੱਲ ਕਰਨ ਦਾ, ਕਿ ਹੁਣ ਆਪਾਂ ਜੇ ਸਿਆਸਤੀ ਬਣਨਾ ਆ ਤੇ ਸਾਨੂੰ ਪਹਿਲਾਂ ਪਰਚੇ ਦਰਜ ਕਰਾਉਣੇ ਪੈਣਗੇ ਆਪਣੇ ਉੱਤੇ, ਕਿ ਸਾਨੂੰ ਇੱਕ ਆਪਣੇ ਨਾਲ ਕ੍ਰਿਮੀਨਲ ਅਖਵਾਉਣਾ ਪਊਗਾ ਜੇ ਆਪਾਂ ਸਿਆਸਤਦਾਨ ਬਣਨਾ ਆ ਪੰਜਾਬ ਦੇ ਵਿੱਚ। ਕੀ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆਉਂਦੀ, ਜਾਂ ਆਮ ਬੰਦਿਆਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਆ, ਜਾਂ ਆਮ ਬੰਦੇ ਸਮਝਣਾ ਨਹੀਂ ਚਾਹੁੰਦੇ? ਆਮ ਪਬਲਿਕ ਨੂੰ ਇਸ ਹੱਦ ਤੱਕ ਕਰ ਦਿੱਤਾ ਗਿਆ ਕਿ ਉਹ ਸਿਰਫ ਆਪਣਾ ਜਿਹੜਾ ਆ ਉਹ ਕੰਮ ਤੋਂ ਘਰ, ਘਰ ਤੋਂ ਕੰਮ,
ਜਾਂ ਸੌਦਾ ਪੱਤਾ ਲੈਣ ਲਈ ਜਾਣ ਤੇ ਰੋਟੀਆਂ ਖਾਣ ਤੇ ਦੈਟਸ ਇਟ। ਇਦੋਂ ਵੱਧ ਇਹਨਾਂ ਨੂੰ ਸੋਚਣ ਤੱਕ 200 ਯੂਨਿਟ ਮਾਫ ਕਰ ਦਿਓ, ਆਹ ਦੇ ਦਿਓ, ਉਹ ਦੇ ਦਿਓ, ਕਿਉਂਕਿ ਉਹ ਤੁਹਾਡੇ ਜਿਹੜੇ ਆ ਸਵਾਲ ਨਾ ਕਰ ਸਕਣ ਤੁਹਾਡੇ ਤੱਕ ਵੀ ਤੁਸੀਂ ਜਿਹੜੀ ਮਰਜ਼ੀ ਹਿਲਜੁਲ ਕਰ ਲਓ। ਫਿਰ ਇਸ ਦੇ ਉੱਤੇ ਆਪਣੇ ਅਕਾਲੀ ਦਲ ਜਾਂ ਆਮ ਪਾਰਟੀ ਦੇ ਕਿਸੇ ਬੰਦੇ ਦਾ ਕੋਈ ਰਿਐਕਸ਼ਨ, ਕਿਉਂਕਿ ਮੇਰੇ ਕੋਲ ਸ਼ਾਇਦ ਸਮਾਂ ਨਾ ਮਿਲਿਆ ਹੋਵੇ ਰਿਐਕਸ਼ਨ ਵੇਖਣ ਦਾ, ਕਿਸੇ ਨੇ ਕੋਈ ਰਿਐਕਸ਼ਨ ਕੀਤਾ ਹੈ ਜੀ ਯੁੱਧਵੀਰ ਜੀ? ਬਿਲਕੁਲ ਜੀ ਬਿਲਕੁਲ। ਜਿਸ ਵਕਤ ਸਿੱਧੂ ਮੂਸੇਵਾਲਾ ਜੁਆਇਨ ਕਰ ਰਿਹਾ ਸੀ, ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ, ਉਸੇ ਟਾਈਮ ਲਾਈਵ ਡਿਬੇਟ ਜਿਹੜੀ ਆ ਉਹ ਪੰਜਾਬ ਦੇ ਕਈ ਨਾਮਵਰ ਚੈਨਲਾਂ ਦੇ ਉੱਤੇ ਜਿਹੜੀ ਚੱਲਣੀ ਸ਼ੁਰੂ ਹੋ ਗਈ ਸੀ ਉਸ ਨੂੰ ਲੈ ਕੇ। ਉਸ ਤੋਂ ਇਲਾਵਾ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਆ, ਉਹਨਾਂ ਨੇ ਇਸ ਚੀਜ਼ ਨੂੰ ਕੰਡੈਮਡ ਕੀਤਾ ਕਿ ਤੁਸੀਂ ਉਸ ਬੰਦੇ ਨੂੰ ਇੱਕ ਬੰਨੇ ਤੁਸੀਂ ਕਹਿ ਰਹੇ ਹੋ ਵੀ ਗੈਂਗਸਟਰ ਜਿਹੜੇ ਆਪਾਂ ਤਮਾਮ ਖਤਮ ਕਰ ਦਿੱਤੇ ਪੰਜਾਬ ਦੇ ਵਿੱਚ, ਕੋਈ ਕਿਸੇ ਕੋਲੋਂ ਐਕਸਟੋਰਸ਼ਨ ਮਨੀ ਦੀ ਡਿਮਾਂਡ ਨਹੀਂ ਕਰਦਾ, ਕੋਈ ਕਿਡਨੈਪਿੰਗ ਨਹੀਂ ਕਰਦਾ, ਕੋਈ ਕੰਟਰੈਕਟ ਕਿਲਿੰਗ ਨਹੀਂ ਚੱਲ ਰਹੀ ਪੰਜਾਬ ਦੇ ਵਿੱਚ, ਹਨਾ ਜੀ। ਦੂਸਰੇ ਬੰਨੇ ਤੁਸੀਂ ਉਸ ਬੰਦੇ ਨੂੰ ਜੁਆਇਨ ਕਰਵਾਇਆ ਜਿਸ ਨੇ ਕੰਟਰੈਕਟ ਕਿਲਿੰਗ, ਗਨ ਫਾਇਰ, ਸਭ ਕੁਝ ਗੈਂਗਸਟਰਿਜ਼ਮ, ਗਨ ਕਲਚਰ ਨੂੰ ਪ੍ਰਮੋਟ ਕੀਤਾ ਬਕਾਇਦਾ, ਜਿਸ ਦੇ ਉੱਤੇ ਜਿਹੜੇ ਆ ਕਨਵਿਕਸ਼ਨ ਚੱਲ ਰਹੀ ਹੋਏ, ਉਹ ਤਮਾਮ ਓਫੈਂਸਸ ਦਾ ਸਾਹਮਣਾ ਕਰ ਰਿਹਾ ਹੋਵੇ ਟ੍ਰਾਇਲ ਦੇ ਵਿੱਚ, ਹਨਾ ਚਾਰਜ ਸ਼ੀਟਾਂ ਦਾ। ਉਸ ਬੰਦੇ ਨੂੰ ਤੁਸੀਂ ਲਿਆ ਕੇ ਸਿਆਸਤ ਦੇ ਵਿੱਚ ਲਾਇਆ ਤੇ ਉਸ ਦਾ ਕੀ ਕਰੂਗਾ, ਉਸਦਾ ਇੰਪੈਕਟ ਕੀ ਪਊਗਾ ਯੂਥ ਨੂੰ ਲੈ ਕੇ? ਤੁਸੀਂ ਉਸਨੂੰ ਯੂਥ ਆਈਕਨ, ਕੀ ਪੰਜਾਬ ਦਾ ਯੂਥ ਆਈਕਨ ਮੋਢਿਆਂ ਤੇ ਗੰਨਾ ਲੈ ਕੇ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਵਾਲਾ ਰਹਿ ਗਿਆ? ਇਸ ਤੋਂ ਇਲਾਵਾ ਪੰਜਾਬ ਦਾ ਯੂਥ ਆਈਕਨ ਕੋਈ ਨਹੀਂ। IAS, IPS, PPS, ਤਮਾਮ ਇੰਟਰਨੈਸ਼ਨਲ ਖਿਡਾਰੀ, ਤਮਾਮ ਕਬੱਡੀ ਦੇ ਖਿਡਾਰੀ ਦੇਣ ਵਾਲਾ ਪੰਜਾਬ, ਕੀ ਗੱਲ ਇਹੋ ਜਿਹੇ ਲੋਕਾਂ ਨੂੰ ਆਪਦਾ ਯੂਥ ਆਈਕਨ ਮੰਨਦਾ? ਇਹ ਚੀਜ਼ਾਂ ਕੰਡੈਮਡ ਫੁੱਲ ਹੋਈਆਂ ਵਾ, ਬਕਾਇਦਾ ਕੰਡੈਮਡ ਕੀਤੀਆਂ ਨੇ, ਵਿਰਸਾ ਸਿੰਘ ਵਲਟੋਆ ਨੇ ਕੀਤੀਆਂ, ਇਸ ਤੋਂ ਇਲਾਵਾ ਹੋਰ ਵੀ ਹਰਪਾਲ ਚੀਮੇ ਨੇ ਵੀ ਕੀਤੀਆਂ ਵਾ, ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਆਫ ਓਪੋਜੀਸ਼ਨ ਆ ਪੰਜਾਬ ਸਟੇਟ ਅਸੈਂਬਲੀ ਦੇ ਵਿੱਚ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜਾ ਵਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਸਿੱਧੂ ਮੂਸੇਵਾਲੇ ਜੀ। ਸੋ ਅੱਗੇ ਹੰਸਰਾਜ ਹੋਣਾ ਦੇ ਉੱਤੇ ਵੀ ਕਾਫੀ ਜਿਹੜੇ ਆ ਉਹ ਇਸੇ ਚੀਜ਼ ਨੂੰ ਲੈ ਕੇ ਸਵਾਲ ਹੈ, ਟਪੂਸੀ ਮਾਰ ਕੇ ਅਕਾਲੀ, ਟਪੂਸੀ ਮਾਰ ਕੇ ਜਿਹੜੀ ਆ ਉਹ ਕਦੀ BJP ਕਦੀ ਕਿਤੇ। ਕੀ ਤੁਹਾਨੂੰ ਲੱਗਦਾ ਵੀ ਇਹਨਾਂ ਦਾ ਵੀ ਜਿਹੜਾ ਗਾਇਕੀ ਕਰੀਅਰ ਆ, ਕਿਉਂਕਿ ਇੱਥੇ ਤੱਕ ਪਹੁੰਚਣ ਨੂੰ ਲੋਕਾਂ ਨੂੰ ਸਦੀਆਂ ਲੱਗ ਜਾਂਦੀਆਂ, ਇੱਥੇ ਛੋਟੀ ਉਮਰੇ ਪਹੁੰਚ ਕੇ ਸ਼ੌਹਰਤ ਜਿਹੜੀ ਆ ਉਹ ਟਿਕਾਈ ਰੱਖਣੀ ਬੜੀ ਜਿਹੜੀ ਆ ਉਹ ਔਖੀ ਹੁੰਦੀ ਆ। ਸੋ ਕਿਉਂ ਨਾ ਆਪਾਂ ਆਪਣੇ ਕਰੀਅਰ ਦੇ ਉੱਤੇ ਧਿਆਨ ਦਈਏ, ਕਿਉਂ ਨਾ ਆਪਾਂ ਜੇ ਸੇਵਾ ਕਰਨੀ ਹੋਵੇ ਨਾ, ਲਾਲ ਬੱਤੀਆਂ ਤੋਂ ਬਗੈਰ ਵੀ ਹੋ ਜਾਂਦੀ ਆ, ਜੇ ਸੇਵਾ ਕਰਨੀ ਹੋਵੇ ਤੇ ਆਪਾਂ ਬਿਨਾਂ ਜਿਹੜੀ ਆ ਸ਼ੌਹਰਤ ਤੋਂ ਜਿਹੜੀ ਆ ਆਲੇ ਦੁਆਲੇ, ਜਿਹੜਾ ਮੈਨੂੰ ਤੇ ਖਾਸ ਕਰਕੇ ਇਹ ਕਹਿਣ ਦੇ ਵਿੱਚ ਹੁੰਦਾ, ਇੱਕ ਬੰਦਾ ਹੁੰਦਾ 18 ਗੱਡੀਆਂ ਉਹਦੇ ਨਾਲ ਚੱਲਦੀਆਂ ਹੁੰਦੀਆਂ ਤੇ ਘੱਟੋ ਘੱਟ ਇੱਕ ਗੱਡੀ ਦੇ ਵਿੱਚ 5 ਬੰਦੇ ਬੈਠੇ ਹੁੰਦੇ ਆ। ਕਿੰਨੇ ਬੰਦੇ ਜਿਹੜੇ ਆ ਤੁਸੀਂ ਯਾਰ ਵਿਹਲੇ ਕਰ ਦਿੱਤੇ ਆ। ਸਿਕਿਉਰਿਟੀ ਬਾਰਡਰਾਂ ਤੇ ਚਾਹੀਦੀ ਆ, ਐਨਫੋਰਸਮੈਂਟ ਲਈ ਕਿਹੜੇ ਲਾਅ ਲਈ ਕਿੱਥੇ ਕੀ ਚਾਹੀਦਾ, ਪਰ ਨਹੀਂ, ਇੱਕ ਚਲੋ ਮੰਨਿਆ ਇੱਕ CM ਲੈਵਲ ਦਾ ਬੰਦਾ ਆ, ਉਹਦੇ ਨਾਲ 2-4 ਗੱਡੀਆਂ ਚੱਲਦੀਆਂ ਹੋਣੀਆਂ ਚਾਹੀਦੀਆਂ ਆ। ਤੇ ਆਪਾਂ ਮੇਰੇ ਖਿਆਲ ਦੇ ਵਿੱਚ ਜੇ ਯੁੱਧਵੀਰ ਜੀ ਤੁਹਾਡੇ ਕੋਲ 5 ਮਿੰਟ ਹੋਰ ਲੈ ਲਵਾਂ, ਚੱਲੂਗਾ ਕੰਮ? ਹਾਂਜੀ ਹਾਂਜੀ, ਕੋਈ ਚੱਕਰ ਨਹੀਂ ਬਾਈ ਜੀ, ਕੋਈ ਗੱਲ ਨਹੀਂ। ਆਪਣੇ ਵੱਡੇ ਵੀਰ ਜੀ ਹੁਣੀ ਜਿਹੜੇ ਨੇ ਦਿੱਲੀੋਂ, ਉਹਨਾਂ ਨੂੰ ਵੀ ਦੱਸੋ ਹਾਂ, ਪਰ ਫੁੱਲਾਂ ਵਾਲਾ ਹਾਰ ਪਵਾ ਕੇ ਕਿੱਦਾਂ ਦਾ ਲੱਗ ਰਿਹਾ? ਵੇਖੋ ਸਿਰਸਾ ਸਾਹਿਬ ਦੀ ਗੱਲ ਤੁਸੀਂ ਵੱਡੇ ਵੀਰ ਜੀ ਕਹਿ ਰਹੇ ਹੋ, ਗੱਲ ਤਾਂ ਉਹੀ ਚੱਲ ਰਹੀ ਆ। ਨਹੀਂ ਵੇਖੋ, ਜਿਹੜਾ ਬੰਦਾ ਸਾਡਾ ਭਰਾ ਆ, ਰਹਿਣਾ ਤੇ ਉਹਨੇ ਸਾਡਾ ਭਰਾ ਹੀ ਆ, ਠੀਕ ਹੈ ਨਾ। ਹੁਣ ਇਹ ਤੇ ਹੈ ਨਹੀਂ ਆ ਵੀ ਜੇ ਉਹਨੇ ਫੁੱਲਾਂ ਵਾਲਾ ਹਾਰ ਪਵਾ। ਆਵਾਜ਼ ਤੇ ਜੀ ਸੌਰੀ, ਆਵਾਜ਼ ਕੱਟੀ ਗਈ ਸੀਗੀ। ਜੀ ਹੁਣ ਆ ਰਹੀ ਹੈ ਜੀ? ਜੀ
ਅੱਛਾ ਅੱਛਾ, ਗੱਲ ਇਵੇਂ ਆ, ਮਨਜਿੰਦਰ ਸਿੰਘ ਸਿਰਸਾ ਜਿਸ ਦੀਆਂ ਜਿਹੜੀਆਂ ਸੇਵਾਵਾਂ ਵਾ ਉਹ ਭੁੱਲੀਆਂ ਨਹੀਂ ਜਾ ਸਕਦੀਆਂ ਹਨਾ। ਉਸ ਸਮੇਂ ਉਹ ਬੰਦਾ ਲੋਕਾਂ ਦੇ ਵਿੱਚ ਵਿਚਰਿਆ ਜਦੋਂ ਲੋਕੀ ਬਾਹਰ ਘਰੋਂ ਨਿਕਲਣ ਤੋਂ ਗੁਰੇਜ਼ ਕਰਦੇ ਸਨ, ਆਪਦੇ ਪਰਿਵਾਰਾਂ ਦੇ ਵਿੱਚ ਰਹਿੰਦੇ ਸਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਉਹ ਪ੍ਰਧਾਨ ਰਿਹਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਉਹ ਪ੍ਰੈਜ਼ੀਡੈਂਟ ਰਿਹਾ। ਸਟੇਟ ਦਾ ਉਥੋਂ ਦਿੱਲੀ ਸਟੇਟ ਦੇ ਵਿੱਚ ਅਸੈਂਬਲੀ ਦਾ ਮੈਂਬਰ ਰਿਹਾ, ਐਮਐਲਏ ਰਿਹਾ। ਤਾਂ ਕਿਤੇ ਨਾ ਕਿਤੇ ਮਜਬੂਰੀ ਹੋ ਸਕਦੀ ਆ, ਪਾਰਟੀ ਜਿਹੜੀ ਆ ਸੁਖਬੀਰ ਸਿੰਘ ਬਾਦਲ ਸਾਹਿਬ ਹੋ ਗਏ, ਬਿਕਰਮ ਸਿੰਘ ਮਜੀਠੀਆ ਸਾਹਿਬ ਹੋ ਗਏ, ਬੀਬਾ ਹਰਸਿਮਰਤ ਕੌਰ ਬਾਦਲ ਹੋ ਗਏ, ਕਿਤੇ ਨਾ ਕਿਤੇ ਉਹਨਾਂ ਦੀ ਨਾਰਾਜ਼ਗੀ ਹੋ ਸਕਦੀ ਉਹਨਾਂ ਦੇ ਨਾਲ, ਜਾਂ ਕੁਛ ਨਾ ਕੁਛ ਏਦਾਂ ਦਾ ਹੋ ਸਕਦਾ ਵਾ ਵੀ ਉਸ ਬੰਦੇ ਨੂੰ ਜਿਹੜਾ ਵਾ ਇੱਕ ਹੀਰਾ ਗਵਾਇਆ ਪਾਰਟੀ ਨੇ, ਜੀ ਜੇ ਆਪਾਂ ਕਹਿ ਸਕਦੇ ਹਾਂ ਨਾ। ਉਹ ਬੰਦਾ ਬਹੁਤ ਮਾਇਨੇ ਰੱਖਦਾ ਸੀ ਪਾਰਟੀ ਲਈ, ਤਾਂ ਕਿਤੇ ਨਾ ਕਿਤੇ ਉਸ ਦੀ ਮਜਬੂਰੀ ਰਹੀ ਹੋਊਗੀ, ਬਿਨਾਂ ਮਤਲਬ ਉਹ ਜਾ ਨਹੀਂ ਸਕਦਾ, ਉਹ ਪਾਰਟੀ ਨੂੰ ਛੱਡ ਕੇ ਜਾ ਨਹੀਂ ਸਕਦਾ ਇਸ ਸਮੇਂ, ਜਿਸ ਸਮੇਂ ਪਾਰਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ। ਜੀ ਮੈਂ ਨਹੀਂ ਚਾਹੁੰਦਾ ਵੀ ਜਿਹੜੀ ਆ ਨਾ ਉਹ ਆਪਾਂ ਫਿਰਕੀ ਘੁਮਾ ਕੇ ਤੇ ਸਿਰਸਾ ਸਾਹਿਬ ਦੇ ਸਿਰ ਸੁੱਟ ਦਈਏ ਜਿੰਨੀ ਦੇਰ ਤੱਕ ਕਲੀਅਰ ਨਹੀਂ ਹੁੰਦੀਆਂ ਗੱਲਾਂ, ਕਿਉਂਕਿ ਜਿਹੜੇ ਬੰਦਿਆਂ ਦੀਆਂ ਤੇ ਆਪਾਂ ਨੂੰ ਸਾਫ਼ ਤਸਵੀਰਾਂ ਦਿਖਦੀਆਂ ਆਪਾਂ ਗੱਲ ਕਰ ਦਈਦੀ ਆ। ਪਰ ਮਨਜਿੰਦਰ ਸਿੰਘ ਸਿਰਸਾ ਹੁਣਾਂ ਦੇ ਖਿਲਾਫ ਇਹ ਨਾ ਸੋਚਿਓ ਮੈਂ ਬੋਲ ਨਹੀਂ ਸਕਦਾ। ਮੈਂ ਬੋਲਣਾ ਤਾਂ ਨਹੀਂ ਕਿਉਂਕਿ ਮੈਨੂੰ ਉਸ ਵੀਰ ਦੀ ਜਿਹੜੀ ਆ ਪਿਕਚਰ ਕਲੀਅਰ ਨਜ਼ਰ ਨਹੀਂ ਆ ਰਹੀ ਵੀ ਹਾਂ ਪਾਰਟੀ ਦੇਖੋ ਦੇ ਦੁੱਖੋਂ ਗਿਆ ਜਾਂ ਉਹਦੇ 'ਚ, ਕਿਉਂਕਿ ਜਿਹੜੀ ਬਿਆਨਬਾਜ਼ੀ ਮੈਂ ਵੇਖੀ ਆ, ਜਿਹੜੀ ਪ੍ਰੈਸ ਕਾਨਫਰੰਸ ਵੇਖੀ ਆ, ਉਹ ਜ਼ਰੂਰੀ ਨਹੀਂ ਹੁੰਦੀ ਵੀ ਉਹ ਸਾਰੀ ਐਜ਼ ਇਟ ਇਜ਼ ਟਰੁੱਥ ਸਟੋਰੀ ਹੋਵੇ ਵੀ ਹਾਂ ਚਲੋ ਮੈਂ ਮੰਨਿਆ ਸਿੱਖਾਂ ਦੇ ਜਿਹੜੇ ਮਸਲੇ ਨੇ ਜਾਂ ਆਪਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਹਾਂ, ਚਲੋ ਬੜੇ ਹਰ ਬੰਦੇ ਦਾ ਜ਼ੋਰ ਲੱਗਾ ਹੋਇਆ ਆ ਵੀ ਮੈਂ ਕੁਝ ਲੋਕ ਸਿਆਸਤ ਚਮਕਾਉਣ ਦੀ ਲੱਗੇ ਆ, ਕੁਝ ਲੋਕ ਸੱਚੀ ਉੱਚੀ ਕੰਮ ਕਰਨ ਲੱਗੇ ਆ। ਪਰ ਯੁੱਧਵੀਰ ਜੀ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਆ ਵੀ ਆਪਾਂ ਜਦੋਂ ਲਾਸਟ ਟਾਈਮ ਚਲੋ ਆਏ ਸਿਰਸਾ ਸਾਹਿਬ ਸਾਡੇ ਨਾਲ ਜਿੱਦਾਂ ਦਾ ਸਮਾਂ ਚੱਲਦਾ ਰਿਹਾ, ਹਰ ਵੇਲੇ ਆਪਣੇ ਜਨਮ ਦਿਨ ਵਾਲੇ ਦਿਨ ਵੀ ਹਰ ਇੱਕ ਟਾਈਮ ਜਿੱਦਾਂ ਮਰਜ਼ੀ ਆਪਾਂ ਸਿੱਧੀ ਕਾਲ ਲਾ ਕੇ ਉਹਨਾਂ ਨੂੰ ਔਨ 에ਅਰ ਲੈ ਆਉਂਦੇ ਰਹੇ ਆ ਪਹਿਲਿਆਂ ਸਮਿਆਂ ਦੇ ਵਿੱਚ ਵੀ। ਪਰ ਗੱਲ ਸਿਰਫ ਇੰਨੀ ਆ ਕਿ ਬੰਦਾ ਆਪਣੇ ਸਟੈਂਡ ਦੇ ਉੱਤੇ ਅਜੇ ਵੀ ਕਾਬਜ ਆ, ਭਾਵੇਂ ਪਾਰਟੀ ਕੋਈ ਵੀ ਹੋਵੇ, ਕਿ ਉਹ ਕੰਮ ਕਰ ਰਿਹਾ ਆ ਕਿ ਉਹ, ਕਿਉਂਕਿ ਜਿਹੜੀ ਲੋਕਲ ਲੋਕਾਂ ਦੇ ਨਾਲ ਮੇਰੀ ਗੱਲ ਹੋਈ ਆ, ਜਿਹੜੇ ਆਪਣੀ ਰਿਸ਼ਤੇਦਾਰੀ 'ਚ ਗੱਲ ਹੋਈ ਆ, ਜਿਹੜੇ ਆਪਣੇ ਲੋਕ ਨੇ ਜਿਨ੍ਹਾਂ ਨੇ ਅੱਜ ਤੱਕ ਇਹੀ ਕਿਹਾ ਵੀ ਸਿਰਸੇ ਨੇ ਵਧੀਆ ਡਿਸੀਜ਼ਨ ਲਿਆ ਆ। ਤੁਸੀਂ ਬਲੀਵ ਕਰਿਓ ਮੈਂ ਇਹ ਚੀਜ਼ ਸੋਚ ਕੇ ਚੱਲਦਾ ਸੀਗਾ ਵੀ ਯਾਰ ਆਹ ਕੀ ਕਰ ਲਿਆ, ਰਾਤੋਂ ਰਾਤ ਕੀ ਚੱਕਰ ਘਮਾਤਾ। ਪਰ ਉਹ ਜਿਹੜੇ ਲੋਕ, ਅਸੀਂ ਤੇ ਇਹ ਕਹਿੰਦੇ ਨੇ ਵੀ ਲੋਕਾਂ ਲਈ ਭਲਾ ਹੋਣਾ ਚਾਹੀਦਾ, ਜਿਹੜੇ ਲੋਕ ਕਹਿੰਦੇ ਆ ਵੀ ਹਾਂ ਸਾਡਾ ਭਲਾ ਹੋ ਰਿਹਾ, ਸਾਨੂੰ ਇਹ ਵਧੀਆ ਜਿਹੜੀ ਚੀਜ਼ ਜਿੱਥੇ ਜਾ ਕੇ ਉਹ ਕਰ ਰਿਹਾ ਸਾਨੂੰ ਵਧੀਆ ਲੱਗ ਰਹੀ ਆ, ਫਿਰ ਯੁੱਧਵੀਰ ਕੌਣ ਆ ਤੇ ਗਗਨ ਸੰਧੂ ਕੌਣ ਆ ਇਹ ਗੱਲ ਕਹਿਣ ਵਾਲਾ ਵੀ ਇਸ ਚੀਜ਼, ਕਿਉਂਕਿ ਜਦੋਂ ਲੋਕਾਂ ਦੀ ਭਲਾਈ ਹੋ ਰਹੀ ਹੈ ਗੱਲ ਤੇ ਉੱਥੇ ਆਉਂਦੀ ਆ ਵੀ ਸਿਰਫ ਇੱਕ ਕਾਲੇ ਰੰਗ ਦਾ ਬੋਰਡ ਲਾ ਕੇ ਉਹਦੇ ਤੇ ਲਾਲ ਰੰਗ ਦਾ ਪਰਦਾ ਲਾ ਕੇ ਪਿੱਛੇ ਲਿਖਿਆ ਹੋਣਾ ਜ਼ਰੂਰੀ ਆ ਵੀ ਜਿਹੜਾ ਆ ਇਹਦਾ ਉਦਘਾਟਨ ਸਿਰਸਾ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਕੀਤਾ, ਜਾਂ ਉਹ ਵਾਕਿਆ ਹੀ ਉੱਥੇ ਕੋਈ ਬਿਲਡਿੰਗ ਬਣਨ ਵਾਲੀ ਆ। ਇਹ ਡਿਪੈਂਡ ਕਰਦਾ, ਇਹ ਦੋ ਗੱਲਾਂ ਵੱਖਰੀਆਂ ਵੱਖਰੀਆਂ ਨੇ ਜੀ। ਯੁੱਧਵੀਰ ਜੀ ਵੇਖੋ ਗਗਨ ਜੀ, ਗੱਲ ਕਿਸੇ ਲਮਾ ਮੈਂ ਤੁਹਾਨੂੰ ਦੱਸ ਦੇਵਾਂ, ਜਿਸ ਦਿਨ ਸਿਰਸਾ ਸਾਹਿਬ ਜੁਆਇਨ ਕਰ ਰਹੇ ਸਨ ਬੀਜੇਪੀ, ਉਸ ਤੋਂ ਅਗਲੇ ਦਿਨ ਇੱਕ ਉਹਨਾਂ ਦੀ ਵੀਡੀਓ ਆਉਂਦੀ ਆ, ਉਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਗੱਲਬਾਤ ਕਰਦੇ ਆ। ਜਿਹੜੇ ਮੁੱਦੇ ਲੈ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਸਨ, ਚਾਹੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਆ ਫਾਲਸ ਕੇਸਸ ਜਿਹੜੇ ਰਜਿਸਟਰ ਕੀਤੇ ਗਏ ਸਨ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ, ਜੀ ਉਹਨਾਂ ਦੀਆਂ ਜ਼ਮਾਨਤਾਂ ਦੀ ਗੱਲ ਹੋਏ, ਸੱਜਣ ਕੁਮਾਰ ਨੂੰ ਅੰਦਰ ਕਰਾਉਣ ਦੀ ਗੱਲ ਹੋਏ, ਇਸ ਤੋਂ ਇਲਾਵਾ ਹੋਰ ਵੀ ਸਿੱਖਾਂ ਦੇ ਗੰਭੀਰ ਮਸਲੇ, ਜਿਵੇਂ ਗੁਆਂਢੀ ਦੇਸ਼ਾਂ ਦੇ ਵਿੱਚ ਸਿੱਖ ਕਮਿਊਨਿਟੀ ਜਾਂ ਹਿੰਦੂ ਕਮਿਊਨਿਟੀ ਦੇ ਨਾਲ ਹੋਣ ਵਾਲੀਆਂ ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਚੱਕਣ ਦੀ ਗੱਲ ਹੋਵੇ, ਤਾਂ ਅਪਰੋਕਸੀਮੇਟਲੀ ਵਿਦਿਨ 3 ਮਿੰਟਸ ਜੇ ਕੋਈ ਵੀ ਇੰਸੀਡੈਂਟ ਇੰਟਰਨੈਸ਼ਨਲ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਜਾਂ ਜੰਮੂ ਕਸ਼ਮੀਰ ਦਾ ਮਸਲਾ ਸੀ, ਵਿਦਿਨ 3 ਮਿੰਟ 2 to 3 ਮਿੰਟਸ ਦੇ ਅੰਦਰ ਸਿਰਸਾ ਸਾਹਿਬ ਕੰਡੈਮ ਕਰ ਦਿੰਦੇ ਹੁੰਦੇ ਸੀ ਵੀ ਆਹ ਗੱਲ ਚੱਲ ਰਹੀ ਹੈ ਸਿੱਖਾਂ ਦੇ ਖਿਲਾਫ।
ਜੀ ਸੋ ਕੁੱਲ ਮਿਲਾ ਕੇ ਬੀਜੇਪੀ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਇਹੋ ਹੀ ਵਿਸ਼ਵਾਸ ਦਿਵਾਇਆ ਵਾ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਨਹੀਂ ਕਿਹਾ, ਉਹਨੇ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਨਹੀਂ ਕਿਹਾ, ਉਹਨੇ ਬਿਕਰਮ ਸਿੰਘ ਮਜੀਠੀਆ ਨੂੰ ਮਾੜਾ ਨਹੀਂ ਕਿਹਾ, ਉਸਨੇ ਕਿਸੇ ਦੀ ਬਦਕੋਈ ਨਹੀਂ ਕੀਤੀ। ਜੀ ਉਸਨੇ ਇੱਕੋ ਗੱਲ ਕਹੀ ਆ ਕਿ ਜੇ ਮੈਂ ਬੀਜੇਪੀ ਜੁਆਇਨ ਕੀਤੀ ਆ ਤੇ ਜਿਵੇਂ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਰਹਿ ਕੇ ਸੇਵਾ ਕਰਦਾ ਰਿਹਾ ਸੀ ਕੌਮ ਦੀ, ਉਵੇਂ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਜਿਹੜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਸੈਂਟਰ ਗਵਰਨਮੈਂਟ ਜਿਹੜੀ ਆ ਉਹਦੇ ਨਾਲ ਸਾਰਾ ਕਰਕੇ ਕਿਤੇ ਨਾ ਕਿਤੇ ਡਿਪਲੋਮੈਟਿਕ ਤਰੀਕੇ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ ਕੌਮ ਦੇ ਮਸਲੇ, ਛਲਾਂਗ ਦਾ ਮਸਲਾ ਸੀ, ਹੋਰ ਵੀ ਜਿਹੜੇ ਆ ਤਮਾਮ ਆਲਮੀ ਮਸਲੇ ਆ ਕੌਮ ਦੇ, ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਉਸਨੇ ਕਿਸੇ ਨੂੰ ਮਾੜਾ ਨਹੀਂ ਕਿਹਾ। ਠੀਕ ਆ, ਆਪਣਾ ਉਹਨੇ ਫੈਸਲਾ ਲਿਆ, ਉਹਨੇ ਦੱਸਿਆ ਵਾ ਵੀ ਜਿਹੜੇ ਰਹਿੰਦੇ ਪੈਂਡਿੰਗ ਮਸਲੇ ਆ ਉਹਨਾਂ ਦਾ ਹੱਲ ਵੀ ਜਲਦ ਜਿਹੜਾ ਵਾ ਕੀਤਾ ਜਾਊਗਾ। ਮਾੜਾ ਕਹਿਣ ਨੂੰ ਸੋ ਗੱਲ ਤਾਂ ਉਹਨੇ ਯੁੱਧਵੀਰ ਫਿਰ ਜੀ, ਵੀ ਗੱਲ ਤਾਂ ਉਹਨੇ ਬੀਜੇਪੀ ਦੇ ਪਲੇਟਫਾਰਮ ਤੇ ਫਿਰ ਵੀ ਕੌਮ ਦੀ ਰੱਖੀ। ਕਿਸੇ ਨੂੰ ਮਾੜਾ ਤਾਂ ਕਿਹਾ ਹੀ ਨਹੀਂ ਉਹਨੇ ਬੰਦੇ ਨੇ। ਮਾੜਾ ਕਹਿਣ ਨੂੰ ਤੇ ਯੁੱਧਵੀਰ ਜੀ ਇਦਾਂ ਆ ਨਾ, ਕੱਲ ਨੂੰ ਪਤਾ ਨਹੀਂ ਨਾ ਉਹ ਹਾਥੀ ਵਾਲੇ ਕਿੱਧਰ ਨੂੰ ਤੁਰ ਪਣੇ, ਆਪਣਾ ਚੋਕੇ ਹਿਸਾਬ ਕਿਤਾਬ ਜਿਹਾ, ਤੇ ਕੱਲ ਨੂੰ ਮੁੜ ਕੇ ਫਿਰ ਕੀ ਪਤਾ ਤਕੜੀ ਤੇ ਫੁੱਲ ਰੱਖਣਾ ਪੈ ਗਿਆ ਤੇ ਫਿਰ ਚੰਗੀ ਗੱਲ ਨਹੀਂ ਨਾ ਲੱਗਦੀ। ਉਹ ਅਸੀਂ ਸੋਚਦੇ ਆ ਵੀ ਆਪਾਂ ਅੱਜ ਕੀ ਕਰਨਾ, ਠੀਕ ਆ, ਜਾਂ ਕੱਲ ਕੀ ਹੋਇਆ ਸਾਡੇ ਤੋਂ। ਅਸੀਂ ਤਾਂ ਇੱਥੇ ਕੀ ਗਵਾਚੇ ਰਹਿੰਦੇ ਆ, ਇਹਨਾਂ ਨੇ ਪਤਾ ਨਹੀਂ ਗਾਂ ਕਿਹੜੀਆਂ ਕਿਹੜੀਆਂ ਪੀੜ੍ਹੀਆਂ ਤੱਕ ਸੋਚ ਕੇ ਕੰਮ ਗਾਂ ਜਿਹੜਾ ਕਰਨਾ ਹੁੰਦਾ। ਸੋ ਬੜਾ ਧੰਨਵਾਦ ਤੁਹਾਡਾ ਯੁੱਧਵੀਰ ਜੀ। ਅਗਲੇ ਹਫਤੇ ਇਸੇ ਸਮੇਂ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਵੱਲੋਂ ਤੁਹਾਨੂੰ ਸ਼ੁਭ ਸ਼ਾਮਾਂ। ਠੀਕ ਆ ਜੀ, ਠੀਕ ਆ ਗਗਨ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੇ ਅਗਲੀ ਵਾਰੀ ਕੋਈ ਗੱਲ ਨਹੀਂ, ਮੈਂ ਵੀਡੀਓ ਦਾ ਸੈਟਅਪ ਲਾਉਣਾ ਥੋੜਾ ਟਾਈਮ ਕੱਢ ਕੇ, ਨਾਲ ਫਿਰ ਜੀ ਗੱਚਕ ਗੁੱਚਕ ਖਾ ਲਿਆ ਕਰਾਂਗੇ ਰਲ ਕੇ। ਜੀ ਬਿਲਕੁਲ ਬਿਲਕੁਲ ਯੁੱਧਵੀਰ ਜੀ, ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਲੋਈ ਲਾਈ ਲੈ ਲਿਆ ਕਰੋ, ਕੋਈ ਨਹੀਂ, ਬਾਏ ਜੀ, ਬਾਏ, ਸਤਿ ਸ੍ਰੀ ਅਕਾਲ ਜੀ। ਇਹ ਸਨ ਯੂਥ ਰਿਪਰੈਜ਼ੈਂਟੇਟਿਵ ਯੁੱਧਵੀਰ ਸਿੰਘ ਮਾਲਟੂ, ਜਿਹੜੇ ਛੋਟੀ ਉਮਰ ਦੇ ਵਿੱਚ ਵਧੀਆ ਪਕੜ ਸਿਆਸਤ ਦੀ ਤੇ ਵਧੀਆ ਪਕੜ ਮੀਡੀਆ ਦੀ ਤੇ ਵਧੀਆ ਪਕੜ ਐਕਟਿੰਗ ਦੇ ਵਿੱਚ ਵੀ ਰੱਖਦੇ ਆ। ਸੋ ਇਹਨਾਂ ਦਾ ਪੇਜ ਯੁੱਧਵੀਰ ਸਿੰਘ ਮਾਲਟੂ ਦੇ ਨਾਂ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜ਼ਰੂਰ ਇਹਨਾਂ ਨੂੰ ਵੀ ਫੋਲੋ ਕਰਿਓ। ਤੇ ਕਿਉਂਕਿ ਬੰਦਾ ਚਾਹੇ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਵੇ, ਕਿਉਂਕਿ ਹਰ ਬੰਦਾ, ਹਰ ਪੱਤਰਕਾਰ, ਹਰ ਇੱਕ ਗਵਈਆ ਕਿਸੇ ਨਾ ਕਿਸੇ ਪਾਰਟੀ ਦੇ ਨਾਲ, ਸਿਆਸੀ ਪਾਰਟੀ ਦੇ ਨਾਲ ਜੁੜਿਆ ਹੁੰਦਾ ਆ। ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੇ ਤਲੂਏ ਚੱਟੀ ਜਾਓ। ਤੁਹਾਨੂੰ ਗੱਲ ਕਹਿਣ ਦਾ ਅਧਿਕਾਰ ਆ। ਜੇ ਮੈਂ ਬਾਬੇ ਬੋੜ ਹੋਣਾ ਦੀ ਗੱਲ ਕੀਤੀ, ਬਾਬਾ ਬੋੜ ਸਿਆਸਤ ਦਾ 5 ਵਾਰ ਦਾ ਮੁੱਖ ਮੰਤਰੀ, ਇਹ ਕੱਲੀਆਂ ਗੱਲਾਂ ਕਹਿਣ ਨਾਲ ਨਹੀਂ ਹੁੰਦੀਆਂ। ਹਲੀਮੀ ਬੜੀ ਘੱਟ ਬੰਦਿਆਂ ਦੇ ਵਿੱਚ ਹੁੰਦੀ ਆ। ਉਸ ਬੰਦੇ ਦੀ ਨਾ ਇੱਕ ਟਾਈਮ ਤੇ ਆਡੀਓ ਜਿਹੜੀ ਆ ਉਹ ਵਾਇਰਲ ਹੋਈ ਸੀਗੀ, ਕਿਸੇ ਨੂੰ ਮਨਾਉਣ ਦੀ ਕਾਲ ਕਰ ਰਿਹਾ ਸੀਗਾ ਆਪਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤੁਸੀਂ ਉਹਦੇ ਵਿੱਚ ਕਿਤੇ ਨਾ ਲੱਭੀ, ਮੈਨੂੰ ਮੈਂ ਦੁਬਾਰਾ ਕਿਤੇ ਇੱਥੇ ਤੁਹਾਨੂੰ ਸਟੂਡੀਓ ਸੁਣਾਊਂਗਾ। ਉਹ ਬੰਦੇ ਨੇ ਗੱਲ ਇੱਦਾਂ ਦੀ ਕੀਤੀ ਸੀਗੀ ਕਿ ਲੋਕਾਂ ਨੇ ਉਹ ਚੀਜ਼ ਵਾਇਰਲ ਕੀਤੀ ਕਿ ਇਹਨੂੰ ਬਦਨਾਮ ਕਰਨ ਨੂੰ, ਪਰ ਉਹਨੂੰ ਫੇਮ ਮਿਲ ਗਿਆ ਸੀ ਉਸ ਚੀਜ਼ ਦਾ ਵੀ ਯਾਰ ਇੰਨੀ ਹਲੀਮੀ ਬੰਦੇ ਦੇ ਵਿੱਚ। ਕਿ ਕਿਸੇ ਨਾਲ ਜੇ ਤੁਹਾਡੀ ਨਾਰਾਜ਼ਗੀ ਆ ਤਾਂ ਉਹਨੂੰ ਗਲ ਵੱਕੜੀ ਕਿੱਦਾਂ ਪਾਉਣੀ ਆ, ਕਿੱਦਾਂ ਉਹਨੂੰ ਨਾਲ ਲੈ ਕੇ ਤੁਰਨਾ ਆ, ਇਹ ਚੀਜ਼ਾਂ ਸਾਡੇ 'ਚ ਹੈ ਨਹੀਂ ਗੀਆਂ। ਸਾਡੇ 'ਚ ਕੁਆਲਿਟੀਆਂ ਹੈ ਨਹੀਂ ਗੀਆਂ। ਅਸੀਂ, ਸਾਡੀ ਤੇ ਮੁੱਛ ਦਾ ਸਵਾਲ ਬਣ ਜਾਂਦਾ, ਪੱਲੇ ਅੱਲੇ ਕੱਖ ਨਹੀਂ ਹੁੰਦਾ, ਸਿਰਫ ਸਾਡੀ ਮੁੱਛ ਦਾ ਸਵਾਲ ਬਣ ਜਾਂਦਾ। ਹਾਂ ਹਾਂ ਫਲਾਣੇ ਨੇ ਇਹ ਗੱਲ ਕਹਿ ਕਿੱਦਾਂ ਦਿੱਤੀ। ਸੋ ਸਾਨੂੰ ਉਸ ਲੈਵਲ ਤੇ ਜਾਂ ਆਪਣੇ ਆਪ ਨੂੰ ਬਦਲਣ ਦੇ ਵਿੱਚ ਹੋ ਸਕਦਾ ਅਗਲੇ ਵੀ ਕੁਝ ਜਨਮ ਲੱਗ ਜਾਣ। ਕਿਉਂਕਿ ਜੇ ਅਸੀਂ ਇਹ ਚੀਜ਼ ਸੋਚ ਕੇ ਚੱਲੀਏ ਨਾ ਵੀ ਹਜੇ ਅਸੀਂ ਨਿਆਣੇ ਆ, ਗਾਂਹ ਹੋ ਕੇ ਵੇਖਾਂਗੇ, ਉਹ ਸਮਾਂ ਨਹੀਂ ਆਉਣਾ, ਉਹ ਬੜਾ ਔਖਾ ਸਮਾਂ ਆਉਂਦਾ ਹੁੰਦਾ। ਸੋ ਅਸੀਂ ਇੱਥੇ ਦੀ ਗੱਲ ਜ਼ਿਆਦੀ ਤੇ ਉੱਥੇ ਦੀ ਗੱਲ ਘੱਟ ਕਰਨ ਦੇ ਵਿੱਚ ਵਿਸ਼ਵਾਸ ਤਾਂ ਰੱਖਦੇ ਹਾਂ। ਇੱਥੇ ਰਹਿਣਾ, ਇੱਥੇ ਜੀਣਾ, ਮਰਨਾ, ਇੱਥੇ ਹੀ ਫੁੱਲ ਪੈਣੇ ਆ ਹੁਣ ਸਾਡੇ। ਇੱਥੇ ਨਿਆਣੇ ਸਾਡੇ ਪੜ੍ਹਨੇ ਲਿਖਣੇ ਆ,
ਇੱਥੇ ਹੀ ਰਹਿਣੇ ਆ। ਸੋ ਇੱਕ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇਹ ਆ, ਜਿੰਨੇ ਵੀ ਬੰਦੇ ਇੰਡੀਆ ਨੂੰ ਜਾ ਰਹੇ ਨੇ ਉਹ ਘੱਟੋ ਘੱਟ ਆਪਣਾ ਸੋਚ ਵਿਚਾਰ ਕੇ ਜਾਇਓ। ਜੇ ਹਾਲਾਤ ਉਹੀ ਬਣ ਗਏ, ਕਿਉਂਕਿ ਕੇਸ ਥੋੜ੍ਹੇ ਜਿਹੇ ਜ਼ਿਆਦਾ ਆਉਂਦੇ ਨਜ਼ਰ ਆ ਰਹੇ ਨੇ, ਹੁਣ ਆਪਾਂ ਉਸ ਹਿਸਾਬ ਦੇ ਨਾਲ ਆਪਣੇ ਪਲਾਨ ਕਰੀਏ ਜੇ ਕਿ ਖੁਦਾ ਨਾ ਖਾਸਤਾ ਕਿਤੇ ਬੰਦਾ ਫਸ ਜਾਵੇ। ਤੇ ਅੱਗੇ ਜਿਹੜੇ ਬੰਦੇ ਫਸੇ ਸੀਗੇ ਨਾ ਤੇ ਬੜੇ ਔਖੇ ਉੱਥੋਂ ਨਿਕਲ ਕੇ ਆਏ ਆ। ਇਹ ਕਿਉਂਕਿ ਅੱਗੇ ਨਾ ਇਹਨਾਂ ਨੇ ਡਿਸੀਜ਼ਨ ਬਹੁਤ ਲੇਟ ਲਿਆ ਸੀਗਾ, ਹੁਣ ਇਹ ਹੋ ਸਕਦਾ ਇਸ ਚੀਜ਼ ਦੇ ਉੱਤੇ ਡਿਸਾਈਡ ਵੀ ਛੇਤੀ ਕਰ ਲੈਣ ਵੀ ਆਪਾਂ ਕੀ ਕਰਨਾ ਇਸ ਬਾਰੇ। ਸੋ ਬਾਕੀ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਆਪਣੀ ਟਰੱਕਿੰਗ ਦੇ ਉੱਤੇ ਨਵੇਂ ਜਿਹੜੇ ਆ ਡਰਾਈਵਰਾਂ ਦੇ ਲਈ। ਸੋ ਮੈਂ ਹਮੇਸ਼ਾ ਬੇਨਤੀ ਇਹ ਕਰਦਾ ਹੁੰਦਾ ਵੀ ਜਿਹੜੇ ਲੋਕ 11-17 ਤੇ ਚੱਲਦੇ ਆ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਕਿ ਆਪਣੇ ਆਪ ਨੂੰ ਤੁਸੀਂ ਜਾਣੇ ਇਕੱਲੇ ਆ, ਤੁਹਾਡੇ ਨਾਲ ਬਹੁਤ ਲੋਕ ਜੁੜੇ ਹੁੰਦੇ ਆ, ਤੁਹਾਡੇ ਪਰਿਵਾਰ ਜੁੜੇ ਹੁੰਦੇ ਆ। ਫਿਰ ਜਿਹੜਾ ਰੋਡ ਤੇ ਬੰਦਾ ਚੱਲ ਰਿਹਾ ਆ, ਰੱਬ ਨਾ ਕਰੇ ਜੇ ਕਿਸੇ ਨਾਲ ਕੋਈ ਟਕਰਾਅ ਹੋ ਜਾਂਦਾ ਜਾਂ ਕੁਛ ਹੋ ਜਾਂਦਾ, ਉਹ ਜੇ ਉਹਦੇ ਵਿੱਚ ਕੋਈ ਬੰਦਾ ਆ ਗਾ ਉਹਦੇ ਨਾਲ ਪਰਿਵਾਰ ਜੁੜੇ ਹੁੰਦੇ ਆ। ਸੋ ਖਾਸ ਕਰਕੇ ਜਿਹਨੇ ਪਹਿਲੀ ਵਾਰੀ ਟਰੱਕਿੰਗ ਦੇ ਵਿੱਚ ਜਾਣਾ ਜਾਂ ਹਾਇਰ ਹੋਣਾ ਆ, ਸੋ ਕੋਸ਼ਿਸ਼ ਕਰਿਓ ਜੇ ਮਾਰਚ ਐਂਡ ਦੇ ਵਿੱਚ ਅਪ੍ਰੈਲ ਫਸਟ ਵੀਕ ਇੱਥੇ ਕਿ ਜੇ ਜਾ ਕੇ ਕੋਈ ਫਰਕ ਨਹੀਂ ਪੈਣ ਲੱਗਾ। ਜਿੰਨੇ ਕੁ ਪੈਸੇ ਤੁਸੀਂ ਅੱਜ ਦੀ ਡੇਟ ਦੇ ਉੱਤੇ ਜਾ ਕੇ ਤੇ ਐਕਸਪੀਰੀਅੰਸ ਲੈਣ ਦੀ ਗੱਲ ਕਰਦੇ ਆ, ਉਹ ਤੁਸੀਂ ਇੱਥੇ ਅੱਜ ਕੱਲ੍ਹ ਊਬਰ ਚੱਲਦੀ ਆ ਜਾਂ ਸਕਿਪ ਚੱਲਦੀ ਆ ਜਾਂ ਹੋਰ ਬੜੇ ਕੰਮ ਇਹੋ ਜਿਹੇ ਆ ਜਿਹੜੇ ਸਿਟੀ ਦੇ ਵਿੱਚ $18 $20 ਘੰਟੇ ਦੇ ਮੁੰਡੇ ਬਣਾ ਲੈਂਦੇ ਆ। ਐਮਾਜ਼ੋਨ ਦੀਆਂ ਖਾਸ ਕਰਕੇ ਡਿਲੀਵਰੀਆਂ ਕਰਦੇ ਆ ਮੁੰਡੇ। ਸੋ ਮੇਰੀ ਕੋਈ ਕਿਸੇ ਨੂੰ ਭਟਕਾਉਣ ਦਾ ਨਹੀਂ, ਇਹਦੇ 'ਚ ਵੀ ਕਿਸੇ ਨੇ ਕੁਛ ਕਹਿ ਲੈਣਾ ਹੁੰਦਾ, ਕਿਸੇ ਨੇ ਕੁਛ ਕਹਿ ਲੈਣਾ ਹੁੰਦਾ, ਕਿਉਂਕਿ ਜ਼ਮਾਨਾ ਜਿਹੜਾ ਨਾ ਉਹ ਆ ਗਿਆ ਇੰਟਰਨੈਟ ਦਾ। ਚਲੋ ਇੰਟਰਨੈਟ ਦਾ ਵੀ ਹੁਣ ਪੁਰਾਣਾ ਹੋ ਗਿਆ, ਯਾਨੀ ਸੋਸ਼ਲ ਮੀਡੀਆ ਜਿਹੜਾ ਨਾ ਇਹ ਬੰਦੇ ਨੂੰ 1 ਮਿੰਟ ਦੇ ਵਿੱਚ ਥੱਲੇ 1 ਮਿੰਟ ਦੇ ਵਿੱਚ ਉੱਤੇ, ਠੀਕ ਹੈ ਜੀ। ਕੋਈ ਗੱਲ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਾਈ ਜਾਂਦੀ ਆ ਨਾ, ਜਦੋਂ ਉਹਨੂੰ ਸੁਣਿਆ ਕਰੋ, ਉਹਨੂੰ ਘੋਖਿਆ ਕਰੋ, ਵੇਖਿਆ ਕਰੋ। ਜੇ ਕੋਈ ਕਲਿੱਪ ਕੱਢ ਕੇ ਪਾਉਂਦਾ ਨਾ, ਕੋਸ਼ਿਸ਼ ਕਰਿਆ ਕਰੋ ਇਹ YouTube ਦੇ ਉੱਤੇ ਵੀ ਸਾਰਾ ਜਿਹੜਾ ਪ੍ਰੋਗਰਾਮ ਹੈ ਨਾ ਪਿਆ ਹੁੰਦਾ ਆ, ਇਹ ਜਿਹੜੀ ਕਲਿੱਪਿੰਗ ਕੀਤੀ ਹੁੰਦੀ ਆ ਉਹਨੂੰ ਸੁਣਿਆ ਕਰੋ ਪਹਿਲੋਂ ਸਾਰਾ ਵੀ ਗੱਲ ਕਹੀ ਕੀ ਗਈ ਆ। ਕਿਉਂਕਿ ਟੂ ਬੀ ਓਨੈਸਟ ਮੈਂ ਕੰਮ ਕਰਦਾ ਉਹਨਾਂ ਬੰਦਿਆਂ ਲਈ, ਉਹ ਲੋਕ ਜਿਹੜੇ ਦਿਲੋਂ ਨਾਲ ਜੁੜੇ ਆ। ਮੈਂ ਉਹ ਲੰਡੀ ਬੁੱਚੀ ਲਈ ਨਹੀਂ ਤੁਰਿਆ ਫਿਰਦਾ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਨੇ, ਜਿਹੜੇ ਬੈਡ ਕਮੈਂਟ ਲਿਖਦੇ ਆ। ਮੈਨੂੰ ਤੁਹਾਨੂੰ ਲੱਗਦਾ ਕਿ ਉਹਨਾਂ ਕਮੈਂਟਾਂ ਕਰਕੇ ਜਾਂ ਕਿਸੇ ਚੀਜ਼ ਕਰਕੇ ਮੇਰੀ ਕੋਈ ਰੋਟੀ ਬੰਦ ਹੋ ਜਾਂਦੀ ਆ? ਅਸੀਂ ਸਿਰਫ ਤੇ ਸਿਰਫ ਆਪਣੇ ਮਕਸਦ ਤੇ ਤੁਰੇ ਆ, ਇੱਕ ਮਕਸਦ ਲੈ ਕੇ। ਇਹਦੇ 'ਚ 2 ਚੀਜ਼ਾਂ ਹੁੰਦੀਆਂ, ਜਾਂ ਬੰਦਾ ਕਾਮਯਾਬ ਹੁੰਦਾ ਜਾਂ ਫੇਲ ਹੋ ਜਾਂਦਾ। ਆਪਾਂ ਕਾਮਯਾਬ ਨਾ ਹੋਵਾਂਗੇ ਤੇ ਫੇਲ ਹੋ ਜਾਾਂਗੇ, ਤੇ ਉਹਦੇ ਨਾਲ ਜੇ ਫੇਲ ਹੋ ਜਾਂਦੇ ਆ ਤੇ ਜੋ ਕੁਝ ਚੱਲ ਰਿਹਾ ਸਿਸਟਮ ਦੇ ਵਿੱਚ ਉਹ ਚੱਲੀ ਜਾਣਾ ਆ। ਉਹਦੇ ਨਾਲੋਂ ਉਨੀ ਦੇਰ ਤੱਕ ਹੋਰ ਕਰਪਟ ਹੋ ਜਾਊਗਾ। ਜੇ ਹੋਰ ਕਰਪਟ ਹੋ ਜਾਊਗਾ, ਘਰਾਂ ਦੇ ਰੇਟ ਹੋਰ ਤਾਂ ਚੱਲ ਜਾਣਗੇ, ਘਰਾਂ ਦੇ ਰੇਟ ਹੋਰ ਤਾਂ ਚੱਲ ਜਾਣਗੇ, ਤੇ ਸਾਡਾ ਜਿਹੜਾ ਆ ਉਹ ਬਿੱਲ ਦੇਣੇ, ਮੌਰਗੇਜਾਂ ਦੇਣੀਆਂ ਉਹ ਹੋਰ ਔਖੀਆਂ ਹੋ ਜਾਣਗੀਆਂ। ਇਹ ਹੁਣ ਤੁਸੀਂ ਡਿਸਾਈਡ ਕਰਨਾ ਆਪਾਂ ਇਸ ਚੀਜ਼ ਨੂੰ ਫੇਲ ਕਰਨਾ ਜਾਂ ਪਾਸ ਕਰਨਾ ਆ। ਉਹ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਦੇ ਵੇਖਣ ਸੁਣਨ ਨਾਲ ਇਹ ਚੀਜ਼ਾਂ ਨਹੀਂ ਬਦਲਣੀਆਂ। ਸਾਨੂੰ ਆਪ ਟਰੱਕਰ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਆਉਣਾ ਪੈਣਾ। ਇੰਸ਼ੋਰੈਂਸਾਂ ਦੀ ਗੱਲ ਕਰਦੇ ਹੁੰਦੇ ਆ, ਇੰਸ਼ੋਰੈਂਸ ਦੇ ਵਿੱਚ ਜੇ ਤੁਹਾਡਾ ਨਾਮ ਨਹੀਂ ਪਾਇਆ ਗਿਆ ਕੰਪਨੀ ਵੱਲੋਂ, ਤੇ ਜੇ ਰੱਬ ਨਾ ਕਰੇ ਕੋਈ ਨਿੱਕਾ ਮੋਟਾ ਵੀ ਯਾਰਡ ਦੇ ਵਿੱਚ ਵੀ ਕੋਈ ਟਰੱਕ ਟ੍ਰੇਲਰ ਵੱਜ ਜਾਂਦਾ, ਆਪਸ 'ਚ ਹੀ ਵੱਜ ਜਾਂਦਾ, ਤੇ ਉੱਥੇ ਤੁਹਾਨੂੰ ਇਦਾਂ ਦਾ ਡਰ ਪਾਇਆ ਜਾਊਗਾ ਵੀ ਮੈਂ ਆ ਤੇਰੇ ਤੇ ਕੇਸ ਕਰ ਸਕਦੇ ਹਾਂ, ਪੁਲਿਸ ਕਾਲ ਕਰ ਸਕਦੇ ਹਾਂ। ਸਭ ਤੋਂ ਪਹਿਲੀ ਗੱਲ
ਤੁਸੀਂ ਆਪਣੀ ਬੜੀ ਵਾਰੀ ਆਖਿਆ ਵੀ ਇੰਸ਼ੋਰੈਂਸ ਕਲੀਅਰ ਕਰਿਆ ਕਰੋ ਵੀ ਤੁਹਾਡਾ ਇੰਸ਼ੋਰੈਂਸ 'ਚ ਨਾਂ ਹੈਗਾ। ਜੇ ਉਹ ਤੁਹਾਨੂੰ ਉਸ ਵੇਲੇ ਕਿਹਾ ਗਿਆ ਹੋਵੇ ਵੀ ਹੈਗਾ ਆ ਨਾ, ਪਰ ਤੁਹਾਡਾ ਨਾਮ ਜਿਹੜਾ ਇੰਸ਼ੋਰੈਂਸ ਦੇ ਵਿੱਚ ਨਹੀਂ ਨਿਕਲਦਾ, ਜਦੋਂ ਕੋਈ ਇਹੋ ਜਿਹਾ ਹੈਪਨ ਹੋ ਜਾਂਦਾ, ਤੇ ਤੁਸੀਂ ਉਸ ਚੀਜ਼ ਦੇ ਦੇਣਦਾਰ ਖੁਦ ਆ। ਕੰਪਨੀ ਤੁਹਾਨੂੰ ਡਰਾਊਗੀ ਇਸ ਕਰਕੇ ਕਿ ਜਿਹੜਾ 5-7 ਹਜ਼ਾਰ ਦਾ ਨੁਕਸਾਨ ਹੋਇਆ, ਤੁਸੀਂ ਡਰਦੇ ਮਾਰੇ ਉਹ ਪੇ ਕਰ ਦਿਓ। ਪਰ ਤੁਸੀਂ ਕੀ ਕਰਨਾ ਹੁੰਦਾ ਆ ਕਿ ਭਾਈ ਮੈਂ ਡਿਡਕਟੇਬਲ ਦੇ ਸਕਦਾ, ਜੇ ਰੱਬ ਨਾ ਕਰੇ ਕੋਈ ਨੁਕਸਾਨ ਹੋ ਗਿਆ ਤੇ ਤੁਸੀਂ ਉਹਨੂੰ ਸਵਾਲ ਕਰੋ। ਇਹ ਨਹੀਂ ਆ ਡਰਦੇ ਮਾਰੇ, ਜੇ ਉਹਨੇ ਕਹਿਤਾ ਤੇਰਾ ਤਾਂ ਇੰਸ਼ੋਰੈਂਸ ਹੀ ਨਾਂ ਨਹੀਂ ਹੈਗਾ, ਤਾਂ ਤੁਸੀਂ ਨਾ ਡਰਿਆ ਕਰੋ। ਉੱਥੇ ਜੇ ਇੰਸ਼ੋਰੈਂਸ 'ਚ ਨਾਂ ਨਹੀਂ ਹੈਗਾ, ਤੁਹਾਨੂੰ ਹਾਇਰ ਕਿੱਦਾਂ ਕਰ ਲਿਆ ਉਹਨੇ, ਤੁਹਾਨੂੰ ਗੇੜੇ ਤੇ ਕਿੱਦਾਂ ਭੇਜ ਦਿੱਤਾ ਉਹਨੇ, ਉੱਥੇ ਉਹਦੀ ਗਲਤੀ ਆ, ਤੁਹਾਡੀ ਗਲਤੀ ਨਹੀਂ ਹੈਗੀ। ਤੁਸੀਂ ਵੇਖਿਆ ਕਰੋ। ਤੇ ਨਾਲੇ ਕਈ ਵਾਰੀ ਨਾ ਆਪਾਂ ਕਾਲਿੰਗ, ਜਦੋਂ ਕਾਲਾਂ ਆਉਂਦੀਆਂ ਨੇ, ਜਦੋਂ ਆਪਾਂ ਫੋਨ ਕਾਲ ਟਰੱਕ ਤੇ ਬੈਠਿਆਂ ਵੀ ਤੁਹਾਡੇ ਨਾਲ ਗੱਲ ਕਰਦੇ ਆ, ਵੇਖੋ ਜੇ ਵੀਡੀਓ ਪਾਈ ਗਈ ਹੁੰਦੀ ਹੈ ਨਾ, ਉਹਦੇ 'ਚ ਚੀਜ਼ਾਂ ਦੇ ਜਵਾਬ ਦਿੱਤੇ ਹੁੰਦੇ ਆ ਵੀ ਹਾਂ ਯਾਰ ਆਹ ਚੀਜ਼ ਇੱਦਾਂ ਆ, ਆਹ ਚੀਜ਼ ਇੱਦਾਂ ਆ, ਲੋਡ ਨੂੰ ਲੈ ਕੇ ਜਾਂ ਉਸ ਚੀਜ਼ ਨੂੰ। ਜਦੋਂ ਉਹ ਚੀਜ਼ ਸੁਣ ਲੈਂਦੇ ਆ ਨਾ, ਕਈ ਵਾਰੀ ਜੇ ਅੱਗੋਂ ਬਾਈ ਦੇ ਵਿੱਚ ਟੈਕਸਟ ਮੈਸੇਜ ਛੱਡ ਦਈਦਾ ਆ ਨਾ, ਤਾਂ ਉਹਦੇ ਉੱਤੇ ਮੈਸੇਜ ਕਰ ਦਿਆ ਕਰੋ। ਉਹਦੇ ਉੱਤੇ ਮੈਸੇਜ ਕਰ ਦਿਆ ਕਰੋ ਵੀ ਵੀਰ ਜੀ ਜਾਂ ਬਾਈ ਜੀ ਜਾਂ ਵੀਰੇ ਜਾਂ ਕੁਛ ਵੀ ਆਹ ਚੀਜ਼ ਦੇ ਰਿਲੇਟਡ ਮੇਰੀ ਤੁਹਾਨੂੰ ਮੈਂ ਜਿਹੜੀ ਆ ਕਾਲ ਕਰ ਰਿਹਾ। ਕਈ ਵਾਰੀ ਲੋਡ ਤੇ ਫਸੇ ਆ, ਕਿਤੇ ਵੀ ਆ। ਕੱਲ੍ਹ ਦਾ ਮੈਂ ਮੇਰੇ ਖਿਆਲ ਦੇ ਵਿੱਚ ਉੱਥੇ ਵੀਡੀਓ ਵੀ ਪਾਈ ਸੀਗੀ, ਕੱਲ੍ਹ ਕਿੰਨੇ ਘੰਟੇ ਇਸ ਚੀਜ਼ ਦੇ ਉੱਤੇ ਖੱਜਲ ਖਵਾਰੀ ਹੋਈ ਆ। ਸੋ ਇਹ ਸਾਰਿਆਂ ਨਾਲ ਹੀ ਹੁੰਦਾ। ਅਸੀਂ ਇੱਕ ਆ, ਅਸੀਂ ਟਰੱਕਰ ਭਾਈਚਾਰਾ ਇਕੱਠੇ ਹੋਵਾਂਗੇ, ਆਪਣੇ ਹੱਲ ਕਰਾ ਲਾਂਗੇ। ਮੈਂ ਪਹਿਲੋਂ ਵੀ ਕਹਿੰਦਾ ਆ, ਮੈਂ ਹੁਣ ਵੀ ਕਹਿੰਦਾ ਆ, ਜਿੱਥੇ ਕਹੋਗੇ ਜਦੋਂ ਕਹੋਗੇ ਤੁਹਾਡੇ ਨਾਲ ਖੜਨ ਨੂੰ ਤਿਆਰ ਆ। ਅੱਜ ਖੜਨਾ ਅੱਜ ਖੜ ਜਾਓ, ਮਹੀਨੇ ਨੂੰ ਜੀ ਕਰੂਗਾ, ਜਦੋਂ ਤੁਹਾਡਾ ਮੂਡ ਬਣ ਜਾਊਗਾ ਉਦੋਂ ਦੱਸ ਦਿਓ। ਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਕੱਲਾ ਹੀ ਹੁੰਦਾ ਆ। ਜਦੋਂ 100 ਜੁੜਦਾ 100 ਨਾਲ, ਹੋਰ 1000 ਜੁੜਦਾ 1000 ਨਾਲ, ਗਾ 10,000 ਬਣਦਾ। GTA ਤੋਂ ਕਿੰਨਾ ਡਰਾਈਵਰ ਰੋਜ਼ ਦਾ ਵਿੰਡਜ਼ਰ ਨੂੰ ਬਾਰਡਰ ਟੱਪਦਾ? 80 to 85%। ਮੈਂ ਅੱਗੇ ਵੀ ਬੇਨਤੀ ਕੀਤੀ ਆ, ਜਦੋਂ ਆਪਾਂ ਵਿੰਡਜ਼ਰ ਬਾਰਡਰ ਤੇ ਖੜੇ ਹੁੰਨੇ ਆ, ਤੁਹਾਡਾ ਜਿਹੜੀ ਮਰਜ਼ੀ ਲੇਨ 'ਚ ਤੁਸੀਂ ਖੜ ਜਾਓ, ਜਾ ਕੇ ਤੁਹਾਡੇ ਸੱਜੇ ਖੱਬੇ ਆਪਣੇ 4 ਭਰਾ ਲੰਘਣਗੇ, ਇੱਕ ਹੋਰ ਕਮਿਊਨਿਟੀ ਦਾ ਬੰਦਾ ਲੰਘਦਾ। ਸੋ ਇਹਦਾ ਮਤਲਬ ਇਹੀ ਆ ਕਿ ਆਪਣਾ ਭਾਈਚਾਰਾ ਮੈਜੋਰਟੀ ਦੇ ਵਿੱਚ ਟਰੱਕਿੰਗ ਦੇ ਵਿੱਚ ਕੰਮ ਕਰ ਰਿਹਾ। ਪਰ ਜਦੋਂ ਕਿਤੇ ਕਿਸੇ ਕੰਪਨੀ 'ਚ ਇਕੱਠੇ ਹੋ ਜਾਂਦੇ ਆ, ਮੈਂ ਉਹਦੇ ਅੱਗੇ ਰੋਈ ਜਾਂਦਾ, ਉਹ ਮੇਰੇ ਅੱਗੇ ਰੋਈ ਜਾਂਦਾ, ਯਾਰ ਬਚਦਾ ਹੀ ਕੁਛ ਨਹੀਂ ਆ। ਫਿਰ ਉਹ ਬਚੂਗਾ ਕਿੱਥੋਂ? ਬਚੂਗਾ ਤਾਂ ਨਾ ਜੇ ਸਾਨੂੰ ਮੌਕਾ ਦੇਣਗੇ। ਸ਼ੁੱਕਰਵਾਰ ਰਾਤੀ 12-1 ਵਜੇ ਘਰੇ ਵੜੀਦਾ ਆ, ਤੇ ਐਤਵਾਰ ਦੀ ਡਿਸਪੈਚ ਤੁਹਾਡੇ ਮੋਢਿਆਂ ਤੇ ਪਾਈ ਹੁੰਦੀ ਆ, ਤੁਹਾਡੇ ਕੋਲ ਸਮਾਂ ਹੀ ਹੈ ਨਹੀਂ। ਆ ਇੱਕ ਸ਼ਨੀਵਾਰ ਦਾ ਦਿਨ ਹੁੰਦਾ, ਇੱਦਾਂ ਹੀ ਲੰਘ ਜਾਂਦਾ ਆ, ਤੇ ਸਵੇਰੇ ਰੋਟੀ ਵਾਲਾ ਡੱਬਾ ਚੁੱਕੀਦਾ ਆ, ਤੇ ਫਿਰ ਆਪਾਂ ਕੰਮ ਤੇ। ਠੀਕ ਹੈ ਜੀ, ਫਿਰ ਆਪਾਂ ਐਤਵਾਰ ਤੋਂ ਸ਼ੁੱਕਰਵਾਰ ਤੱਕ ਉਹੀ ਗੇੜੇ ਲਾਈ ਜਾਣੇ ਆ। ਸਾਡੇ ਕੋਲ ਸਮਾਂ ਹੈ ਨਹੀਂ ਆ ਇਹ ਚੀਜ਼ਾਂ ਸੋਚਣ ਦਾ, ਬਈ ਆਪਾਂ ਆਪਣੇ ਰੇਟ ਕਿੱਦਾਂ ਵਧਾਉਣੇ ਆ। ਜੇ ਤੁਸੀਂ ਕੁਝ ਦਿਨ ਵੀ ਟਰੱਕ ਖੜੇ ਕਰ ਦੋ ਨਾ, ਕ੍ਰਿਸਮਸ ਦੇ ਟਾਈਮ ਦੇ ਵਿੱਚ ਹੀ ਜਲੂਸ ਨਿਕਲ ਜਾਂਦਾ ਇਹਨਾਂ ਦਾ। ਜਲੂਸ ਆ ਹੁਣ ਬੰਦਿਆਂ ਨੇ ਇੰਡੀਆ ਜਾਣਾ ਸੀਗਾ, ਚਲੋ ਮੈਂ ਇਹ ਨਹੀਂ ਕਹਿੰਦਾ ਵੀ ਹੁਣ ਉਹ ਜਾਣ ਨਾ, ਪਰ ਜਿਹੜੇ ਪਲਾਨ ਕਰ ਰਹੇ, ਤੁਹਾਨੂੰ ਪਤਾ ਕੰਪਨੀਆਂ ਦੇ ਵਿੱਚ ਇਸ ਚੀਜ਼ ਦੀ ਪਲੈਨਿੰਗ 3-4 ਮਹੀਨੇ ਤੋਂ ਚੱਲਣ ਲੱਗ ਜਾਂਦੀ ਆ। ਇੰਨੇ ਬੰਦਿਆਂ ਨੇ ਇੰਨੇ ਚਿਰ ਲਈ ਜਾਣਾ, ਆਪਾਂ ਟਰੱਕ ਤੇ ਇਹਨੂੰ ਕਰਨਾ ਇੱਦਾਂ, ਇੱਥੋਂ ਬੰਦਾ ਲੈ ਆ ਕਰ ਲਾ। ਉਹ ਕਿਉਂ? ਲੋਡ ਹੁੰਦੇ ਆ ਤੇ ਤਾਂ ਹੀ ਆ ਨਾ, ਨਹੀਂ ਤੇ ਉਹ ਸਲੋ ਟਾਈਮ ਥੋੜ੍ਹੀ ਹੁੰਦਾ ਆ। ਜੋ ਇਹ ਵੀ ਤਾਂ ਕਹਿ ਸਕਦੇ ਆ ਵੀ ਚੱਲ ਕੋਈ ਨਹੀਂ ਸਲੋ ਟਾਈਮ ਆ, ਬੰਦੇ ਇੰਡੀਆ ਚੱਲੇ 2 ਮਹੀਨੇ, ਟਰੱਕ ਖਲੋਤਾ ਵੀ ਖਲੋਣ ਦਿੰਦੇ ਅਗਲੇ ਹਾਇਰ ਕਰ ਲੈਂਦੇ ਬੰਦੇ ਇੰਡੀਆ ਤੋਂ ਵਾਪਸ। ਕਈ ਮੁੜ ਕੇ ਸੇਮ ਕੰਪਨੀ 'ਚ ਆਉਂਦੇ ਆ, ਕਈ ਨਹੀਂ ਆਉਂਦੇ। ਜਿਹੜੇ ਆਉਂਦੇ ਉਹਨਾਂ ਨੂੰ ਹੋਰ ਟਰੱਕ ਚੁੱਕ ਕੇ ਦੇ ਦਿੰਦੇ ਆ। 2.5 ਲੱਖ ਦਾ ਟਰੱਕ ਚੁੱਕ ਕੇ ਅੱਜ, 70 ਹਜ਼ਾਰ ਦਾ ਟ੍ਰੇਲਰ ਚੁੱਕ ਕੇ ਅੱਜ, ਤੇ ਤੁਸੀਂ ਇਹ ਦੱਸੋ ਇੰਸ਼ੋਰੈਂਸਾਂ ਸਾਰਾ ਕੁਝ ਭਰਾ ਕੇ ਵੀ ਉਹ ਜੇ ਪੈਸੇ ਕਮਾਉਂਦੇ ਆ, ਪੈਸੇ ਬਣਦੇ ਆ, ਤੇ ਇੰਨੇ ਮਹਿੰਗੇ ਇਕਵਿਪਮੈਂਟ ਚੁੱਕਦੇ ਆ। ਤੁਹਾਡੇ ਮੇਰੇ ਵਰਗੇ ਦਾ ਇੱਕ ਟਰੱਕ ਆ, ਵਕਤ ਪਿਆ ਹੁੰਦਾ ਆ, ਉਹਦੀਆਂ ਹੀ ਕਿਤੇ ਕੋਈ 4 ਪੇਰਾਂ ਨਿਕਲ ਆਉਂਦੀਆਂ ਤਾਂ ਧੂਆਂ ਨਿਕਲ ਜਾਂਦਾ ਬੰਦੇ ਦਾ ਨਾਸਾਂ ਥਣੀ।
ਸੋ ਸਮਝਿਆ ਕਰੋ ਚੀਜ਼ਾਂ ਨੂੰ। ਪਬਲਿਕ ਦੇ ਵਿੱਚ ਲੋਕ ਕੀ ਕਹਿੰਦੇ ਆ, ਮੇਰੇ ਬਾਰੇ ਮਾੜਾ ਚੰਗਾ ਬੋਲਦੇ ਆ ਜਾਂ ਕਿਸੇ ਹੋਰ ਬਾਰੇ, ਉਹਨਾਂ ਚੀਜ਼ਾਂ ਵੱਲ ਧਿਆਨ ਨਾ ਦੇ ਕੇ ਕਿਉਂ ਨਾ ਆਪਾਂ ਇਹ ਸੋਚੀਏ ਵੀ ਆਪਾਂ ਆਪਣੇ ਫਿਊਚਰ ਦੀ ਕੋਈ ਪਲੈਨਿੰਗ ਕਰ ਲਈਏ। ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ, ਪਰਸਨਲ ਜ਼ਿੰਦਗੀ ਦੇ ਵਿੱਚ ਕੀ ਉਹ ਇੰਜੋਏ ਕਰਦਾ, ਕੀ ਉਹ ਕਰਦਾ ਆ, ਕਿਉਂ ਆਪਾਂ ਇੱਕ ਚੀਜ਼ ਨੂੰ ਜਿਹੜਾ ਆ ਟੌਂਚ ਕਰਕੇ ਕਿ ਉਸ ਬੰਦੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੀਏ। ਕਿ ਇੰਨਾ ਸਮਾਂ ਹੈਗਾ ਸਾਡੇ ਕੋਲ ਯਾਰ? ਚੰਗੀ ਗੱਲ ਕਰਨ ਦਾ ਸਮਾਂ ਨਹੀਂ ਹੈਗਾ, ਪਰ ਮਾੜੀ ਗੱਲ ਨੂੰ ਕੈਚ ਕਰਕੇ ਉਹ ਪ੍ਰੈਜ਼ੈਂਟ ਕਰਨ ਦਾ ਆਪਣੇ ਕੋਲ ਸਮਾਂ ਹੈਗਾ ਆ। ਕਿਉਂ ਬਈ? ਸੋ ਪਲੀਜ਼ ਕੋਸ਼ਿਸ਼ ਇਹ ਕਰਿਆ ਕਰੋ, ਸੁਣਿਆ ਕਰੋ, ਮੇਰੀ ਵੀ ਸੁਣਿਆ ਕਰੋ, ਉਹਦੀ ਵੀ ਸੁਣਿਆ ਕਰੋ, ਦੂਜੇ ਦੀ, ਤੀਜੇ ਦੀ, ਪਰ ਪਰਿਵਾਰ 'ਚ ਬਹਿ ਕੇ ਆਪਣੇ ਫੈਸਲੇ ਲਿਆ ਕਰੋ, ਘਰਾਂ ਦੇ ਵਿੱਚ ਬਹਿ ਕੇ ਫੈਸਲੇ ਲਿਆ ਕਰੋ। ਇਹ ਗੱਲਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਆ, ਮੈਂ ਤੁਹਾਨੂੰ ਫੇਰ ਕਹਿਣਾ ਆ, ਇਹ ਬਹੁਤ ਚੰਗੀ ਚੀਜ਼ ਵੀ ਆ ਆਪਣਾ ਸੁਨੇਹਾ ਲਾਉਣ ਨੂੰ, ਤੇ ਬੜੀ ਮੰਦੀ ਚੀਜ਼ ਵੀ ਆ। ਇਹ ਬੰਦਿਆਂ ਨੂੰ ਸੁਸਾਈਡ ਤੱਕ ਕਰਵਾ ਗਿਆ। ਬੜੇ ਕੇਸ ਆਏ ਸੀਗੇ ਕਿਸੇ ਟਾਈਮ ਦੇ ਵਿੱਚ, ਜਦੋਂ ਨਵਾਂ ਇਹ ਉਦੋਂ ਔਰਕੁੱਟ, ਹਾਈ ਫਾਈਵ, ਉਦੋਂ ਇਹੋ ਜਿਹੀਆਂ ਚੀਜ਼ਾਂ ਚੱਲੀਆਂ ਸੀ, ਜਦੋਂ ਅਸੀਂ ਵੀ ਮਾੜੇ ਜਵਾਨ ਹੋਏ ਹਾਂ। ਉਦੋਂ ਯਾਹੂ ਮੈਸੇਂਜਰ ਘਰੇ, ਉਦੋਂ BSNL ਦੇ ਇੰਟਰਨੈਟ ਚੱਲਦੇ ਹੁੰਦੇ ਸੀਗੇ, ਬਰੋਡਬੈਂਡ। ਸੋ ਉਹਨਾਂ ਦਿਨਾਂ ਦੇ ਵਿੱਚ ਮੁੰਡਿਆਂ ਨੇ ਸੁਸਾਈਡ ਕਰ ਲਏ ਸੀਗੇ, ਇੱਦਾਂ ਦੇ ਹਾਲਾਤ ਬਣ ਗਏ ਸੀਗੇ। ਇਹਨੂੰ ਇੱਕ ਟਾਈਮ ਪਾਸ ਤੱਕ ਰੱਖਿਆ ਕਰੋ, ਇਹਨੂੰ ਨਿੱਜੀ ਜ਼ਿੰਦਗੀਆਂ ਦੇ ਨਾਲ ਨਾ ਜੋੜਿਆ ਕਰੋ। ਇੰਨੇ ਕੁ ਕੰਮ ਕਰਨ ਵਾਲੇ ਪਏ ਆ, ਉਹ ਕਰਕੇ ਵੇਖੋ, ਕਰਕੇ ਵਿਖਾਓ। ਇਹਨਾਂ ਚੀਜ਼ਾਂ ਦੇ ਨਾਲ ਨਾ ਮੱਥੇ ਮਾਰੋ। ਇਹ ਸਿਰਫ ਮੈਂ ਟਿਕਟੌਕ ਦੇ ਉੱਤੇ 11,000 ਬੰਦਾ ਫੋਲੋ ਕਰਦਾ, ਮੈਂ ਕਦੀ ਇਸ ਚੀਜ਼ ਕਰਕੇ ਟਿਕਟੌਕ ਬਣਾਈ ਵੀ ਮੇਰੇ ਫੋਲੋਅਰ ਵੱਧ ਜਾਣਗੇ। ਮੈਂ ਤੇ ਕੋਈ ਗੱਲ ਕਰਨੀ ਹੁੰਦੀ ਆ ਤੇ ਚਲੋ ਤੰਬੜ ਸਾਹਿਬ ਹੋਣਾ ਦਾ ਧੰਨਵਾਦ ਹੈ ਜਿਨ੍ਹਾਂ ਨੇ ਤੁਹਾਡੇ ਰੂਬਰੂ ਹੋਣ ਦਾ ਸਾਨੂੰ 2 ਘੰਟੇ ਮੌਕਾ ਦੇਤਾ। ਆਪਾਂ ਤੁਹਾਡੇ ਤੱਕ ਆਪਣੀ ਗੱਲਬਾਤ ਰੱਖ ਜਿਆ ਕਰਨੀ ਆ। ਮੇਰੇ ਵੱਲੋਂ ਦੀ ਹੁਣ ਮੈਂ ਇੱਥੋਂ ਬਾਹਰ ਨਿਕਲ ਕੇ ਹੁਣ ਡਿਲੀਟ ਕਰ ਦਿੰਦੇ ਆ ਟਿਕਟੌਕ ਜੀ। ਮੈਂ ਕਿਹੜਾ ਉੱਤੋਂ ਕੋਈ ਸਟਾਰ ਬਣਨਾ, ਸਮਾਂ ਨਹੀਂ ਹੈਗਾ ਕਿਸੇ ਕੋਲ। ਭਾਵੇਂ ਉਹਦੇ ਤੇ ਤੁਸੀਂ 60 ਸਕਿੰਟ ਦੀ ਵੀਡੀਓ ਵੀ ਪਾਉਂਦੇ ਆ ਨਾ, ਉਹਦੇ ਲਈ ਵੀ ਤੁਹਾਨੂੰ ਸਮਾਂ ਕੱਢਣਾ ਪੈਂਦਾ ਆ ਵੀ ਮੈਂ ਆਹ ਚੀਜ਼ ਯਾਰ ਮੇਰੇ ਦਿਮਾਗ 'ਚ ਆਈ, ਮੈਂ ਬੋਲ ਕੇ ਪਾ ਦੇਵਾਂ। ਇਹ ਹਾਰੀ ਸਾਰੀ ਦਾ ਕੰਮ ਨਹੀਂ ਆ। ਆਪਣੇ ਫੇਸ ਦੇ ਨਾਲ, ਓਰੀਜਨਲ ਨਾਂ ਦੇ ਨਾਲ ਮੈਂ ਆਪਣੀ ID ਫੋਲ ਕੇ ਤੁਹਾਨੂੰ ਨਾ ਸਕਰੀਨਸ਼ਾਟ ਖਿੱਚ ਕੇ ਦਿਖਾ ਦੂੰਗਾ। ਉਹਦੇ ਵਿੱਚ ਮੈਨੂੰ ਨਹੀਂ ਉਮੀਦ ਕਿ 100 ਬੰਦਾ ਵੀ ਓਰੀਜਨਲ ਹੋਊਗਾ, 100-150 ਬੰਦਾ ਓਰੀਜਨਲ ਹੋਊਗਾ ਜਿਹੜੇ ਬੰਦੇ ਮੈਨੂੰ ਕਮੈਂਟ ਕਰਦੇ ਆ, ਜਾਂ ਉਹ ਜਿੰਨੇ ਕਿਸੇ ਦੀ ID ਦਾ ਮੂੰਹ ਮੱਥਾ ਹੀ ਨਹੀਂ ਹੈਗਾ। ਬਿਲਕੁਲ ਬੰਦੇ ਸੱਚੇ ਹੋਣਗੇ ਪਿੱਛੇ ਬੈਠੇ ਜਿਨ੍ਹਾਂ ਨੇ ਆਈਡੀਆਂ ਬਣਾਈਆਂ, ਪਰ ਕੋਈ ਆਪਣੀ ਆਇਡੈਂਟੀਟੀ ਤੁਹਾਨੂੰ ਦਿਖਾ ਕੇ ਰਾਜੀ ਨਹੀਂ ਆ। ਜਿਹੜਾ ਬੰਦਾ ਆਪਣਾ ਸਰੀਰ ਲੈ ਕੇ, ਆਪਣੀ ਆਇਡੈਂਟੀਟੀ ਲੈ ਕੇ ਤੁਹਾਡੇ ਸਾਹਮਣੇ ਆ ਕੇ ਬੈਠਾ, ਉਹ ਤੁਹਾਡੇ ਨਾਲ ਕੀ ਝੂਠ ਮਾਰੂਗਾ ਯਾਰ? ਉਹ ਤੁਹਾਡੇ ਤੋਂ ਕਿਹੜਾ ਫੇਮ ਲਊਗਾ? ਜਾਂ ਜੇ ਕੋਈ ਇਹੋ ਜਿਹੀ ਗੱਲਬਾਤ ਹੋ ਜਾਂਦੀ ਆ, ਉਹ ਕੀ ਇਹੋ ਜਿਹਾ ਕਰ ਦੂਗਾ ਆਪਣੀ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਕੋਈ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਮਹੀਨੇ 'ਚ, 15 ਦਿਨਾਂ 'ਚ ਜਾਂ ਕੁਝ ਘੰਟਿਆਂ 'ਚ ਬਦਲ ਜਾਣਾ? ਨਹੀਂ, ਕੋਈ ਬੰਦਾ ਇੱਥੇ ਨਹੀਂ ਬਣਿਆ ਇਸ ਧਰਤੀ ਦੇ ਉੱਤੇ, ਕੋਈ ਬੰਦਾ ਇਹੋ ਜਿਹਾ ਨਹੀਂ ਆ ਵੀ ਜਿਹੜਾ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਠੀਕ ਕਰ ਦੇ। ਠੀਕ ਹੋਣਾ ਸਿਸਟਮ 'ਚ ਰਹਿ ਕੇ, ਸਿਸਟਮ ਦੇ ਨਾਲ ਲੜ ਕੇ, ਚਾਹੇ ਉਹ ਕੈਨੇਡਾ, ਅਮਰੀਕਾ, ਇੰਡੀਆ, ਚਾਹੇ ਉਹ ਪਾਕਿਸਤਾਨ, ਕਿੱਥੇ ਮਰਜ਼ੀ ਚਲ ਜਾਓ, ਤੁਹਾਨੂੰ ਸਿਸਟਮ ਦੇ ਵਿੱਚ ਲੈ ਕੇ ਲੜਨਾ ਪੈਣਾ ਆ। ਤੇ ਸਿਸਟਮ ਕਰਪਟ ਹੈਗਾ ਆ, ਸਿਸਟਮ ਕਿਤੇ ਦਾ ਵੀ ਠੀਕ ਨਹੀਂ ਹੁੰਦਾ, ਸਿਸਟਮ ਨੂੰ ਠੀਕ ਕਰਨਾ ਪੈਂਦਾ। ਕੁਝ ਇੱਦਾਂ ਦੀਆਂ ਮਜਬੂਰੀਆਂ ਬਣਾ ਦਿਓ, ਡੇ ਬਾਏ ਡੇ ਕੁਛ ਇੱਦਾਂ ਦਾ ਕੰਮ ਕਰੋ, ਮਜਬੂਰੀਆਂ ਬਣਾ ਦਿਓ ਵੀ ਸਰਕਾਰ ਨੂੰ ਤੁਹਾਡੀ ਗੱਲ ਸੁਣਨੀ ਪਵੇ ਵੀ ਹਾਂ ਯਾਰ ਟਰੱਕਰ ਆਹ ਚੀਜ਼ ਤੋਂ ਪਰੇਸ਼ਾਨ ਆ। ਕਿਉਂਕਿ ਪਤਾ ਉਹਨਾਂ ਨੂੰ ਵੀ ਆ, ਪਰ ਉਹਨਾਂ ਤੱਕ ਕੋਈ ਗੱਲ ਨਹੀਂ ਪਹੁੰਚਾ ਰਿਹਾ। ਅਗਲਾ ਕਹਿੰਦਾ ਜਿੰਨਾ ਚਿਰ ਚੱਲੀ ਜਾਂਦਾ ਚੱਲੀ ਜਾਵੇ, 4 ਸਾਲ ਆ, 4 ਸਾਲ ਅਗਲੇ, ਮੁੜ ਕੇ ਠੀਕ ਆ ਪੈਨਸ਼ਨ ਲੱਗ ਜਾਣੀ, ਮੈਂ ਕੀ ਲੈਣਾ। ਪਰ ਮੈਂ ਲੈਣਾ ਬਈ, ਮੈਂ ਲੈਣਾ, ਕਿਉਂਕਿ ਮੇਰੇ ਨਿਆਣੇ ਅਜੇ ਛੋਟੇ ਆ। ਮੈਂ ਕੱਲ ਨੂੰ ਆਪਣੇ ਨਿਆਣਿਆਂ ਨੂੰ ਕੀ ਮੂੰਹ ਵਿਖਾਊਂਗਾ? ਫਿਰ ਟਰੱਕ ਹੀ ਚਲਾ ਛੱਡਿਆ ਸਾਰੀ ਉਮਰ, ਕੀਤਾ ਕੀ? ਉਹ ਕਹਿਣ ਵਾਲੇ ਆਹ ਗੱਲ ਕਹਿ ਦਿੰਦੇ ਹੁੰਦੇ ਆ ਵੀ ਟਰੱਕ ਹੀ ਚਲਾ ਛੱਡਿਆ, ਕੀਤਾ ਕੀ? ਇਹ ਟਰੱਕ ਚਲਾਉਣਾ ਕੋਈ ਕੰਮ ਹੀ ਨਹੀਂ ਗਾ ਯਾਰ। ਇਹ ਟਰੱਕ ਚਲਾਉਣ ਦੀ ਕੋਈ ਜੌਬ ਨਹੀਂ ਹੈਗੀ। ਆਪਾਂ ਨੂੰ ਇੱਦਾਂ ਦਾ ਇੱਕ ਵਿਤਕਰੇ ਜਿਹੇ ਵਾਲਾ ਜਾਂ
ਇੱਕ ਆ ਕੁਝ ਗਵਈਏ ਹੋ ਗਏ, ਮਤਲਬ ਜਿਹੜੀ ਚੱਲ ਟਰੱਕ ਵਾਲੇ ਗੱਲ, ਕਿਉਂਕਿ ਅਮਰੀਕਾ ਦੇ ਜਿਹੜੇ ਟਰੱਕਰ ਆ ਉਹਨਾਂ ਦੀ ਬੁੱਕ ਤੇ ਪੈਸੇ ਬਣਦੇ ਆ, ਸਾਡੇ ਪੈਸੇ ਨਹੀਂ ਬਣਦੇ। ਠੀਕ ਆ, ਸੋ ਪੈਸੇ ਬਣਾਉਣ ਦਾ ਇਹੀ ਇੱਕ ਤਰੀਕਾ, ਜਾਂ ਆਪਣੀਆਂ ਅਥਾਰਟੀਆਂ ਤੇ ਆ। ਮੈਂ ਖੁਦ ਨਹੀਂ ਆਪਣੀਆਂ ਅਥਾਰਟੀਆਂ ਤੇ ਹੈਗਾ, ਮੈਂ ਖੁਦ ਇੱਕ ਕੰਪਨੀ ਦੇ ਨਾਲ ਬਾਉਂਡ ਹੋਇਆ ਪਿਆ ਆ। ਮੈਂ ਕਿਸੇ ਕੰਪਨੀ ਦੇ ਸਟਿੱਕਰਾਂ ਦੇ ਉੱਤੇ ਜਿਹੜਾ ਕੰਮ ਕਰਦਾ ਉਹਦੀਆਂ ਪਲੇਟਾਂ ਲਾਈਆਂ ਹੋਈਆਂ ਨੇ। ਮੈਂ ਆਪਣੀ, ਜੇ ਮੈਂ ਇਹ ਸਲਾਹ ਵੇਖੋ, ਜੇ ਮੈਂ ਆਪਣਾ ਵੱਖਰੇ ਜਿਹੜੇ ਆ ਨਾ ਉਹ ਲਈ ਹੋਵੇ ਅਥਾਰਟੀਆਂ ਸਾਰਾ ਕੁਝ, ਤੇ ਮੈਂ ਸ਼ਾਇਦ ਇਹ ਗੱਲ ਤੁਹਾਨੂੰ ਸਲਾਹ ਦਿੰਦਾ ਵੀ ਚੰਗਾ ਲੱਗਦਾ, ਪਰ ਇਹ ਮਾੜੀ ਗੱਲ ਨਹੀਂ ਹੈ। ਜਿਹੜਾ ਕਰ ਸਕਦਾ ਆ, ਆਪਦਾ ਟ੍ਰੇਲਰ ਲੈ ਸਕਦਾ, ਆਪਦਾ ਟਰੱਕ ਲੈ ਸਕਦਾ, ਆਪਦੀਆਂ ਅਥਾਰਟੀਆਂ ਲੈ ਸਕਦਾ, ਉਹਦੇ ਨਾਲ ਦੀ ਰੀਸ ਨਹੀਂ ਗੀ ਕੋਈ ਵੀ, ਕਿਉਂਕਿ ਜਿੰਨੇ ਕੁ ਬੰਦਿਆਂ ਨੇ ਲਈ। ਪਰ ਹੈਡਕ, ਸਿਰਦਰਦੀਆਂ, ਲੋਡ ਲੱਭਣਾ, ਚੁੱਕਣਾ, ਉਹਨੂੰ ਡਿਸਪੈਚ ਕਰਨੀ, ਉਹਦੇ ਕੋਲੋਂ ਪੁੱਛਣਾ ਗਿੱਛਣਾ, ਉਹ ਮਤਲਬ ਆਪਾਂ ਈਜ਼ੀ ਜੌਬ ਵੀ ਭਾਲਦੇ ਹਾਂ। ਨਾਲ ਯਾਰਡ 'ਚੋਂ ਨਿਕਲਣਾ ਜਾਂ ਡਿਲੀਵਰੀ ਕਰਨੀ, ਪਿਕਅਪ ਕਰਨੀ, ਯਾਰਡ 'ਚ ਲਿਆ ਕੇ ਲਾ ਦੇਣਾ, ਘਰ ਨੂੰ ਚੱਲ ਜਾਣਾ। ਉਹਦੇ ਨਾਲ ਫਰਕ ਕੀ ਪੈਂਦਾ, ਤੁਸੀਂ ਗੇੜੇ ਛੋਟੇ ਕਰ ਲਓਗੇ, ਛੋਟਾ ਲੋਡ ਲਾ ਕੇ ਆਓਗੇ, ਟਾਈਮ ਨਾਲ ਘਰੇ ਆ ਜਾਓਗੇ, ਡਿਲੀਵਰੀ ਕਰ ਲੋਗੇ, ਲੋਕਲ ਆ ਕੇ ਲੋਕਲ ਪਿਕਅਪ ਕਰ ਲੋਗੇ। ਪਰ ਉਹ ਚੀਜ਼ ਜਿਹੜੀ ਆ ਨਾ, ਉਹ ਚੀਜ਼ ਸਾਨੂੰ ਡਿਸਾਈਡ ਕਰਨੀ ਪੈਣੀ ਆ ਵੀ ਆਪਾਂ ਕਿਹੜੇ ਹਿਸਾਬ ਦੇ ਨਾਲ ਕੀ ਕੰਮ ਕਰਨਾ ਆਪਣੀ ਜ਼ਿੰਦਗੀ 'ਚ। ਕਿਉਂਕਿ ਮੈਂ ਇਹ ਗੱਲ ਤਾਂ ਕਹਿਣਾ ਹੁੰਦਾ ਵੀ ਕੋਈ ਸੌਖਾ ਕੰਮ ਟਰੱਕਿੰਗ ਨਾ, ਮੇਰੇ ਲਈ ਟਰੱਕ ਚਲਾਉਣਾ ਹੀ ਸੌਖਾ ਆ। ਯਾਨੀ ਮੈਂ ਆਪਣੇ ਆਪ ਨੂੰ ਕੰਫਰਟ ਜ਼ੋਨ ਜਿਹਦੇ ਰੱਖਦਾ ਆ। ਆਹ ਕੰਮ ਰੇਡੀਓ, ਟੀਵੀ ਜਾਂ ਹੋਰ ਇਹਨਾਂ ਦੀਆਂ ਚੀਜ਼ਾਂ, ਇਹਨਾਂ ਨੂੰ ਮੈਂ ਕਤਰਾਉਂਦਾ ਜਿਹਾ ਹੁੰਦਾ ਸੀਗਾ। ਅੱਜ ਵੀ ਕਤਰਾਉਣਾ ਕਈ ਵਾਰੀ ਕਿ ਕਿਤੇ ਕੋਈ ਲਫ਼ਜ਼ ਨਾ ਕੋਈ ਇਹੋ ਜਿਹਾ ਮੂੰਹ ਚੋਂ ਨਿਕਲ ਜੇ ਵੀ ਜਿਹੜੀਆਂ 1.5 ਘੰਟੇ ਚੰਗੀਆਂ ਕੀਤੀਆਂ ਉਹਨਾਂ ਦਾ ਮੁੱਲ ਕੋਈ ਨਹੀਂ। ਮੁੜ ਕੇ ਕਿਤੇ ਐਂਡ ਤੇ ਆ ਕੇ ਇੱਕ ਅੱਧੀ ਗੱਲ ਗੁੱਸੇ 'ਚ ਆ ਕੇ ਜਾਂ ਇਮੋਸ਼ਨਲ ਹੋ ਕੇ ਜਾਂ ਕਿਸੇ ਦੇ ਪ੍ਰਤੀ ਕੋਈ ਗੱਲਬਾਤ ਜਿਹੜੀ ਆ ਨਾ ਕਰ ਦਿੱਤੀ ਜਾਵੇ। ਉਹ 24 ਜੁਲਾਈ ਨੂੰ ਜਿੱਥੇ ਮੈਂ ਮਹਾਰਾਜ ਦੀ ਕਿਰਪਾ ਨਾਲ 800-900 ਬੰਦੇ ਦਾ ਇਕੱਠ ਕੀਤਾ ਸੀਗਾ, ਉੱਥੇ ਗੱਲ ਸੀਗੀ, ਉਹ ਵੀਡੀਓ ਇੱਕ ਬੜੀ ਵਾਇਰਲ ਹੋਈ ਕਿ ਨਾ ਵੀ ਕੰਪਨੀਆਂ ਵਾਲਿਓ ਤੁਸੀਂ ਮਤਲਬ ਬੰਦੇ ਬਣ ਜਾਓ, ਨਹੀਂ ਤਾਂ ਤੁਹਾਨੂੰ ਬੰਦੇ ਬਣਾ ਕੇ ਛੱਡਾਂਗੇ, ਹੈ ਨਾ, ਨਹੀਂ ਤਾਂ ਤੁਹਾਨੂੰ ਬੰਦੇ ਬਣਾਵਾਂਗੇ। ਉਹ ਇੰਟੈਂਸ਼ਨਲੀ ਕੋਈ ਕਿਸੇ ਨੂੰ ਗਾਲ ਤੇ ਕੱਢੀ ਨਹੀਂ, ਇੰਟੈਂਸ਼ਨਲੀ ਕਿਸੇ ਨੂੰ ਇੱਕ ਕੰਪਨੀ ਦਾ ਜ਼ਿਕਰ ਕਰਕੇ ਤੇ ਕਿਹਾ ਨਹੀਂ ਵੀ ਹਾਂ ਵੀ ਫਲਾਣੀ ਕੰਪਨੀ ਵਾਲਿਆ ਤੂੰ ਬੰਦਾ ਬਣ ਜਾ ਜਾਂ ਤੈਨੂੰ ਬੰਦਾ ਬਣਾ ਕੇ ਛੱਡਾਂਗੇ, ਹੈ ਨਾ। ਉਹਨਾਂ ਨੂੰ ਦੁੱਖ ਲੱਗਾ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਜਿਹੜੇ ਘੱਟ ਪੇ ਕਰਦੇ ਆ, ਜਿਹੜੇ ਪੈਸੇ ਮਾਰਦੇ ਆ, ਜਿਹੜੇ ਲੋਕਾਂ ਨਾਲ ਧੱਕਾ ਕਰਦੇ ਆਪਣੇ ਡਰਾਈਵਰ ਭਾਈਚਾਰੇ ਦੇ ਨਾਲ। ਹੁਣ ਉਹ ਮੈਂ 100 ਬੰਦੇ ਦਾ ਨਾਂ ਲਿਖ ਕੇ ਵਿੱਚੋਂ 20-25 ਬੰਦੇ ਲੱਭਣੇ ਤੇ ਮੇਰੇ ਲਈ ਸੌਖੇ ਹੈ ਨਹੀਂ ਕਿ ਵੀ ਕਿਹੜੇ ਗਲਤ ਕਰਦੇ ਕਿਹੜੇ ਸਹੀ ਕਰਦੇ ਆ। ਹੁਣ ਮੇਰੇ ਕੋਲੋਂ ਤੇ ਉੱਥੇ ਫਲੋ ਦੇ ਵਿੱਚ ਇੱਕ ਗੱਲ ਕਹੀ ਗਈ, ਉਹ ਜਿਹੜੀਆਂ ਬਾਕੀ ਇੰਨੀਆਂ ਗੱਲਾਂ ਕਹੀਆਂ ਗਈਆਂ ਅੱਧੇ ਪੌਣੇ ਘੰਟੇ ਦੇ ਵਿੱਚ, ਉਹ ਗੱਲਾਂ ਪਤਾ ਨਹੀਂ ਕਿੱਥੇ ਗਈਆਂ, ਪਰ ਆਹ ਗੱਲ ਸਾਹਮਣੇ ਆ ਗਈ ਸਾਹਮਣੇ ਵੀ ਆਹ ਚੀਜ਼ ਇੱਦਾਂ ਕਿਉਂ ਕਹੀ ਗਈ ਆ। ਸੋ ਹਰ ਇੱਕ ਗੱਲ ਦਾ ਇੱਕ ਹੱਲ ਹੁੰਦਾ, ਉਹ ਤੁਹਾਡੇ ਨਾਲ ਬਹਿ ਕੇ ਹੁੰਦਾ, ਤੁਹਾਡੇ ਨਾਲ ਗੱਲਬਾਤ ਕਰਕੇ ਹੁੰਦਾ। ਠੀਕ ਹੈ ਜੀ, ਉਹ ਰੌਲਾ ਪਾ ਕੇ ਨਹੀਂ ਹੁੰਦਾ ਵੀ ਆਹ ਕਰ ਦਾਂਗੇ ਜਾਂ ਕਰ ਦਾਂਗੇ, ਉਹ ਹੋ ਜਾਊਗਾ ਉਹ ਹੋ ਜਾਊਗਾ। ਨਹੀਂ, ਬੈਠੋ, ਜੇ ਕਿਸੇ ਨੇ ਕੋਈ ਗਲਤੀ ਕੀਤੀ ਵੀ ਆ ਉਹਨੂੰ ਫੋਨ ਲਾ ਲਓ, ਬੈਠੋ ਗੱਲ ਕਰ ਲਓ। ਜਾਂ ਤੇ ਨਾ ਅਗਲਾ ਬੰਦਾ ਵੀ ਤੁਹਾਡੇ ਤੇ ਦਹਾੜੀ ਜਾਂਦਾ ਆ ਵੀ ਤੂੰ ਕੌਣ ਆ ਤੇ ਮੈਂ ਕੌਣ ਆ। ਨਹੀਂ, ਉਹ ਚੀਜ਼ਾਂ ਦੇ ਹੱਲ ਹੁੰਦੇ ਆ। ਸੋ ਚੀਜ਼ਾਂ ਦੇ ਹੱਲਾਂ ਤੋਂ ਯਾਦ ਆਇਆ ਵੀ ਜੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਬਿਲਕੁਲ ਤੁਹਾਡੇ ਨਾਲ ਜਿਹੜਾ ਆ ਰੂਬਰੂ ਹੋਵਾਂਗੇ। ਸੋ ਬ੍ਰੇਕ ਲੈਣ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਹਾਂ। ਜਦੋਂ ਆਪਾਂ ਕਿਸੇ ਵੀ ਰੂਟ ਦੇ ਉੱਤੇ ਟਰੱਕ ਚਲਾਉਂਦੇ ਆ ਨਾ, ਮੇਰੇ ਦਿਮਾਗ 'ਚ ਗੱਲ ਆ ਗਈ ਆ, ਕਿਸੇ ਵੀ ਰੂਟ ਦੇ ਉੱਤੇ ਆਪਾਂ ਟਰੱਕ ਚਲਾਉਂਦੇ ਆ, ਉਸ ਸਟੇਟ ਦੇ ਵਿੱਚ ਲੰਘਣ ਤੋਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਗੂਗਲ ਦੇ ਉੱਤੇ ਜਾ ਕੇ ਉਹ ਸਟੇਟ ਦੇ ਲਾਅ ਜ਼ਰੂਰ ਪੜ੍ਹਿਆ। ਉੱਦਾਂ ਮੋਸਟਲੀ 90 ਤੋਂ 95% ਸੇਮ ਹੀ ਹੁੰਦੇ ਆ, ਪਰ ਨਾ ਕੁਝ ਕੁ ਸਟੇਟਾਂ ਦੇ ਵਿੱਚ ਨਾ, ਜਿੱਦਾਂ ਇੱਕ ਤੇ ਆਪਣੇ ਜਿਹੜੇ ਇੰਟਰਸਟੇਟ ਹੁੰਦੇ ਆ, ਉਹ ਤੇ ਕਈ ਵਾਰੀ ਆਪਾਂ ਨਾ ਹਾਈਵੇ ਲੈ ਕੇ ਜਾਂਦੇ ਹੁੰਦੇ ਆ,
ਛੋਟੇ ਜਿੱਦਾਂ ਹੁੰਦਾ ਟਰੱਕ ਰੂਟ ਹੀ ਆ, ਪਰ ਛੋਟੇ ਰੂਟ ਲੈ ਕੇ ਜਾਂਦੇ ਹੁੰਦੇ ਆ, ਉਹਨਾਂ ਬਾਰੇ ਨਾ ਮਾੜਾ ਜਿਹਾ ਕਈ ਵਾਰੀ ਪੜ੍ਹ ਲਿਆ ਕਰੋ, ਕਿਉਂਕਿ ਉਹਨਾਂ ਰੂਟਾਂ ਦੇ ਉੱਤੇ ਕਈ ਵਾਰੀ ਆਪਣੇ ਜਿਹੜੇ ਉਹਨਾਂ ਨੇ ਵੱਖਰੇ ਹੀ ਬਣਾਏ ਹੁੰਦੇ ਆ ਵੀ ਇਹਨੂੰ ਗ੍ਰੀਨ ਸਾਈਨ ਨੂੰ ਲਾ ਕੇ ਵੀ ਉਹ ਟਰੱਕ ਰੂਟ ਨੂੰ ਫੋਲੋ ਕਰਿਆ। ਕਿਉਂਕਿ ਵੀਰ ਇੱਕ ਮਿਲੇ ਮੈਨੂੰ 2-3 ਕੁ ਵੀਕਾਂ ਦੀ ਗੱਲ ਆ, ਸ਼ਹਿਰ ਸੀਗਾ ਮੈਰੀਅਨ ਓਹਾਇਓ, ਉੱਥੇ ਇੱਕ ਨਾ ਵਿੱਚ ਜੇ ਰੂਟ ਆ ਉਹ ਜੇ ਆਪਾਂ ਸਿੱਧੇ ਜਾਈਏ ਤਾਂ ਵੀ ਆਪਾਂ ਜਾ ਸਕਦੇ ਹਾਂ, ਪਰ ਉੱਥੇ ਕੀ ਸੀਗਾ ਵੀ ਆਪਾਂ ਰਾਈਟ ਮਾਰ ਕੇ ਲੈਫਟ ਮਾਰ ਕੇ ਫੇਰ ਲੈਫਟ ਮਾਰ ਕੇ ਰਾਈਟ ਮਾਰ ਕੇ ਜਦਾਂ ਐਂ ਕਰਕੇ ਡੱਬੀ ਜੀ ਬਣਾ ਕੇ, ਪਰ ਉਹ ਸਿੱਧੇ ਨਹੀਂ ਜਾ ਸਕਦੇ ਆਪਾਂ। ਉਹ ਵੀਰ ਹੁਣਾਂ ਨੇ ਪਿੱਛੇ ਸਾਈਨ ਨਹੀਂ ਵੇਖਿਆ, ਉਹਨਾਂ ਸਿੱਧਾ ਟਰੱਕ ਹੈ, ਉਹ 400 ਮੀਟਰ ਦੀ ਗੱਲ ਸੀਗੀ ਸਾਰੀ, ਹੈ ਨਾ, ਪਰ ਉਹ ਇੱਦਾਂ ਘੁੰਮ ਕੇ ਜਾ ਕੇ ਫਿਰ ਉਹਦੇ ਉੱਤੇ ਚੜ੍ਹਨਾ ਸੀਗਾ, ਤੇ ਉਹਨਾਂ ਨੇ ਉੱਥੇ ਜਾ ਕੇ ਉਹ ਸਟਕ ਹੋ ਗਏ। ਤੇ ਤਾਂ ਕਰਕੇ ਮੈਂ ਇਹ ਗੱਲ ਕੀਤੀ ਆ ਵੀ ਘੱਟੋ ਘੱਟ ਨਾ ਉਸ ਚੀਜ਼ ਬਾਰੇ ਪੜ੍ਹਿਆ ਜ਼ਰੂਰ ਕਰੋ, ਸਾਈਨ ਜ਼ਰੂਰ ਪੜ੍ਹਿਆ ਕਰੋ, ਸਾਈਨ ਕੋਈ ਵੀ ਜਿਹੜਾ ਮਿਸ ਨਾ ਕਰਿਆ ਕਰੋ, ਚਾਹੇ ਕਿਤੇ ਵੀ ਤੁਸੀਂ ਹਾਈਵੇ ਤੇ ਹੋਵੋ ਜਾਂ ਕਿਤੇ ਵੀ ਹੋਵੋ, ਸਾਈਨ ਜ਼ਰੂਰ ਪੜ੍ਹਿਆ ਕਰੋ। ਸੋ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨਾ ਜੁੜੇ ਰਹਿਣਾ, ਆਪਾਂ ਟਰੱਕ ਚਲਾਉਣਾ ਤੇ ਟਰੱਕਿੰਗ ਬਾਰੇ ਸਿੱਖਣਾ ਤੇ ਟਰੱਕਿੰਗ ਬਾਰੇ ਗੱਲਬਾਤ। ਆਪਾਂ ਅੱਜ ਆਪਣੇ 401 ਦੀ ਵੀ ਗੱਲ ਕਰਾਂਗੇ, ਅੱਜ ਆਪਾਂ ਬਾਰਡਰ ਦੇ ਰਿਲੇਟਡ ਵੀ ਇੱਕ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ। ਸੋ ਜਿਹੜੀ ਇਹ ਗੱਲਬਾਤ ਹੈ ਤੁਹਾਡੇ ਨਾਲ ਕੰਟੀਨਿਊ ਰਹਿਣੀ ਆ ਆਉਣ ਵਾਲਾ ਅਗਲਾ ਸਮਾਂ ਵੀ। ਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ ਜੀ। ਬਲਜਿੰਦਰ ਸਿੰਘ ਤੰਬਰੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਵਿਰਾਸਤ ਟੀਵੀ, ਟਰੱਕਿੰਗ ਟੂਡੇ ਟੀਵੀ ਤੇ ਵਿਰਾਸਤ ਰੇਡੀਓ ਤੁਸੀਂ ਵੱਖ-ਵੱਖ ਪਲੇਟਫਾਰਮ ਤੇ ਦੇਖਦੇ ਹੋ, ਸੁਣਦੇ ਹੋ। ਰਿਸਪੌਂਸ ਦੇਣ ਦਾ ਬਹੁਤ-ਬਹੁਤ ਧੰਨਵਾਦ। ਪਿਛਲੇ 20 ਸਾਲ ਤੋਂ ਤੁਸੀਂ ਰਿਸਪੌਂਸ ਦਿੰਦੇ ਆ ਰਹੇ ਹੋ, ਇੱਦਾਂ ਹੀ ਸਾਥ ਦੇਈ ਜਾਵੋ ਤੇ ਅਸੀਂ ਤੁਹਾਡੇ ਵਾਸਤੇ ਵੱਖ-ਵੱਖ ਪ੍ਰੋਗਰਾਮ ਲੈ ਕੇ ਆਵਾਂਗੇ। ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਸੇਵਾ ਕਰਦਾ, ਸੇਵਾ ਦੇ ਨਾਲ ਮਿਲਦਾ ਮੇਵਾ, ਪਰ ਸੇਵਾ ਕਰਨੀ ਵੀ ਬੜੀ ਔਖੀ ਆ, ਮਿਲਦੀ ਵੀ ਬੜੀ ਔਖੀ ਆ। ਜਦੋਂ ਆਪਾਂ ਕੈਨੇਡਾ ਵਿੱਚ ਲੈਂਡ ਹੋਏ ਸੀ 40 ਸਾਲ ਪਹਿਲਾਂ 1979 ਦੇ ਵਿੱਚ, ਕਹਿੰਦੇ ਕੈਨੇਡਾ ਇਜ਼ ਬਿਲਟ ਬਾਈ ਵੋਲੰਟੀਅਰਸ। ਸੋ ਸਾਨੂੰ ਵੀ ਕਾਫੀ ਸੰਸਥਾ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ, ਸਕੂਨ ਬੜਾ ਮਿਲਦਾ ਤੇ ਨਿਮਰਤਾ ਬੜੀ ਮਿਲਦੀ ਆ। ਬੰਦਾ ਸਿੱਖਦਾ ਹੈ ਹਰ ਰੋਜ਼ ਕੁਝ ਨਾ ਕੁਝ। ਸਿੱਖ ਦਾ ਮਤਲਬ ਹੀ ਹੁੰਦਾ ਕੁਝ ਨਾ ਕੁਝ ਤੁਸੀਂ ਸਿੱਖਦੇ ਆ। ਸੋ ਰੱਬ ਨੇ ਬਹੁਤ ਕੁਝ ਦਿੱਤਾ ਸਾਨੂੰ, ਇੰਨੀ ਵਧੀਆ ਸੁੰਦਰ ਕੰਟਰੀ ਦੇ ਵਿੱਚ ਪਹੁੰਚਾ ਦਿੱਤਾ ਸਾਡੇ ਲੀਡਰਾਂ ਦੀ ਖਾਤਰ। ਉੱਥੇ ਸਾਡੇ ਵਾਸਤੇ ਕੁਝ ਨਹੀਂ ਕਰ ਸਕੀ, ਇੱਥੇ ਸਾਨੂੰ ਕੁਝ ਨਾ ਕੁਝ ਕਰਨ ਨੂੰ ਮਿਲਦਾ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ। ਤੇ ਇੱਥੇ ਦੀ ਸਰਕਾਰ ਥੋੜ੍ਹੀ ਟੇਕ ਕੇਅਰ ਬੜੀ ਕਰਦੀ ਆ। ਫਿਰ ਵੀ ਆਪਾਂ ਅੱਜ ਗੱਲਬਾਤ ਕਰਾਂਗੇ ਇੰਡੀਆ ਦੀ ਤੇ ਇੰਡੀਆ ਦੇ ਇੱਕ ਸੰਸਥਾ ਦੀ। ਉਹ ਸੰਸਥਾ ਜਿਹੜੀ ਹੈਗੀ ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਬੱਚਿਆਂ ਦੀ, ਬਜ਼ੁਰਗਾਂ ਦੀ, ਨੌਜਵਾਨਾਂ ਦੀ ਮਦਦ ਕਰਦੀ ਆ ਰਹੀ ਆ ਤੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਹਨਾਂ ਦੀ ਸਪੋਰਟ ਵੀ ਕਰਦੇ ਹੋ, ਸਪੋਰਟ ਕਰਦੇ ਰਿਹਾ ਕਰੋ। ਸੇਵਾ ਸੰਸਥਾ ਜਿਹੜੀ ਹੈਗੀ ਆ ਪ੍ਰਭ ਆਸਰਾ, ਮੈਂ ਉਹਦੀ ਗੱਲਬਾਤ ਕਰਨੀ ਆ। ਮੈਨੂੰ ਬੜੀ ਖੁਸ਼ੀ ਹੋਈ ਆ ਜਦੋਂ ਭੈਣ ਨੇ ਸਾਨੂੰ ਮੈਸੇਜ ਕੀਤਾ ਵੀ ਆਪਾਂ ਕੈਨੇਡਾ ਵਿੱਚ ਪਹੁੰਚ ਗਏ ਆ, ਕਿਉਂਕਿ ਇੱਦਾਂ ਦੇ ਇੰਟਰਵਿਊ ਮੈਂ ਲੱਭਦਾ ਰਹਿੰਦਾ ਹੁੰਦਾ ਵੀ ਆਪਾਂ ਵੀ ਕੁਝ ਨਾ ਕੁਝ ਕਰ ਸਕੀਏ। ਪਰ ਇੱਥੇ ਬੋਲ ਹੀ ਸਕਦੇ ਆ, ਹੌਕਾ ਭਰ ਸਕਦੇ ਆ, ਪਰ ਜਿਹੜੇ ਹੱਥੀਂ ਕੰਮ ਕਰਦੇ ਆ, ਕਈ ਵਾਰੀ ਕਿਸੇ ਦਾ ਬੱਚਾ ਹੱਸਦਾ ਖੇਡਦਾ ਹੋਵੇ ਨਾ, ਬੰਦਾ ਫਟ ਚੱਕ ਲੈਂਦਾ, ਜਦ ਵੀ ਰੋਣ ਲੱਗਦਾ ਫਟ ਦੂਸਰੇ ਪਾਸੇ ਫੜਾ ਦਿੰਦੇ ਵੀ ਹੁਣ ਭੈਣ ਜੀ ਤੁਸੀਂ ਸਾਂਭ ਲਵੋ, ਉਨਾ ਕੀ ਖੇਡਦਾ। ਜੇ ਕਿਤੇ ਕਿਸੇ ਹੋਰ ਬੱਚੇ ਦੀ ਨਲੀ ਆ ਜਾਏ ਬੰਦਾ ਤਾਂ ਵੀ ਹੋਤਰਾ ਜਿਹਾ ਕਰਦਾ। ਪਰ ਇਹ ਸੰਸਥਾ ਹੈ ਜਿਨ੍ਹਾਂ ਨੇ ਹਰ ਇੱਕ ਬੱਚੇ ਨੂੰ ਚੱਕਿਆ, ਕੋਈ ਰੋਂਦਾ ਹੋਵੇ, ਕੋਈ ਕਾਣਾ ਹੋਵੇ, ਕੋਈ ਅੰਨਾ ਹੋਵੇ, ਕੋਈ ਡਿਸੇਬਲ ਹੋਵੇ, ਹਰ ਇੱਕ ਦੀ ਮਦਦ ਕਰਦੇ ਹਨ। ਕਿੱਦਾਂ ਕਰਦੇ ਹਨ? ਸਾਡੇ ਸਟੂਡੀਓ ਵਿੱਚ ਸਾਡੀ ਭੈਣ ਰਜਿੰਦਰ ਕੌਰ ਜੀ ਪਹੁੰਚੇ ਹੋਏ। ਰਜਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ? ਪਹਿਲਾਂ ਕਿਰਪਾ ਵਾਹਿਗੁਰੂ ਜੀ ਤੇ ਆਪ ਜੀ ਸੁਣਾਓ ਕਿੱਦਾਂ? ਹਾਂ ਬਸ ਸਭ ਠੀਕ ਠਾਕ ਆ। ਸੋ ਆਪਾਂ ਸੰਸਥਾ ਦੀ ਹੀ ਗੱਲਬਾਤ ਕਰਨੀ ਆ, ਕਿਸ ਤਰ੍ਹਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਉਹਦੀ ਗੱਲਬਾਤ ਕਰਨੀ ਆ। ਆਪਣੀ ਥੋੜੀ ਸੰਸਥਾ ਬਾਰੇ ਦੱਸੋ। ਹਾਂਜੀ, ਪ੍ਰਭ ਆਸਰਾ ਬੇਸਹਾਰਾ, ਲਵਾਰਸ, ਗੁੰਮਸ਼ੁਦਾ, ਅਨਾਥ, ਲਾਚਾਰ
ਸਟ੍ਰੈਸ ਡਿਪਰੈਸ਼ਨ ਚ ਗਏ ਹੋਏ ਜਿਹੜੇ ਸੜਕਾਂ ਤੇ ਰੁਲ ਜਾਂਦੇ ਕਿਸੇ ਕਾਰਨ ਕਰਕੇ, ਜਾਂ ਫਿਰ ਉਹਨਾਂ ਦਾ ਬ੍ਰੇਨ ਡਿਵੈਲਪ ਨਹੀਂ ਹੋਇਆ, ਬਚਪਨ ਤੋਂ ਹੀ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਗਏ, ਤਾਂ ਇਦਾਂ ਦੇ ਕਾਫੀ ਜਿਵੇਂ ਰੇਪ ਵਿਕਟਮਸ, ਪ੍ਰੈਗਨੈਂਟ ਲੇਡੀਜ਼, ਅਲੱਗ-ਅਲੱਗ ਹਾਲਤਾਂ ਵਿੱਚ ਬੱਚੇ ਜਿਹੜੇ ਕਿ ਅਬੈਂਡਨ ਕਰ ਦਿੱਤੇ ਗਏ ਜਾਂ ਸਾਡੇ ਪੰਗੂੜੇ ਵਿੱਚ ਪਾ ਦਿੱਤੇ ਗਏ, ਜਾਂ ਬਜ਼ੁਰਗ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ, ਸੜਕਾਂ ਤੇ ਰੁਲਣ ਲਈ ਮਜਬੂਰ ਹੋ ਗਏ, ਉਹ ਜਿਹੜੇ ਡੈਸਟੀਟਿਊਟ ਹੈਗੇ ਆ ਉਹਨਾਂ ਦੀ ਸੰਸਥਾ ਸੇਵਾ ਸੰਭਾਲ, ਕੇਅਰ, ਟ੍ਰੀਟਮੈਂਟ ਤੇ ਰੀਹੈਬਿਲਿਟੇਸ਼ਨ ਦੇ ਉਪਰਾਲੇ ਪਿਛਲੇ 18 ਸਾਲ ਤੋਂ ਨਿਰੰਤਰ ਨਿਭਾ ਰਹੀ ਹੈਗੀ ਹੈ, ਤੇ ਅੱਗੇ ਵੀ ਕੋਸ਼ਿਸ਼ ਹੈ ਕਿ ਵੀ ਇਦਾਂ ਹੀ ਕਰਦੀ ਰਹੇ। ਸੋ ਇਹ ਸੰਸਥਾ ਸ਼ੁਰੂ ਕਿੱਦਾਂ ਹੋਈ, ਕਿੱਦਾਂ ਤੁਹਾਨੂੰ ਇੰਨੀ ਹਿੰਮਤ ਮਿਲੀ? ਪਰਮਾਤਮਾ ਦੀ ਕਿਰਪਾ ਦੇ ਨਾਲ ਬਚਪਨ ਤੋਂ ਹੀ ਮਾਤਾ ਪਿਤਾ ਨੇ ਕਾਫੀ ਗੁਰਬਾਣੀ ਦੇ ਨਾਲ ਪ੍ਰੇਰਨ ਦੀ ਕੋਸ਼ਿਸ਼ ਕੀਤੀ ਤੇ ਸੇਵਾ ਕਰਨ ਦੀ ਸਾਨੂੰ ਸਮਝਾਇਆ ਕਿ ਕਿੱਦਾਂ ਸੇਵਾ ਕਰੀਦੀ ਹੈਗੀ ਹੈ, ਨਿਸ਼ਕਾਮ ਕਰਨੀ ਹੈਗੀ ਹੈ, ਤੇ ਪੈਸੇ ਦੇ ਦਸਵੰਧ ਕੱਢਣ ਦੇ ਨਾਲ ਨਾਲ ਟਾਈਮ ਦਾ ਵੀ ਦਸਵੰਧ ਕੱਢਣਾ ਇਹਨਾਂ ਲਾਚਾਰਾਂ ਲਈ, ਹੈਲਪਲੈਸ ਲਈ। ਤੇ ਉਸੇ ਵਿੱਚ ਜਦੋਂ ਮੈਰਿਜ ਹੋਈ ਤਾਂ ਅੱਗੇ ਹਸਬੈਂਡ ਵੀ ਸਰਦਾਰ ਸ਼ਮਸ਼ੇਰ ਸਿੰਘ ਜੀ ਉਸੇ ਹੀ ਲਾਈਨ ਤੇ ਮਤਲਬ ਚੱਲਦੇ ਨਜ਼ਰ ਆਏ। ਤਾਂ ਜਦੋਂ ਰਲ ਕੇ ਕਈ ਵਾਰੀ ਇਦਾਂ ਦੇ ਡੈਸਟੀਟਿਊਟ ਦੇਖਣਾ ਤਾਂ ਬੜਾ ਅੰਦਰੋਂ ਅਨਸੈਟਿਸਫੈਕਸ਼ਨ ਜੀ ਹੋਣੀ ਵੀ ਕਿੱਦਾਂ ਇਹਨਾਂ ਦੀ ਸਪੋਰਟ ਕਰੀਏ, ਕਿੱਦਾਂ ਹੈਲਪ ਕਰੀਏ। ਇੱਕ ਵਾਰ ਤਾਂ ਸਰਦਾਰ ਸਾਹਿਬ ਨੂੰ ਇੱਕ ਰੇਲਵੇ ਸਟੇਸ਼ਨ ਤੇ ਲੈ ਕੇ ਬੈਠਣਾ ਹੀ ਪਿਆ ਜਦੋਂ ਉਹਨਾਂ ਨੂੰ ਦੇਖਿਆ ਵੀ ਇਹਨਾਂ ਨੂੰ ਇੱਕ ਪਰਸਨ ਸੀਗਾ ਮੈਂਟਲੀ ਸਿਕ ਸੀਗਾ, ਵੀ ਇਹਨੂੰ ਕਿਤੇ ਲਿਜਾਣ ਲਈ ਕੋਈ ਘਰ ਨਹੀਂ ਮਿਲਿਆ, ਇਨਫਰਾਸਟ੍ਰਕਚਰ ਨਹੀਂ ਮਿਲਿਆ, ਤਾਂ ਉੱਥੇ ਰੇਲਵੇ ਸਟੇਸ਼ਨ ਤੇ ਹੀ ਸਾਰੀ ਰਾਤ ਕੱਟੀ। ਤੇ ਉਸ ਤੋਂ ਬਾਅਦ ਇਹ ਅਸੀਂ ਸਲਾਹ ਕੀਤੀ ਵੀ ਕਿੱਦਾਂ ਆਪਾਂ ਇਹਨਾਂ ਦੀ ਸਪੋਰਟ ਕਰੀਏ। ਫਿਰ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਦੇਖੀਆਂ, ਲੇਕਿਨ ਕਿਤੋਂ ਵੀ ਜਦੋਂ ਸਾਨੂੰ ਹੁੰਗਾਰਾ ਨਹੀਂ ਮਿਲਿਆ, ਸਪੋਰਟ ਨਹੀਂ ਮਿਲੀ ਜਾਂ ਸਾਨੂੰ ਇਨਫਰਾਸਟ੍ਰਕਚਰ ਨਹੀਂ ਮਿਲਿਆ ਉਦੋਂ, ਤਾਂ ਫਿਰ 2 ਕਮਰੇ ਕਿਰਾਏ ਤੇ ਲੈ ਕੇ ਦਸੰਬਰ 2003 ਵਿੱਚ ਇਹ ਘਰ ਹੋਂਦ ਵਿੱਚ ਆਇਆ। ਸੋ ਤੁਸੀਂ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਹੋ, ਤੇ ਜਦੋਂ ਕਿਸੇ ਹੋਰ ਨੂੰ ਘਰ ਲੈ ਕੇ ਆਣਾ, ਕਿਸੇ ਨੇ ਕੁਛ ਇੱਦਾਂ ਨਹੀਂ ਕਿਹਾ ਵੀ ਕਿਹਨੂੰ ਘਰ ਲੈ ਕੇ ਆ ਗਏ? ਫਿਲਹਾਲ ਕਿਉਂਕਿ ਪੇਰੈਂਟਸ ਦੇ ਘਰਾਂ 'ਚ ਸੀਗੇ ਉਸ ਟਾਈਮ ਜੀ, ਉਦੋਂ ਅਸੀਂ ਆਪਣਾ ਘਰ ਹਜੇ ਆਪਣਾ ਘਰ ਤਾਂ ਹੁਣ ਤੱਕ ਵੀ ਸਾਡਾ ਇਹੀ ਹੈ ਘਰ ਜੀ, ਕਿ ਜਿਵੇਂ ਕਹਿੰਦੇ ਆ ਕਿ ਵੀ ਆਪਣੀਆਂ ਕੋਠੀਆਂ ਬਣਾ ਲਈਆਂ, ਅੱਜ ਤੱਕ ਕਦੇ ਨਹੀਂ ਬਣਾਈ। ਤੇ ਜਦੋਂ ਬਿਜ਼ਨਸ 'ਚ ਸੀਗਾ, ਪਲਾਨ ਕੀਤਾ ਸੀਗਾ, ਪਲਾਟ ਪਲੂਟ ਲੈ ਕੇ ਹਜੇ ਡ੍ਰੀਮ ਕਰ ਰਹੇ ਸੀਗੇ, ਤੇ ਫਿਰ ਇਹ ਘਰ ਦੀ ਯਾਦ ਆਈ ਵੀ ਇਹ ਘਰ ਜ਼ਰੂਰੀ ਹੈ ਸਾਡੇ ਆਪਣੇ ਘਰ ਦੇ ਨਾਲੋਂ। ਤੇ ਪੇਰੈਂਟਸ ਦੇ ਘਰ 'ਚ ਲਿਜਾਣ ਨੂੰ ਨਾ ਮਨ ਨਹੀਂ ਸੀ ਮੰਨਦਾ ਕਿ ਪੇਰੈਂਟਸ ਦੇ ਉੱਪਰ ਇੱਕ ਅਲੱਗ ਤੋਂ ਬੋਝ ਪਾਉਣਾ, ਕਿਉਂਕਿ ਉਹ ਖਾਣਾ ਬਣਾ ਕੇ ਦੇਣ, ਜੇ ਅਸੀਂ ਆਪ ਨਹੀਂ ਕਰ ਸਕਦੇ ਉਹਨਾਂ ਦੇ ਉੱਪਰ ਬੋਝ ਨਹੀਂ ਸੀ ਪਾਉਣਾ ਚਾਹੁੰਦੇ, ਜਿਸ ਕਾਰਨ ਕਿ ਇਹ ਘਰ ਸ਼ੁਰੂ ਹੋਇਆ। ਬਹੁਤ ਵਾਰੀ ਇਦਾਂ ਹੋ ਜਾਂਦਾ, ਕਹਿੰਦੇ ਵੀ ਦੂਸਰੇ ਨੂੰ ਘਰ ਤੁਸੀਂ ਕੱਲ੍ਹ ਹੀ ਲੈ ਕੇ ਆਏ ਵੀ ਆਪਣੇ ਆਪ ਨੂੰ ਸੰਭਾਲੋ। ਬਿਲਕੁਲ ਕਦੇ ਇਦਾਂ ਕਿਸੇ ਨੇ ਕਿਹਾ ਹੈ ਨਹੀਂ ਵੀ ਤੁਸੀਂ ਕਿੱਧਰ ਨੂੰ ਤੁਰ ਪਏ ਆ, ਕਿਉਂਕਿ ਸੇਵਾ ਕਰਨੀ ਬੜੀ ਔਖੀ ਆ। ਹਾਂਜੀ, ਯਾਰ ਦੋਸਤਾਂ ਨੇ ਵੀ ਕਿਹਾ, ਈਵਨ ਕਿ ਇੱਕ ਵਾਰੀ ਸੈਕਟਰ 32 ਦੇ ਡਾਇਰੈਕਟਰ ਸੀਗੇ, ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਵੀ ਅਸੀਂ ਇਦਾਂ ਦੇ ਪੇਸ਼ੈਂਟਸ ਦੀ ਸਪੋਰਟ ਕਰਨ ਲਈ ਖੜੇ ਹੋਏ ਹੈਗੇ ਆ, ਵੀ ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈਗੀ ਆ, ਕਿ ਤੁਸੀਂ ਹੈਲਪ ਕਰੋਗੇ ਕਿ ਵੀ ਸਾਨੂੰ ਡਾਕਟਰੀ ਸਪੋਰਟ ਤੇ ਹੋਰ ਜਿਵੇਂ ਕਿ ਨਰਸਿੰਗ ਸਟਾਫ ਦੀ ਹੈਲਪ ਸਾਨੂੰ ਮਿਲ ਸਕਦੀ ਹੈ। ਤੇ ਉਹਨਾਂ ਨੇ ਵਾਕਈ ਇਦਾਂ ਕਿਹਾ ਕਿ ਸ਼ਮਸ਼ੇਰ ਸਿੰਘ ਤੂੰ ਪਾਗਲ ਹੈ, ਕਿਹੜੇ ਕੰਮ ਤੂੰ ਸ਼ੁਰੂ ਕਰ ਦਿੱਤੇ? ਕਹਿੰਦੇ ਇਹ ਕੰਮ ਤਾਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਹੁੰਦੇ ਜਾਂ ਸਰਕਾਰਾਂ ਦੇ ਹੁੰਦੇ ਆ, ਇਹ ਕੋਈ ਇੰਡੀਵਿਜੂਅਲ ਦੇ ਕੰਮ ਕਰਨ ਵਾਲਾ ਨਹੀਂ ਹੈਗਾ। ਬਟ ਉਹ ਪਰਮਾਤਮਾ ਦਾ ਸਾਥ ਸੀਗਾ, ਤੇ ਅੰਦਰ ਜਿਹੜੀ ਅਨਸੈਟਿਸਫੈਕਸ਼ਨ ਸੀਗੀ ਕਿ ਵੀ ਅਸੀਂ ਸਿਰਫ ਆਪਣੇ ਪਰਿਵਾਰ ਲਈ ਸਾਰੀ ਉਮਰ ਕਰਦੇ ਰਵਾਂਗੇ, ਉਹ ਜਿਹੜਾ ਅੰਦਰੋਂ ਤਾਂਘ ਸੀਗੀ, ਉਹਨੇ ਅੰਦਰੋਂ ਜਜ਼ਬਾ ਭਰਿਆ ਕਿ ਨਹੀਂ, ਇਹ ਚਾਹੇ ਲੋਕ ਜੋ ਮਰਜ਼ੀ ਕਹਿਣ, ਜਦੋਂ ਇੱਕ ਦੇ ਨਾਲ ਹੀ ਇੱਕ ਬਣਦਾ ਹੈਗਾ, 11 ਬਣਦੇ ਹੈਗੇ ਆ, ਤੇ ਜ਼ਰੂਰ ਅੱਗੇ ਵਧਾਂਗੇ। ਤੇ ਉਸੇ ਕੋਸ਼ਿਸ਼ ਵੀ ਆਪਾਂ ਨੂੰ ਜਿਹੜਾ ਚੰਗਾ ਕੰਮ ਹੈ ਉਹ ਤੋਂ ਪਿੱਛੇ ਪੈਰ ਨਹੀਂ ਹਟਾਉਣਾ, ਤੇ ਉਹਦੇ ਨਾਲ ਹੀ ਫਿਰ ਅੱਗੇ ਸ਼ੁਰੂ ਹੋਇਆ ਇਹ ਕਰ। ਲੇਕਿਨ ਉਹ ਹੁਣ ਤਾਂ ਡਾਇਰੈਕਟਰ ਰਿਟਾਇਰ ਸੀਗੇ 32 ਵਿੱਚੋਂ, ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਹੁਣ ਜਦੋਂ ਰਿਟਾਇਰ ਹੋ ਗਿਆ ਨਾ, ਮੈਂ ਤੁਹਾਡੇ ਕੋਲ ਆ ਕੇ ਸੇਵਾ ਕਰਨੀ ਆ। ਬਟ ਹੀ ਪਾਸਡ ਅਵੇ ਲਾਸਟ ਮੰਥ, ਐਂਡ ਉਹਨਾਂ ਨੂੰ ਮਤਲਬ ਇੰਨਾ ਚੰਗਾ ਲੱਗਦਾ ਸੀ, ਐਗਜ਼ਾਮਪਲ ਦਿੰਦੇ ਸੀਗੇ ਕਿ ਇਹ ਇਨਸਾਨ ਹੈ ਜਿਹੜਾ ਪਿੱਛੇ ਨਹੀਂ ਹਟਿਆ, ਲੇਕਿਨ ਕਹਿੰਦੇ ਵੀ ਜੋ ਜਜ਼ਬਾ ਹੈਗਾ ਉਹ ਕਰਕੇ ਦਿਖਾਣਾ। ਦੂਸਰਿਆਂ ਨੂੰ ਆਪਣੇ ਬਣਾਈ ਰੱਖਣਾ ਇਹ ਬੜੀ ਹਾਰਡ ਕੰਮ ਹੈਗਾ ਆ। ਤੁਸੀਂ ਦੂਸਰਿਆਂ ਨੂੰ ਆਪਣਾ ਬਣਾਇਆ। ਇੱਥੇ ਤਾਂ ਬਹੁਤ ਸਾਰੇ ਐਸੇ ਘਰ ਦੇ ਹਨ, ਕਿਸੇ ਦੀ ਬੇਟੀ ਨੂੰ, ਬਹੂ ਨੂੰ ਆਪਣੀ ਬੇਟੀ ਨਹੀਂ ਸਮਝਦੇ, ਹੋਰ ਹੀ ਸਮਝ ਲੈਂਦੇ ਹਨ, ਪਰ ਤੁਸੀਂ ਹਰ ਇੱਕ ਨੂੰ ਆਪਣਾ ਬਣਾ ਕੇ ਉਹਦੀ ਸੇਵਾ ਕੀਤੀ ਆ। ਸੋ ਸਾਡਾ ਤੁਹਾਡੇ ਅੱਗੇ ਸਿਰ ਝੁਕਦਾ, ਕਿਉਂਕਿ ਤੁਸੀਂ ਅਸਲੀ ਸੇਵਾ ਕਰਦੇ ਹੋ। ਆਪਾਂ ਤਾਂ ਹੋਕਾ ਦੇ ਦੇਣਾ, ਬੋਲ ਕੇ ਚੱਲ ਜਾਣਾ, ਤੁਸੀਂ ਫਿਰ ਆਪਣੀ ਉਸ ਸੇਵਾ ਵਿੱਚ ਲੱਗ ਜਾਣਾ। ਕਿੱਦਾਂ ਦੇ ਪੇਸ਼ੈਂਟ ਆਉਂਦੇ ਆ? ਕੱਲ੍ਹ ਆਉਂਦੇ ਆ?
ਮੋਸਟਲੀ ਜਿਹੜੇ ਵਿਚਾਰੇ ਮੈਂਟਲੀ ਅਨਸਟੇਬਲ ਹੈਗੇ ਆ, ਡਿਪਰੈਸ਼ਨ ਕਰਕੇ ਘਰੋਂ ਨਿਕਲ ਗਏ ਹੈਗੇ ਆ ਤੇ ਪੰਗੂੜਿਆਂ 'ਚ ਪਾ ਜਾਂਦੇ ਹੈਗੇ ਆ। ਸਾਡੇ ਕੋਲ ਕੁਝ ਅਬੈਂਡਨਡ ਬਜ਼ੁਰਗ ਆ, ਉਹਨਾਂ ਨੂੰ ਸਾਡੇ ਕੋਲ ਰੈਫਰ ਕੀਤਾ ਜਾਂਦਾ ਤੇ ਸਾਡਾ ਮੇਨ ਮਕਸਦ ਹੁੰਦਾ ਹੈ ਕਿ ਈਵਨ ਕਿ ਰੇਪ ਵਿਕਟਮਸ ਆ ਕੇ ਤੇ ਕਈਆਂ ਨੂੰ ਜਨਮ ਦਿੰਦੀਆਂ ਬੱਚਿਆਂ ਨੂੰ, ਜੀ ਤੇ ਸਾਡਾ ਮੇਨ ਮਕਸਦ ਉਹਨਾਂ ਨੂੰ ਕਿ ਠੀਕ ਕਰਕੇ ਫਿਰ ਤੋਂ ਉਹਨਾਂ ਦੀ ਫੈਮਿਲੀਜ਼ ਟਰੇਸ ਕਰਨਾ, ਉਹਨਾਂ ਦੇ ਘਰ ਲੱਭਣੇ। ਤੇ ਤਕਰੀਬਨ ਪਿਛਲੇ 18 ਸਾਲਾਂ 'ਚ 1950 ਤੋਂ ਉੱਪਰ ਸਾਡੇ ਕੋਲ ਪ੍ਰਾਣੀ ਦਾਖਲ ਹੋਏ ਹੈ, ਜਿਨ੍ਹਾਂ ਵਿੱਚੋਂ ਸਾਈਕੈਟ੍ਰਿਕ ਟ੍ਰੀਟਮੈਂਟ, ਸਾਈਕੋਲੋਜਿਸਟ ਦੀ ਕਾਉਂਸਲਿੰਗ ਤੋਂ ਬਾਅਦ ਤੇ ਪਿਆਰ ਮੁਹੱਬਤ ਦੇ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਆ। ਤੇ ਆਪਾਂ ਗੱਲ ਕਰਾਂਗੇ ਅੱਜ ਇੱਕ ਤੇ ਬਾਰਡਰ ਬਾਰੇ, ਇੱਕ 401 ਦੇ ਬਾਰੇ। ਉਹ ਇਹ ਗੱਲ ਆ ਤੁਹਾਡੇ ਨਾਲ, ਟਰੱਕਰ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਆ। ਰਾਤੀ ਵਿੰਡਜ਼ਰ ਬਾਰਡਰ ਇੰਨਾ ਕੁ ਜ਼ਿਆਦਾ ਪੈਕਅਪ ਸੀਗਾ, ਇੰਨਾ ਕੁ ਜ਼ਿਆਦਾ ਪੈਕ ਸੀਗਾ ਕਿ ਸਾਨੂੰ ਉੱਥੇ 2.5 ਘੰਟੇ ਜਿਹੜੀ ਆ ਉਹ ਵੇਟ ਕਰਨੀ ਪਈ। ਰਾਈਟ ਲੇਨ ਦੇ ਵਿੱਚ ਰਹਿ ਕੇ ਤੁਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰਿਆ ਕਰੋ। ਜਦੋਂ ਆਪਾਂ 75 ਤੋਂ 47B ਐਗਜ਼ਿਟ ਕੱਢਦੇ ਹਾਂ, ਇੰਨਾ ਕੁ ਦੁੱਖ ਲੱਗਾ ਰਾਤੀ ਵੀ ਜਿਹੜੇ ਬੰਦੇ ਉਸ ਲਾਈਨ ਦੇ ਵਿੱਚ ਖੜੇ, ਮੈਂ ਵੀ ਉੱਥੇ ਹੀ ਖੜਾ ਸੀਗਾ। 1.5 ਮੀਲ ਪਹਿਲੋਂ ਬੈਕਅਪ ਲੱਗਾ, 2 ਘੰਟੇ 40 ਮਿੰਟ ਦੇ ਵਿੱਚ ਮੈਂ ਬਾਰਡਰ ਕ੍ਰਾਸ ਕਰਕੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਵੜਿਆ। ਸੋ ਪਲੀਜ਼ 5 ਵਜੇ ਮੈਂ ਉੱਥੇ ਰੁਕਿਆ ਤੇ 7:40 ਤੇ ਮੈਂ ਦੂਜੇ ਪਾਸੇ ਪਹੁੰਚਿਆ। ਸੋ ਪਲੀਜ਼ ਬੇਨਤੀ ਇਹ ਆ, ਅੱਗੋਂ ਜਾ ਕੇ ਮਿਡਲ ਲੇਨ ਦੇ ਵਿੱਚੋਂ ਤੁਸੀਂ ਇੱਕ ਤੇ ਉਹ 47 ਨੰਬਰ ਐਗਜ਼ਿਟ ਤੋਂ ਲੋਕ 75 ਦੇ ਉੱਤੇ ਚੜ੍ਹਦੇ ਆ, ਉਧਰੋਂ ਹੀ ਐਗਜ਼ਿਟ ਕੱਢਦੇ ਆ, ਉਧਰੋਂ ਇੱਕ ਤੁਸੀਂ ਤੀਜੀ ਲੇਨ ਬਣਾ ਕੇ ਕੰਮ ਕਰ ਰਹੇ ਹੁੰਦੇ ਆ। ਸੋ ਉਹਦੇ ਨਾਲ ਆਪਣੀ ਕਮਿਊਨਿਟੀ ਦਾ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਆ। ਲੋਕ ਸੋਚਦੇ ਆ, ਵੇਖਦੇ ਆ ਇਹ ਕੀ ਬਣ ਕੀ ਰਿਹਾ ਆ। ਹਮੇਸ਼ਾ ਦੂਜੀਆਂ ਕਮਿਊਨਿਟੀਆਂ ਖਾਸ ਕਰਕੇ ਜਿਹੜੀਆਂ ਲਾਈਨ 'ਚ ਲੱਗੀਆਂ ਹੁੰਦੀਆਂ, ਹੁਣ ਮੈਂ ਵੀ ਪਿੱਛੋਂ ਹੀ ਰਾਈਟ ਲੇਨ 'ਚ ਇਸੇ ਕਰਕੇ ਕਿ ਗਾਂਹ ਜਾ ਕੇ ਮੁੜ ਕੇ ਰਾਹ ਨਹੀਂ ਮਿਲਣਾ ਜਾਂ ਕੋਈ ਤੰਗ ਕਰੂਗਾ ਜਾਂ ਕਿੱਦਾਂ, ਇਹ ਚੀਜ਼ ਬਾਕੀ ਪਤਾ ਨਹੀਂ ਕਿਉਂ ਨਹੀਂ ਸੋਚਦੇ। ਫਿਰ ਸਿਗਨਲ ਲਾ ਕੇ ਉੱਥੇ ਤਰਲੇ ਜੇ ਮਾਰੀ ਜਾਣੇ ਆ ਦੂਜੇ ਨੂੰ ਵੀ ਯਾਰ ਰਾਹ ਦੇ ਦੇ। ਜਿਹੜੇ ਪਹਿਲਾਂ ਆਲਰੇਡੀ ਲਾਈਨ 'ਚ ਖੜੇ ਆ ਕਿਉਂ ਤੁਹਾਨੂੰ ਰਾਹ ਦੇਣ ਬਈ? ਕਾਰਨ ਹਰ ਬੰਦੇ ਨੂੰ ਕਾਹਲੀ ਹੁੰਦੀ ਆ, ਹਰ ਬੰਦਾ ਗੇੜੇ ਤੋਂ ਫਰਾਈਡੇ ਨੂੰ ਘਰ ਨੂੰ ਜਾ ਰਿਹਾ ਹੁੰਦਾ, ਹਰ ਇੱਕ ਦਾ ਟਾਈਮ ਕੀਮਤੀ ਆ। ਆਪਣੀਆਂ ਗਲਤੀਆਂ ਵੀ ਆਪਾਂ ਮੰਨਿਆ ਕਰੀਏ। ਸੋ ਇਹ ਬਾਰਡਰ ਬਾਰੇ ਜਿਹੜੀ ਆ ਉਹ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਸੀਗੀ। ਤੇ ਦੂਜੀ ਜਿਹੜੀ ਚੀਜ਼ ਆ, ਜਦੋਂ ਆਪਾਂ ਅਮਰੀਕਾ ਤੋਂ ਕੈਨੇਡਾ ਨੂੰ ਐਂਟਰ ਕਰਦੇ ਆ, ਉੱਥੇ ਤੁਹਾਨੂੰ ਪਤਾ ਆਲਵੇਜ਼ ਹੀ ਆਪਣੀ ਜਿਹੜੀ ਆ ਉਹ ਜਿਹੜੀ ਆ ਬਾਰਡਰ ਸਰਵਿਸਿਜ਼ ਵੱਲੋਂ ਜਿਹੜੀ ਆ ਚੈਕਿੰਗ ਰੈਗੂਲਰ ਹੁੰਦੀ ਰਹਿੰਦੀ ਆ। ਸੋ ਉਹਦੇ ਵਿੱਚ
ਠੀਕ ਆ, ਉਹਨਾਂ ਦੀ ਆਪਣੀ ਜੌਬ ਆ, ਅਸੀਂ ਆਪਣਾ ਕੰਮ ਕਰੀ ਜਾਂਦੇ ਆ, 4 ਕੁ ਟਰੱਕ ਘੁਮਾ ਕੇ ਬ੍ਰਿਜ ਥੱਲੇ ਲਾਉਂਦੇ ਆ, ਸੀਲ ਤੋੜਦੇ ਆ, ਨਵੀਂ ਸੀਲ ਲਾਉਂਦੇ ਆ, ਤੋੜ ਦਿੰਦੇ ਆ। ਇਦਾਂ ਹੀ ਨਾਲ ਹੋਇਆ ਕਿ ਇੱਧਰੋਂ ਅਮਰੀਕਾ ਤੋਂ ਵੀਰ ਇੱਕ ਚੱਲੇ ਸੀਗੇ, ਸੌਰੀ ਕੈਨੇਡਾ ਤੋਂ ਅਮਰੀਕਾ ਨੂੰ ਚੱਲੇ ਸੀਗੇ। ਉਹਨਾਂ ਨੇ ਜਦੋਂ ਐਕਸਰਿਆਂ ਤੇ ਕੱਢਿਆ, ਡੌਕਾਂ ਤੇ ਜਾ ਕੇ ਸੀਲ ਤੋੜ ਕੇ ਸੀਲ ਨਵੀਂ ਲਾ ਕੇ ਉਹਨਾਂ ਨੂੰ ਤੋੜਤਾ, ਪਰ ਪੇਪਰ ਵਰਕ ਨਹੀਂ ਦਿੱਤਾ ਤੇ ਨਾ ਉੱਤੇ ਮੈਂਸ਼ਨ ਕੀਤੀ ਕਿਤੇ ਸੀਲ। ਹੁਣ ਸੀਲ ਉਹ ਕਈ ਕੰਪਨੀਆਂ ਨੂੰ ਤਾਂ ਪਤਾ ਵੀ CBSE ਦੀ ਸੀਲ ਲੱਗੀ ਆ, ਕੋਈ ਚੱਕਰ ਨਹੀਂ ਗਾ ਵੀ ਸਰਕਾਰੀ ਸੀਲ ਆ, ਪਰ ਉਹ ਕੰਪਨੀ ਕਈ ਵਾਰੀ ਉਹਨੇ 8 ਘੰਟੇ ਖਰਾਬ ਕੀਤੇ ਬੰਦੇ ਦੇ ਸਿਰਫ ਇਸ ਕਰਕੇ ਕਿ ਜਿਹੜਾ ਸੀਲ ਨੰਬਰ ਪੇਪਰਾਂ ਦੇ ਉੱਤੇ ਆ ਸਾਡੇ ਕੋਲ ਉਹ ਸੀਲ ਨੰਬਰ ਨਹੀਂ ਆ। ਸੋ ਕਈ ਵਾਰੀ ਜਦੋਂ ਇਦਾਂ ਦਾ ਕੰਮ ਹੁੰਦਾ, ਆਫੀਸਰ ਨੂੰ ਰਿਕੁਐਸਟ ਕਰਕੇ ਉੱਤੇ ਸੀਲ ਨੰਬਰ ਉਹਨਾਂ ਦੇ ਕੋਲੋਂ ਉਹਨਾਂ ਦੇ ਪੈਨ ਨਾਲ ਲਿਖਾ ਲਿਆ ਕਰੋ ਪੇਪਰ ਵਰਕ ਦੇ ਉੱਤੇ। ਉਹਦੇ ਨਾਲ ਤੁਹਾਨੂੰ ਇਹ ਆ ਵੀ ਗਾਂਹ ਜਾ ਕੇ ਪਰੇਸ਼ਾਨੀ ਨਹੀਂ ਹੋਊਗੀ। ਤੇ ਜਾਂ ਤੁਸੀਂ ਜਦੋਂ ਸੀਲ ਤੁਹਾਡੀ ਉਹ ਕੱਟ ਕੇ ਨਵੀਂ ਲਾ ਦਿੰਦੇ, ਆਪਦੀ ਕੰਪਨੀ ਨੂੰ ਉਹ ਸੀਲ ਨੰਬਰ ਭੇਜਿਆ ਕਰੋ, ਉਹਦੀ ਫੋਟੋ ਖਿੱਚ ਕੇ ਵੀ ਭੇਜਿਆ ਕਰੋ। ਤੁਹਾਨੂੰ ਪੇਪਰ ਵਰਕ ਜਿਹੜਾ ਆ ਉਹ ਜਿੰਨੀ ਨੂੰ ਤੁਸੀਂ ਲੋਡ ਲਾਉਣ ਪਹੁੰਚਣਾ, ਉਹ ਉਹਨਾਂ ਨੂੰ ਈਮੇਲਾਂ ਐਕਸਚੇਂਜ ਕਰਕੇ ਤੇ ਉਹ ਸਾਰੀ ਗੱਲ ਉਹਨਾਂ ਨੂੰ ਸਿਚੁਏਸ਼ਨ ਸਮਝਾ ਕੇ ਤੇ ਨਵਾਂ ਪੇਪਰ ਵਰਕ ਜਿਹੜਾ ਬਣਵਾ ਕੇ ਤੁਹਾਡੇ ਤੱਕ ਪਹੁੰਚਾ ਸਕਣ ਕਿ ਤੁਸੀਂ ਜਦੋਂ ਅੱਗੇ ਜਾ ਕੇ ਪੇਪਰ ਦਿਓ ਉਹਦੇ ਉੱਤੇ ਸੀਲ ਨੰਬਰ ਜਿਹੜਾ ਪ੍ਰਿੰਟ ਹੋ ਕੇ ਪਿੱਛੋਂ ਆਇਆ ਹੋਵੇ। ਸੋ ਦੂਜੀ ਚੀਜ਼ ਜਿਹੜੀ ਆ, ਇੱਧਰੋਂ ਜਦੋਂ ਆਪਾਂ ਜਾਂਦੇ ਆ, ਜੇ ਤੁਹਾਡੇ ਕੋਲੇ ਫਾਸਟ ਲੋਡ ਜਾਂ ਫਾਸਟ ਕਾਰਡ ਜਾਂ ਫਾਸਟ ਕੰਪਨੀ ਅਪਰੂਵਡ ਲੋਡ ਨਹੀਂ ਹੈਗਾ ਤਾਂ ਤੁਸੀਂ ਖੱਬੀ ਲੇਨ ਦੇ ਵਿੱਚ, ਲੈਫਟ ਲੇਨ ਦੇ ਵਿੱਚ ਲਾਈਟਾਂ ਤੋਂ ਧੁਰ ਤੱਕ ਨਹੀਂ ਜਾ ਸਕਦੇ, ਕਿਉਂਕਿ ਅੱਜ ਕੱਲ੍ਹ ਇਹਨਾਂ ਨੇ ਸਿਟੀ ਪੈਡ ਦੇ ਸਟicker ਦੇ ਦਿੱਤੇ ਆ। ਉਹਦੇ ਉੱਤੇ ਹਰ ਇੱਕ ਕੰਪਨੀ ਦਾ ਇੱਕ ਉਹ ਦੇ ਦਿੱਤਾ ਉਹਨਾਂ ਨੇ, ਜਿਹੜਾ ਨੰਬਰ ਵੈਲਿਡ ਇਸ਼ੂ ਕਰ ਦਿੱਤਾ। ਉਹ ਤੁਹਾਨੂੰ ਜਾਂ ਤੇ ਆਪਣੇ ਟਰੱਕ ਦੇ ਨਾਲ ਜਾਂ ਤੁਹਾਡੇ ਵਿੰਡਸ਼ੀਲਡ ਤੇ ਜਾਂ ਕਿਤੇ ਨਾ ਕਿਤੇ ਪਿਆ ਹੋਣਾ ਜ਼ਰੂਰੀ ਆ। ਸਿਟੀ ਪੈਡ ਦਾ ਸਟicker ਯਾਦ ਰੱਖਿਓ, ਜੇ ਤੁਹਾਡੇ ਉਹ ਨਹੀਂ ਹੈਗਾ, ਜੇ ਉਹ ਹੈਗਾ ਵੀ ਆ ਪਰ ਤਾਂ ਵੀ ਤੁਹਾਡਾ ਫਾਸਟ ਲੋਡ ਨਹੀਂ ਆ। ਤੁਹਾਡੀਆਂ 3 ਚੀਜ਼ਾਂ ਲੋਡ ਦੀਆਂ ਜਿਹੜੀਆਂ ਜ਼ਰੂਰੀ ਨੇ, ਇੱਕ ਤੁਹਾਡਾ ਲੋਡ ਜਿਹੜਾ ਆ ਉਹ ਫਾਸਟ ਹੋਣਾ ਚਾਹੀਦਾ ਆ, ਇੱਕ ਤੁਹਾਡਾ ਫਾਸਟ ਕਾਰਡ ਹੋਣਾ ਚਾਹੀਦਾ, ਇੱਕ ਫਾਸਟ ਜਿਹੜੀ ਸਿਟੀ ਪੈਡ ਅਪਰੂਵਡ ਕੰਪਨੀ ਹੋਣੀ ਚਾਹੀਦੀ ਆ, ਵੇਅਰ ਹਾਊਸ ਵੀ ਹੋਣਾ ਚਾਹੀਦਾ ਜਿੱਥੇ ਤੁਸੀਂ ਲੋਡ ਲੈ ਕੇ ਚੱਲੇ ਆ। ਜੇ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਮੈਚ ਨਹੀਂ ਕਰਦੀਆਂ, ਤੁਸੀਂ ਲੈਫਟ ਲੇਨ ਦੇ ਵਿੱਚ ਲਾਈਟਾਂ ਤੇ ਟਰੱਕ ਨਹੀਂ ਚਲਾ ਸਕਦੇ ਵਿੰਡਜ਼ਰ ਬਾਰਡਰ ਤੇ। ਜੇ MTO ਜਾਂ ਪੁਲਿਸ ਵਾਲਾ ਕੋਈ ਵੀ ਐਨਫੋਰਸਮੈਂਟ ਦਾ ਬੰਦਾ ਉਹ ਆਪਣੇ ਸਿਸਟਮ 'ਚ ਪਾ ਕੇ ਵੇਖ ਲਵੇ ਤੇ ਤੁਹਾਨੂੰ ਉਹ ਰੋਕ ਕੇ ਟਿਕਟ ਦੇ ਸਕਦਾ ਹੈ। ਤੇ ਦੂਜੀ ਗੱਲ, ਜਦੋਂ ਆਪਾਂ ਇੱਧਰੋਂ ਚੱਲਦੇ ਹਾਂ 401 ਤੋਂ ਈਸਟ ਨੂੰ ਜਾਂ ਵੈਸਟ ਨੂੰ, ਉਹਦੇ ਵਿੱਚ ਤੁਸੀਂ 2 ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਜਦੋਂ ਵੈਦਰ ਖਰਾਬ ਹੁੰਦਾ, ਜੇ ਤੁਸੀਂ ਹੌਲੀ ਟਰੱਕ ਚਲਾ ਰਹੇ ਆ, ਨਹੀਂ ਤੁਹਾਡੇ ਇਹ ਹਰ ਇੱਕ ਦੀ ਵੇਖੋ, ਕਈ ਐਕਸਪਰਟ ਇੰਨੇ ਹੁੰਦੇ ਆ ਜਾਂ ਉਹਨਾਂ ਦੇ ਉਸ ਹਿਸਾਬ ਨਾਲ ਟਰੱਕ ਜਿੱਦਾਂ ਲੌਂਗ ਨੋਜ਼ ਪੀਟ ਹੁੰਦੇ ਆ, ਜਾਂ ਉਹਨਾਂ ਨੇ ਜਿਹੜਾ ਆ ਉਹ ਸੂਰਸਾਰ ਲੱਦੇ ਹੁੰਦੇ ਆ, ਜਾਂ ਉਹਨਾਂ ਦਾ ਹੋਰ ਕੋਈ ਹਿਸਾਬ, ਕਿਉਂਕਿ ਆਪਣੇ ਤੋਂ ਵੀ ਉਸ ਤਰੀਕੇ ਨਾਲ ਟਰੱਕ ਜਿਹੜੇ ਆ ਨਹੀਂ ਚੱਲਦੇ। ਉਹਨਾਂ ਨੇ ਆਪਣੀ ਸਪੀਡ ਤੇ ਟਰੱਕ ਦੱਬੀ ਜਾਣੇ ਹੁੰਦੇ ਆ, ਫਿਰ ਉਹਨਾਂ ਨੂੰ ਲੈਫਟ ਲੇਨ ਦੇ ਵਿੱਚ ਜਾ ਕੇ ਟਰੱਕ ਚਲਾਉਣਾ ਪੈਂਦਾ ਜਦੋਂ ਵੈਦਰ ਜਿੱਦਣ ਬੈਡ ਹੁੰਦਾ। ਹੁਣ ਇਹ ਸਿਚੁਏਸ਼ਨ ਕਿੰਨਾ ਕੁ ਜਾਂ ਕਿੰਨੇ ਵਾਰੀ ਆਪਣੇ ਨਾਲ ਬਣਦੀ ਆ, ਸਾਰੀ ਸੀਜ਼ਨ ਦੇ ਵਿੱਚ 2 ਜਾਂ 3 ਵਾਰੀ ਇਹ ਸਿਚੁਏਸ਼ਨ ਬਣਦੀ ਆ ਹਰ ਬੰਦੇ ਦੇ ਨਾਲ। ਕਿਉਂਕਿ ਜੇ ਇੱਥੇ ਸਟੋਰਮ ਚੱਲ ਰਿਹਾ, ਹੋ ਸਕਦਾ ਉਦਣ ਆਪਾਂ ਹੋਰ ਕਿਤੇ ਆ, ਬਾਹਰ ਅਮਰੀਕਾ 'ਚ ਉੱਧਰ ਕਿਤੇ ਗਏ ਹੋਏ ਆ, ਜਾਂ ਜੇ ਉੱਥੇ ਚੱਲ ਰਿਹਾ ਤੇ ਆਪਾਂ ਇੱਥੇ ਆ। ਇਹ 100-200 ਕਿਲੋਮੀਟਰ ਜਿਹੜਾ ਹੁੰਦਾ ਨਾ, ਜਿੱਥੇ ਵੀ ਘੰਟੇ 1.5 ਘੰਟੇ ਦਾ ਵੈਦਰ ਤੁਹਾਨੂੰ ਬੈਡ ਮਿਲਦਾ ਹੁੰਦਾ, ਉਸ ਸਿਚੁਏਸ਼ਨ ਨੂੰ ਸਮਝ ਜਿਆ ਕਰੋ, ਉਦੋਂ ਸੰਭਲ ਜਿਆ ਕਰੋ। ਮੇਨ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਆ ਉਹ ਇਹ ਆ ਕਿ ਆਪਣਾ ਟਰੱਕ ਜੇ ਤੁਸੀਂ ਹੌਲੀ ਚਲਾਉਣਾ, ਜੇ ਉਹ ਭਾਵੇਂ ਤੁਸੀਂ ਬੇਸ਼ੱਕ ਦੇ ਸਿਟੀ ਵਾਲੇ ਆ ਭਾਵੇਂ ਹਾਈਵੇ ਵਾਲੇ ਆ, ਤੁਸੀਂ ਆਪ ਦਾ ਟਰੱਕ ਰਾਈਟ ਲੇਨ ਦੇ ਵਿੱਚ ਚਲਾਇਆ ਕਰੋ, ਕਿਉਂਕਿ ਤੁਸੀਂ ਇਸ ਚੀਜ਼ ਦੇ ਨਾਲ ਤੁਹਾਨੂੰ ਨਹੀਂ ਉਸ ਵੇਲੇ ਮਹਿਸੂਸ ਹੋ ਰਿਹਾ ਹੁੰਦਾ, ਪਰ ਤੁਸੀਂ ਬਹੁਤ ਜ਼ਿਆਦਾ ਬੰਦਿਆਂ ਨੂੰ ਪਰੇਸ਼ਾਨ ਕਰ ਰਹੇ ਹੁੰਦੇ ਆ। ਜਿੱਥੇ ਇਹ ਬੇਨਤੀ ਕਾਰਾਂ ਵਾਲਿਆਂ ਨੂੰ ਵੀ ਕਰਦੇ ਆ, ਇੱਥੇ 410 ਤੇ ਚਾਹੇ ਇੱਥੇ ਡੈਰੀ ਤੇ ਲਾ ਲਓ, ਜਿੱਧਰੋਂ ਦੀ ਵੀ ਆਪਾਂ ਟਰੱਕ ਲੈ ਕੇ 2-4-10 ਕਿਲੋਮੀਟਰ ਲੋਕਲ ਟਰੱਕ ਚਲਾਉਣਾ ਹੁੰਦਾ, ਜੇ ਉਹ ਟਰੱਕ ਵਾਲਾ ਲੈਫਟ ਲੇਨ ਦੇ ਵਿੱਚ ਟਰੱਕ ਚਲਾ ਰਿਹਾ ਆ, ਉਹਦੀ ਮਜਬੂਰੀ ਬਣਾ ਦਿੱਤੀ ਗਈ ਹੁੰਦੀ ਆ ਵੀ
ਗਾਂਹ ਜਾ ਕੇ ਜੇ ਉਹਨੇ ਕਿਲੋ ਡੇਢ 2 ਕਿਲੋਮੀਟਰ ਤੇ ਜਾ ਕੇ ਲੈਫਟ ਜਾਂ ਰਾਈਟ ਟਰਨ ਮਾਰਨੀ ਆ, ਖਾਸ ਕਰਕੇ ਲੈਫਟ ਟਰਨ ਮਾਰਨੀ ਆ, ਤਾਂ ਉਹਨੂੰ ਪਹਿਲਾਂ ਹੀ ਲੈਫਟ ਲੇਨ ਦੇ ਵਿੱਚ ਆ ਜਾਣਾ ਪੈਂਦਾ, ਕਿਉਂਕਿ ਆਪਾਂ ਮੁੜ ਕੇ ਉਹਨੂੰ ਜਿਹੜਾ ਆ ਉਹ ਰਾਹ ਹੀ ਨਹੀਂ ਦਿੰਦੇ, ਕਿਉਂਕਿ ਇਦਾਂ ਲੱਗਦਾ ਕਾਰ ਵਾਲੇ ਨੂੰ ਕਿ ਜਿੱਦਾਂ ਅੱਗੇ ਮੇਰੇ ਕੋਈ ਕੰਧ ਬਣ ਜਾਣੀ ਆ ਜਿਹੜੀ ਇਹ ਕਦੇ ਮੂਵ ਨਹੀਂ ਹੋਣੀ। ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ, ਅੰਡਰਸਟੈਂਡ ਕਰਿਆ ਕਰੋ ਇੱਕ ਦੂਜੇ ਦੇ ਨਾਲ, ਉਸ ਹਿਸਾਬ ਨਾਲ ਟਰੱਕ ਚਲਾਇਆ ਕਰੋ ਕਿ ਅਗਲੇ ਬੰਦੇ ਨੂੰ ਵੀ, ਕਾਰ ਚਲਾਇਆ ਕਰੋ ਕਿ ਅਗਲੇ ਬੰਦੇ ਨੂੰ ਵੀ ਪਰੇਸ਼ਾਨੀ ਨਾ ਆਵੇ। ਸੋ ਜਿਹੜੀ ਆਪਣੀ ਫਿਰ ਮੁੱਦੇ ਦੀ ਗੱਲ ਇਹ ਆ ਕਿ ਨਵੇਂ ਬੰਦੇ ਜਿਹੜੇ ਆ ਉਹਨਾਂ ਨੂੰ ਕੋਈ ਲਾਲਚ ਦੇ ਕੇ ਕਿੱਦਾਂ ਵੀ ਕਰਕੇ ਕੋਈ ਹਾਇਰ ਤੇ ਕਰ ਲੈਂਦਾ, ਪਰ ਸਹੀ ਮਾਇਨੇ ਦੇ ਵਿੱਚ ਵੇਖੋ ਐਕਸਪੀਰੀਅੰਸ ਚਲਾ ਕੇ ਹੀ ਆਉਣਾ। ਚਾਹੇ ਜਿੰਨਾ ਮਰਜ਼ੀ ਤੁਸੀਂ ਪੜ੍ਹੀ ਜਾਓ ਇਸ ਚੀਜ਼ ਬਾਰੇ, ਟਰੱਕ ਚਲਾਉਣ ਤੋਂ ਬਗੈਰ ਤੁਹਾਨੂੰ ਐਕਸਪੀਰੀਅੰਸ ਨਹੀਂ ਹੋਣਾ। ਉਹਦਾ ਕਾਰਨ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਆਪਾਂ ਹਰ ਕੰਪਨੀ ਕਹਿ ਦਿੰਦੀ ਆ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਲੈ ਕੇ ਆਇਓ, ਕਿਉਂਕਿ ਸਾਨੂੰ ਵੀ ਗਾਂਹ ਜੇ ਆਪਾਂ ਕਿਸੇ ਨੂੰ ਜੌਬ ਦੀ ਦੱਸਣੀ ਆ, ਦੱਸ ਪਾਉਣੀ ਆ, ਤਾਂ ਮੈਨੂੰ ਵੀ ਉਹਨਾਂ ਨੂੰ ਕਹਿਣਾ ਪੈਂਦਾ ਵੀ ਯਾਰ 2 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਮੰਗਦੇ ਆ। ਉਹ ਹੁਣ ਮੈਨੂੰ ਸਵਾਲ ਕੀ ਆ ਜਾਂਦਾ ਵੀ ਵੀਰੇ ਯਾਰ 2 ਸਾਲ ਦਾ ਐਕਸਪੀਰੀਅੰਸ ਮੰਗਦੇ ਆ, ਫਿਰ ਆਪਾਂ ਕਿੱਥੋਂ ਦਈਏ? ਉਹਦਾ ਇਹੀ ਹੱਲ ਹੁੰਦਾ, ਟੀਮ ਦੇ ਉੱਤੇ ਥੋੜ੍ਹਾ ਚਿਰ ਘੱਟੋ ਘੱਟ 6 ਮਹੀਨੇ ਤੁਸੀਂ ਟੀਮ ਤੇ ਕਿਸੇ ਵੀਰ ਭਰਾ ਦੇ ਨਾਲ ਟਰੱਕ ਚਲਾ ਲਓ। ਪਰ ਗਰਮੀਆਂ ਦੇ ਵਿੱਚ ਜਿਹੜਾ ਉਹ ਸੀਜ਼ਨ ਤੁਸੀਂ ਟਰੱਕ ਚਲਾ ਲਿਆ, ਸਿਆਲਾਂ 'ਚ ਤੁਸੀਂ ਇੰਨੇ ਜੋਗੇ ਹੋ ਜਾਂਦੇ ਆ ਕਿ ਇਕੱਲੇ ਟਰੱਕ ਲਈ ਫਿਰੋਗੇ। ਜੇ ਤੁਸੀਂ ਇਹ ਚੀਜ਼ ਨੂੰ ਮੰਨ ਕੇ ਚੱਲਦੇ ਆ ਵੀ ਮੈਂ ਇਹਨਾਂ ਦਿਨਾਂ ਦੇ ਵਿੱਚ ਟਰੱਕ ਦੇ ਉੱਤੇ ਸਿੰਗਲ ਚੜ੍ਹ ਕੇ ਤੇ ਕੰਮ ਕਰਨਾ, ਉਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਨਵੇਂ ਬੰਦਿਆਂ ਨੂੰ ਬਹੁਤ ਤਰ੍ਹਾਂ ਦੀਆਂ ਬੇਨਤੀਆਂ ਕਰਦੇ ਰਹੀਦਾ ਤੇ ਕਰਦੇ ਰਵਾਂਗੇ, ਕਿਉਂਕਿ ਕਦੇ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ। ਜੇ ਜਾਨ ਦਾ ਨੁਕਸਾਨ ਹੁੰਦਾ ਤੇ ਤੁਹਾਨੂੰ ਮੈਂ ਅੱਗੇ ਵੀ ਕਿਹਾ, ਪਰਿਵਾਰਾਂ ਨੂੰ ਨੁਕਸਾਨ ਹੁੰਦਾ। ਕਿਸੇ ਕੰਪਨੀ ਨੂੰ ਕੋਈ ਘਾਟਾ ਨਹੀਂ ਪੈਂਦਾ, ਕਿਸੇ ਨੂੰ ਕੁਝ ਨਹੀਂ ਪੈਂਦਾ। ਪਿੱਛੇ ਜੇ 2 ਵੀਰਾਂ ਦੀ ਮੌਤ ਹੋ ਗਈ ਸੀਗੀ ਟਰੱਕ ਦੇ ਵਿੱਚ ਅੱਗ ਲੱਗਣ ਕਾਰਨ। ਅਗਲਿਆਂ ਨੇ ਤੇ ਇੱਥੋਂ ਤੱਕ ਵੀ ਮੰਨਣਾ ਕਹਿਤਾ ਵੀ ਅਸੀਂ ਤੇ ਸਾਨੂੰ ਤੇ ਪਤਾ ਹੀ ਨਹੀਂ ਜੀ ਇਹ ਕੌਣ, ਸਾਡੇ ਨਾਲ ਹੈ ਹੀ ਨਹੀਂ, ਮਤਲਬ ਮੁੱਕਰ ਹੀ ਗਏ। ਗੱਲ ਕਾਹਦੀ ਆ? ਤੇ ਉਹ ਜਿਹੜੀ ਆ ਗੱਲ ਉਹ ਆਉਂਦੀ ਕਿਹਦੇ ਉੱਤੇ ਆ? ਪਰਿਵਾਰ ਧੱਕੇ ਖਾਂਦੇ, ਉਹਨਾਂ ਦੀ ਬੇਟੀ ਇੱਥੇ ਧੱਕੇ ਖਾਂਦੀ ਰਹੀ ਆ, ਤਰਲੇ ਲੈਂਦੀ ਰਹੀ ਆ ਕਿ ਮੇਰੇ ਪਿਓ ਦਾ ਹੀ ਨਹੀਂ ਪਤਾ ਲੱਗਣ ਡਿਆ ਉਹ ਹੈ ਕਿੱਥੇ ਆ। ਸੋ ਕੀ ਕਰੋਗੇ? ਪੈਰਾਲਾਈਜ਼ ਅਟੈਕ ਹੋਇਆ ਇੱਕ ਆਪਣੇ ਵੀਰ ਇੱਥੇ ਵਿੰਡਸਰ ਰਹਿੰਦੇ ਆ, ਉਹਨਾਂ ਨੇ ਕਈ ਵਾਰੀ ਇਹ ਗੱਲਾਂ ਦੱਸੀਆਂ ਤੇ ਕਈ ਵਾਰੀ ਮਨ ਭਰ ਆਉਂਦਾ ਗੱਲਾਂ ਸੁਣ ਕੇ, ਕਿਉਂਕਿ ਇਮੋਸ਼ਨ ਬੰਦੇ ਦੇ ਵਿੱਚ ਹਰ ਕੰਮ ਦੇ ਵਿੱਚ ਤੁਸੀਂ ਗੁੱਸੇ ਨਾਲ ਜਾਂ ਦਬਕੇ ਨਾਲ ਜਾਂ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ। ਤੁਹਾਡੇ ਬੜੇ ਜਿਹੜੇ ਆ ਇਮੋਸ਼ਨਸ ਕਈਆਂ ਬੰਦਿਆਂ ਦੇ ਨਾਲ ਜੁੜੇ ਹੁੰਦੇ ਆ। ਤੁਸੀਂ ਕਈ ਵਾਰੀ ਗੱਲ ਸੁਣਦੇ ਆ ਤੇ ਵਾਕਈ ਬੰਦੇ ਦਾ ਜੀ ਕਰਦਾ ਕਿ ਮੈਂ ਇਹਨੂੰ ਕਿਸੇ ਤਰੀਕੇ ਨਾਲ ਵਾਕਈ ਜਾਦੂ ਦੀ ਛੜੀ ਬਣਾ ਕੇ ਤੇ ਇਹਨੂੰ ਬਦਲ ਦੇਵਾਂ, ਪਰ ਵਸ ਨਹੀਂ ਚੱਲਦਾ। ਸੋ ਇਸ ਦੇ ਨਾਲ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਟਰੱਕਰ ਜਿਹੜਾ ਹੈ ਨਾ, ਆਲਵੇਜ਼ ਪ੍ਰਾਊਡ ਟੂ ਬੀ ਅ ਟਰੱਕਰ। ਆਲਵੇਜ਼ ਆਪਾਂ ਪ੍ਰਾਊਡ ਤਾਂ ਕਰਦੇ ਹਾਂ ਵੀ ਆਪਾਂ ਜੋ 2019 ਵਾਲਾ ਜਿਹੜਾ ਕੋਵਿਡ ਆਇਆ ਸੀਗਾ ਨਾ, ਉਹਦੇ ਵਿੱਚ ਜੋ ਕਰਕੇ ਦਿੱਤਾ ਟਰੱਕਰ ਭਾਈਚਾਰੇ ਨੇ, ਜਿਹੜੀ ਮਿਹਨਤ ਕੀਤੀ ਉਹ ਕਿਸੇ ਨੇ ਨਹੀਂ ਕੀਤੀ। ਕਿਉਂਕਿ ਪ੍ਰਾਪਰਟੀਆਂ ਵਾਲਿਆਂ ਨੇ ਤੇ ਪ੍ਰਾਪਰਟੀਆਂ ਦੇ ਰੇਟ ਚੁੱਕ ਕੇ ਪੈਸਾ ਬਣਾ ਲਿਆ। ਟਰੱਕਰ ਭਾਈਚਾਰੇ ਨੇ ਪੈਸਾ ਇਤਨਾ ਨਹੀਂ ਨਾ ਬਣਾਇਆ। ਟਰੱਕਰ ਭਾਈਚਾਰੇ ਨੇ ਸਿਰਫ ਸੇਵਾ ਕੀਤੀ। ਇੰਨੇ ਕੁ ਪੈਸੇ ਤੇ ਆਮ ਬਣਦੇ ਆ, ਜਿੰਨੇ ਪੈਸੇ ਹੁਣ ਬਣਦੇ ਆ ਉਨੇ ਹੀ ਕੋਵਿਡ 'ਚ ਬਣਾਇਆ। ਕੋਈ ਵਿਰਲਾ ਟਾਵਾਂ ਹੋਊਗਾ ਜਿਹਨੇ ਕੋਈ ਲੋੜ ਚੱਲ ਮਹਿੰਗੇ ਚੁੱਕ ਲਏ ਜਾਂ ਇੱਧਰੋਂ ਉੱਧਰੋਂ ਜਾਂ ਕੋਈ ਜੁਗਾੜ ਲਾ ਲਿਆ, ਨਹੀਂ ਤੇ ਆਮ ਮੈਂ ਵੀ ਉਹਨਾਂ ਦੇ ਵਿੱਚ ਹੀ ਆਉਣਾ ਜੋ ਮੀਲਾਂ ਦੇ ਪੈਸੇ ਮਿਲਦੇ ਰਹੇ ਆ। ਸਿਰਫ ਤੇ ਸਿਰਫ 2 ਤੇ 2 4 ਵੀਕਾਂ 2 ਸੈਂਟ ਮੀਲ ਪਿੱਛੇ, ਜਿੱਦਾਂ ਮੰਨ ਲਓ 6000 ਮੀਲ ਭਾਲੀ 2 ਵੀਕਾਂ ਦੀ, ਤੇ ਉਹਦੇ ਨਾਲ ਤੁਸੀਂ ਗੁਣਾ ਕਰ ਲਓ ਵੀ 6000 ਨੂੰ 2 ਸੈਂਟਾਂ ਦੇ ਨਾਲ ਗੁਣਾ ਕਰ ਲਓ ਵੀ ਇੰਨੇ ਪੈਸੇ ਸਾਨੂੰ ਜਿਹੜੇ ਆ ਬੋਨਸ ਦੇ ਤੌਰ ਦੇ ਉੱਤੇ 2 ਮਹੀਨੇ ਦਿੱਤੇ ਗਏ, 1 ਮਹੀਨਾ ਦਿੱਤੇ ਗਏ 2 ਚੱਕਾਂ ਦੇ ਵਿੱਚ। ਸੋ ਚਲੋ ਉਹ ਵੀ ਅਸੀਂ ਕੋਈ ਇਹ ਨਹੀਂ ਕੋਈ ਡਿਮਾਂਡ ਰੱਖੀ ਸੀਗੀ, ਚਲੋ ਉਹ ਅਗਲਿਆਂ ਨੇ ਦੇ ਦਿੱਤੇ ਤੇ ਅਸੀਂ ਲੈ ਲਏ। ਪਰ ਅਸੀਂ ਆਪਣੇ ਆਪ ਦਾ ਸਟੈਂਡ ਕਿੱਥੇ ਰੱਖਦੇ ਹਾਂ ਤੁਸੀਂ ਦੱਸਣਾ।
ਬਈ ਹਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਲੈਵਲ ਤੱਕ ਦਾ ਸਾਥ ਦੇ ਸਕਦੇ ਹਾਂ। ਜੇ ਟਰੱਕ ਖੜੇ ਕਰਨ ਦੀ ਲੋੜ ਪੈਂਦੀ ਆ, ਕੀ ਆਪਾਂ ਟਰੱਕ ਖੜੇ ਕਰਦੇ ਹਾਂ? 15 ਦਿਨ ਦੀ ਗੱਲ ਆ। ਇੰਨਾ ਵੇਖੋ, ਕੋਈ ਤੁਹਾਨੂੰ ਪਤਾ ਬੰਦਾ ਘਰੇ ਬੈਠਾ ਹੋਵੇ ਨਾ, ਉਹਨੂੰ ਟੈਲੀਫੋਨ ਤੇ ਟੈਲੀਫੋਨ ਕਰੀ ਜਾਂਦਾ, ਯਾਰ ਲੋਡ ਲੈ ਜਾਓ, ਆ ਲੋਡ ਖਰਾਬ ਹੋ ਜਾਣਾ, ਇੰਨੀ ਪੈਨਲਟੀ ਪੈ ਜਾਣੀ। ਜੇ ਤੁਸੀਂ ਕੰਮ ਹੀ ਹੈ ਨਹੀਂ ਆ, ਤੁਸੀਂ ਦਿਹਾੜੀ ਬੰਦੇ ਨੂੰ ਘਰ ਵਾਧੂ ਨਹੀਂ ਰਹਿਣ ਦਿੰਦੇ, ਤੇ ਮਤਲਬ ਕਿਹੜੇ ਹਿਸਾਬ ਨਾਲ ਕਹਿ ਸਕਦੇ? ਫਿਰ ਫ੍ਰੀ ਕੰਮ ਕਰੀ ਜਾਂਦੇ ਆ। ਅਸੀਂ ਤੇ ਫ੍ਰੀ ਕਰਦੇ ਹੀ ਆ ਨਾ। ਸਾਨੂੰ ਤੇ ਐਂ ਲੱਗਣ ਨਹੀਂ ਡਿਆ ਵੀ ਯਾਰ ਅਸੀਂ ਜਿਹੜਾ ਆ ਉਹ ਬਹੁਤ ਪੈਸਾ ਬਣਾ ਲਿਆ। ਮੈਂ ਹਰ ਥਾਂ ਤੇ ਬੇਨਤੀ ਇਹ ਕੀਤੀ ਕਿ ਆਪਾਂ ਅੱਜ ਤੱਕ ਟਰੱਕ ਚਲਾ ਕੇ ਤੇ ਆਪਣਾ ਬਣਾਇਆ ਕੀ ਆ? ਇੱਕ ਕਿਸ਼ਤਾਂ ਹੀ ਆ ਨਾ, ਸੇਵਿੰਗਸ ਤਾਂ ਨਹੀਂ ਕੀਤੀਆਂ। ਬਹੁਤ ਘੱਟ ਟਰੱਕਰ ਆ ਜਿਹਨੇ ਸੇਵਿੰਗਸ ਕਰਕੇ ਕੁਝ ਬਣਾਇਆ ਹੋਵੇ, ਬਹੁਤ ਘੱਟ। ਕਿਉਂਕਿ ਜਦੋਂ ਨਿਆਣੇ ਯੂਨੀਵਰਸਿਟੀ ਜਾਂਦੇ ਆ, ਮੈਂ ਮੋਸਟਲੀ ਟਰੱਕਰਾਂ ਨੂੰ ਵੇਖਿਆ ਆ, ਆਪਣੇ ਭਰਾ ਵੱਡੇ ਇੱਥੇ ਬਥੇਰੇ ਨੇ ਜਿਨ੍ਹਾਂ ਨੇ ਘਰ ਰੀਫਾਈਨਾਂਸ ਕਰਾ ਕੇ ਪੈਸੇ ਚੱਕੇ ਆ। ਸੋ ਉਹ ਚੀਜ਼ ਜਿਹੜੀ ਆ, ਉਹ ਕਿਉਂ ਸਾਨੂੰ ਇਹ ਕਰਨੀ ਪੈਂਦੀ ਆ? ਕਿਉਂਕਿ ਸਾਡੇ ਕੋਲ ਸੇਵਿੰਗਸ ਹੈ ਨਹੀਂ। ਸਾਡੇ ਕੋਲ ਇੰਨੇ ਚਿਰ ਦੇ ਵਿੱਚ ਆਪਾਂ ਟਰੱਕ ਚਲਾਉਂਦੇ, ਜਦੋਂ ਨਿਆਣੇ ਯੂਨੀਵਰਸਿਟੀ ਜਾਂਦੇ ਸਾਡੇ ਕੋਲ ਉਦੋਂ ਵੀ $1,00,000 ਨਹੀਂ ਹੁੰਦਾ। ਸੋ 3 ਸਾਲ ਤੋਂ ਇੱਕੋ ਹੀ ਗੱਲ ਮੈਂ ਤੁਹਾਡੇ, ਵੇਖੋ ਮੈਂ ਇਹ ਨਹੀਂ ਕਹਿੰਦਾ ਵੀ, ਕਈ ਵਾਰੀ ਬੰਦਾ ਕਹਿੰਦਾ ਵੀ ਇਸ ਚੀਜ਼ ਦਾ ਹੱਲ ਕੀ ਕਰਾਇਆ। ਬਾਈ ਹੱਲ ਅਵੇਅਰਨੈਸ ਦੇ ਨਾਲ ਹੀ ਹੁੰਦੇ ਆ। ਜੇ ਮੈਨੂੰ ਕਿਹੜਾ ਕਿਸੇ ਦਾ ਕੋਈ ਡਰ ਖੌਫ ਆ ਵੀ ਮੈਂ ਕਿਸੇ ਕੋਲ ਡਰ ਕੇ, ਮੈਂ ਕੋਈ ਕਿਸੇ ਨੂੰ ਗਲਤ ਨਹੀਂ ਕਹਿੰਦਾ। ਮੈਂ ਕਹਿੰਦਾ ਕੰਪਨੀਆਂ ਵਾਲੇ ਵੀ ਭਰਾ ਆਪਣੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਇੱਥੋਂ ਤੱਕ ਪਹੁੰਚੇ ਆ, ਅਸੀਂ ਉਹਨਾਂ ਦੇ ਨਾਲ ਆਪਣੀ ਇੱਕ ਹੈਲਦੀ ਟਾਕ ਕਰਕੇ, ਟੇਬਲ ਟਾਕ ਕਰਕੇ, ਜਾਂ ਉਹਨਾਂ ਦੇ ਨਾਲ ਆਪਾਂ ਤਰੀਕੇ ਨਾਲ ਗੱਲਬਾਤ ਕਰਕੇ ਆਪਣੇ ਰੇਟਾਂ ਦੇ ਉੱਤੇ ਝਾਤ ਮਰਾਉਣੀ ਆ, ਨਾ ਕਿ ਆਪਾਂ ਉਹਨਾਂ ਕੋਲ ਕੁਝ ਖੋਣਾ ਆ। ਮੈਂ ਅੱਜ ਤੱਕ ਕਦੀ ਕਿਸੇ ਕੰਪਨੀ ਨੂੰ ਜਾਂ ਕਿਸੇ ਨਿੱਜੀ ਕਿਸੇ ਬੰਦੇ ਨੂੰ ਇਹ ਕਿਹਾ ਹੋਵੇ ਬਈ ਤੂੰ ਗਲਤ ਆ ਜਾਂ ਤੇਰੇ ਕੋਲੋਂ ਆ ਲੈਣਾ। ਆਪਾਂ ਤਾਂ ਇਹ ਕਹਿੰਦੇ ਆ ਇਕੱਠੇ ਹੋ ਕੇ ਗੱਲਬਾਤ ਕਰਨ ਦਾ, ਜੇ ਤੁਸੀਂ ਇੱਕ ਦੂਜੇ ਨੂੰ ਟਾਈਮ ਦਿੰਦੇ ਆ ਨਾ, ਜੇ ਤੁਸੀਂ ਮੌਕਾ ਦਿੰਦੇ ਆ, ਗੱਲਬਾਤ ਕਰਕੇ ਜਿਹੜੇ ਹੱਲ ਨਿਕਲ ਸਕਦੇ ਆ, ਉਹ ਟੀ ਪੈ ਕਰਕੇ ਹੱਲ ਨਹੀਂ ਨਿਕਲਦੇ ਹੁੰਦੇ। ਰਹੀ ਗੱਲ ਮੁਜ਼ਾਹਰਿਆਂ ਦੀ, ਰਹੀ ਗੱਲ ਮੇਰੇ ਵੱਲੋਂ, ਮੈਨੂੰ ਜਿੱਥੇ ਜਿੱਦਣ ਜੋ ਲੱਗੂਗਾ ਨਾ, ਜੇ ਮੈਨੂੰ ਲੱਗਿਆ ਵੀ ਆਹ ਚੀਜ਼ ਹੁਣ ਆਹ ਚੀਜ਼ ਤੋਂ ਪਰੇ ਹੋ ਗਈ ਆ, ਨਹੀਂ ਉੱਥੇ ਆਹ ਗੱਲ ਹੋ ਰਹੀ, ਤੇ ਮੈਨੂੰ ਕੋਈ ਗਰੇਜ ਨਹੀਂ ਹੈਗਾ ਜੇ ਮੈਂ ਜਾ ਕੇ ਤੇ ਆਪਣੇ ਧਰਨੇ ਦੇ ਉੱਤੇ ਸਿਰਫ ਤੇ ਸਿਰਫ ਸਿਸਟਮ ਦੇ ਅੱਗੇ ਜਾ ਕੇ ਬਹਿ ਜਾਵਾਂ। ਕਦੀ ਨਾ ਕਿਸੇ ਦੇ ਨਿੱਜੀ ਪਰਿਵਾਰ ਨੂੰ ਨਹੀਂ ਭੰਡਣਾ ਚਾਹੀਦਾ, ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਹਰ ਬੰਦਾ ਇੱਥੇ ਇੰਨੀ ਮਿਹਨਤ ਕਰਦਾ, ਰੋਟੀ ਖਾਂਦਾ। ਹੁਣ ਅਸੀਂ ਟਰੱਕਾਂ ਵਾਲੇ ਆ, ਇੱਕ ਦੂਜੇ ਦੇ ਉੱਤੇ ਬਲੇਮ ਕਰਕੇ, ਜੇ ਆਪਾਂ ਕਿਸੇ ਦੀ ਕੋਈ ਵੀ ਮੰਨ ਲਓ ਕੋਈ ਮਾੜੀ ਗੱਲ ਨੂੰ ਅੱਗੇ ਲਿਆ ਕੇ ਉੱਤੇ ਬਲੇਮ ਕਰਕੇ ਉਹਦੇ ਟੱਬਰ ਦੇ ਉੱਤੇ ਜਾਂ ਉਹਦੀ ਰੋਟੀ ਦੇ ਉੱਤੇ ਕੋਈ ਇਫੈਕਟ ਪਾ ਦਈਏ, ਨਿੱਕੇ ਨਿੱਕੇ ਨਿਆਣੇ ਰੁਲ ਜਾਂਦੇ ਆ ਇੱਥੇ ਇੱਕ ਆਪਸੀ ਖਾਰ ਕਰਕੇ। ਆਪਸ 'ਚ ਗੱਲ ਆ, ਬੈਠੋ ਨਿਬੇੜੋ, ਜਿੱਦਾਂ ਦੀ ਮਰਜ਼ੀ ਗੱਲ ਆ। ਕੋਈ ਇੱਥੇ ਕਿਸੇ ਦਾ ਸਿਰ ਪਾੜਨ ਨੂੰ ਨਹੀਂ ਬੈਠਾ, ਕੋਈ ਇੱਥੇ ਏਡਾ ਬਦਮਾਸ਼ ਨਹੀਂ ਜੰਮਿਆ। ਸੋ ਜਿਹੜੀਆਂ ਗੱਲਾਂ ਕਈ ਵਾਰੀ ਕਹਿ ਜਾਂਦੇ ਹੋ ਨਾ, ਆ 24 ਵਾਲੀ ਮੀਟਿੰਗ ਕੀਤੀ, ਉਦੋਂ ਬਾਅਦ ਪ੍ਰਾਈਵੇਟ ਨੰਬਰਾਂ ਤੋਂ ਕਾਲਾਂ ਆਹ ਕਰ ਦਾਂਗੇ, ਜੈ ਯਾਰ ਇਹ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਆ, ਨਾ ਇਹ ਕਿਸੇ ਨੂੰ ਦੱਸਣ ਵਾਲੀਆਂ ਹੀ ਆ। ਮੈਂ ਤੁਹਾਨੂੰ ਉਦੋਂ ਦਾ ਕਦੀ ਕਿਸੇ ਨੂੰ ਦੱਸਾਂ ਵੀ ਆਹ ਬੰਦਾ ਗੱਲ ਆ ਕਹਿ ਰਿਹਾ ਆ, ਕੀ ਉਹ ਕੋਈ ਗੱਲਾਂ ਕਹਿਣ ਵਾਲੀਆਂ ਨੇ? ਗੱਲ ਤੇ ਹੱਲ ਦੀ ਆ। ਹੱਲ ਕਰੋ, ਹੱਲ ਭਾਵੇਂ ਲੀਡਰਾਂ ਨਾਲ ਬਹਿ ਕੇ ਕਰੋ, ਮਿਨਿਸਟਰਾਂ ਨਾਲ ਬਹਿ ਕੇ ਕਰੋ, ਕੰਪਨੀਆਂ ਵਾਲਿਆਂ ਦੇ ਨਾਲ ਬਹਿ ਕੇ ਕਰੋ। ਮੈਂ ਤੇ ਆਪਣਾ ਡੰਗਾ ਮੈਂ ਤੇ ਚਲਾਈ ਜਾਣਾ, ਮੈਂ ਤੇ ਢੋਲ ਵਜਾਈ ਜਾਣਾ, ਦੱਸੀ ਜਾਣਾ ਤੁਹਾਨੂੰ। ਉਦਣ ਵੀ ਦੱਸਦਾ ਸੀ, ਅੱਜ ਵੀ ਦੱਸਦਾ, ਗਾਂ ਵੀ ਦੱਸਦਾ ਰਹੂੰਗਾ। 4 ਬੰਦੇ ਨਾਲ ਜੁੜੇ ਆ ਤਾਂ ਵੀ ਦੱਸੀ ਜਾਊਂਗਾ, ਇਕੱਲਾ ਆ ਤਾਂ ਵੀ ਦੱਸੀ ਜਾਊਂਗਾ।
ਕਿਉਂਕਿ ਮੈਂ ਤਾਂ ਕੋਈ ਨਾ ਕੋਈ ਪਲੇਟਫਾਰਮ ਚੂਜ਼ ਕਰਕੇ ਤੁਹਾਡੇ ਤੱਕ ਗੱਲ ਪਹੁੰਚਾਈ ਜਾਣੀ ਹੈ। ਨਾ ਮੈਨੂੰ ਕੋਈ ਐਡਵਰਟਾਈਜ਼ਮੈਂਟ ਦਾ, ਨਾ ਮੈਨੂੰ ਕੋਈ ਪੈਸਾ ਕਮਾਉਣ ਦਾ ਇਸ ਚੀਜ਼ ਤੋਂ। ਮੈਂ ਅੱਗੇ ਵੀ ਕਹਿਣਾ ਹੁੰਦਾ, ਕਿਸੇ ਨੇ ਸਪਾਂਸਰ ਕਰਨਾ ਆਪਣੀ ਖੁਸ਼ੀ ਨਾਲ ਸਪਾਂਸਰ ਕਰਨਾ। ਇਸ ਆ ਜਿਹੜਾ ਐਡਾ ਤਗੜਾ ਸਿਸਟਮ ਬਣਾਇਆ ਹੋਇਆ ਆ, ਇਹਦਾ ਖਰਚਾ ਚਲਾਉਣ ਵਾਸਤੇ ਕਿਸੇ ਨੇ ਸਪਾਂਸਰ ਕਰਨਾ, ਤੇ ਉਹ ਆਪ ਦੀ ਇੱਕ ਨਿੱਜੀ ਉਹਦੀ ਇੱਕ ਚੰਗੀ ਸੋਚ ਹੋਊਗੀ। ਮੈਂ ਕਹਿੰਦਾ ਵੀ ਜੇ ਕੋਈ ਬੰਦਾ ਇਹ ਚੀਜ਼ ਕਰਨੀ ਚਾਹੁੰਦਾ ਆ ਤਾਂ, ਕਿਉਂਕਿ ਉੱਦਾਂ ਵੀ ਤੇ ਆਪਾਂ ਬਹੁਤ ਵੱਡੇ ਵੱਡੇ ਦਾਨੀ ਆ, ਬਾਹਰ ਦਾਨ ਕਰਦੇ ਆ। ਸੋ ਇਹਦੇ ਵਿੱਚ ਇਹ ਚੀਜ਼ ਸੋਚ ਕੇ ਮੈਂ ਕੰਮ ਨਹੀਂ ਕਰਦਾ, ਨਾ ਪਹਿਲੋਂ ਵੀ ਕਦੀ ਕੀਤਾ ਕਿ ਪੈਸੇ ਕਮਾਵਾਂਗੇ। ਮੀਡੀਆ ਦਾ ਸਾਥ ਲਿਆ ਆ। ਟਰੱਕਿੰਗ ਟੁਡੇ ਪ੍ਰੋਗਰਾਮ ਜਿਹੜਾ ਆ, ਵਿਰਾਸਤ ਮੀਡੀਆ ਜਿਹੜਾ ਆ, ਇਹਦਾ ਸਾਥ ਲਿਆ ਆ ਤੁਹਾਡੇ ਤੱਕ ਆਪਣੀ ਗੱਲਬਾਤ ਪਹੁੰਚਾਉਣ ਵਾਸਤੇ। ਇਹਦੀ ਐਪ ਮੋਸਟਲੀ ਮੈਂ ਸਾਰਿਆਂ ਤੱਕ ਪਹੁੰਚਾ ਚੁੱਕਾ ਆ। ਇਹਨੂੰ ਡਾਊਨਲੋਡ ਕਰੋ। ਮੈਨੂੰ ਪਤਾ ਆ ਸ਼ਨੀਵਾਰ ਨੂੰ ਮੋਸਟਲੀ ਆਪਣੇ ਭਰਾ ਘਰੇ ਹੁੰਦੇ ਆ, ਤੇ ਗੱਲ ਮੇਰਾ ਵੀ ਕੋਈ ਵੱਟ ਦਾ ਰੌਲਾ ਨਹੀਂ, ਪਰ ਮੇਰਾ ਵੀ ਚੱਕਰ ਆ ਸ਼ਨੀਵਾਰ ਹੀ ਮੇਰਾ ਆਫ ਹੁੰਦਾ ਆ। ਜੇ ਮੈਂ 7 ਦਿਨ ਵਿਹਲਾ ਹੋਵਾਂ ਫਿਰ ਤਾਂ ਮੈਂ ਤੁਹਾਨੂੰ ਟਰੱਕ ਤੇ ਬੈਠਿਆਂ ਨੂੰ ਵੀ ਸਾਰੀਆਂ ਗੱਲਾਂ ਇੱਥੇ ਬੈਠਿਆਂ ਲਾਈਵ ਤੁਹਾਡੇ ਨਾਲ ਕਰਦਾ ਰਿਹਾ ਕਰਾਂ, ਪਰ ਮਜਬੂਰੀ ਇਸੇ ਚੀਜ਼ ਦੀ ਆ ਕਿ ਆਪਾਂ ਆਪਣੀ ਗੱਲਬਾਤ ਕਰਨ ਵਾਸਤੇ ਉਹੀ ਸਮਾਂ ਚੂਜ਼ ਕਰ ਸਕਦੇ ਹਾਂ ਜਿਹੜੇ ਸਮੇਂ ਆਪਾਂ ਆਪਣੇ ਪਰਿਵਾਰ ਤੋਂ ਤੇ ਟਾਈਮ ਮੰਗ ਸਕਦੇ ਹਾਂ, ਪਰ ਟਰੱਕ ਤੋਂ ਨਹੀਂ ਮੰਗਿਆ ਜਾਂਦਾ। ਕਿਉਂਕਿ ਉਹਨਾਂ ਚੀਜ਼ਾਂ ਨੂੰ ਮੇਰੇ ਕੋਲ ਬਿਆਨ ਕਰਨ ਨੂੰ ਹੈ ਨਹੀਂ, ਕਿਉਂਕਿ ਆਪਣੇ ਟਰੱਕਰ ਭਾਈਚਾਰਾ ਜਿਹੜਾ ਆ ਇਹ ਭਲੀ ਭਾਂਤ ਜਾਣਦਾ ਮੈਂ ਕੀ ਕਹਿਣਾ ਚਾਹੁੰਦਾ ਹਾਂ। ਸੋ ਮੈਂ ਤੁਹਾਡੇ ਨਾਲ ਨਾ ਵਾਰਤਾਲਾਪ ਰੱਖਣੀ ਚਾਹੁੰਦਾ ਸੀਗਾ। ਅਸਲ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਸੀਗਾ। ਅਸਲ ਦੇ ਵਿੱਚ ਅਸੀਂ ਕਿਸੇ ਦਿਨ ਇੱਕ ਇਦਾਂ ਦਾ ਸੈਗਮੈਂਟ ਲੈ ਕੇ ਆਵਾਂਗੇ, ਇਦਾਂ ਦਾ ਪ੍ਰੋਗਰਾਮ ਲੈ ਕੇ ਆਵਾਂਗੇ ਕਿ ਇੱਥੇ ਨਾਲ ਦੀ ਕੁਰਸੀ ਦੇ ਉੱਤੇ ਕੋਈ ਨਾ ਕੋਈ ਬੰਦਾ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਮਾਹਿਰ ਆ ਜਾਂ ਇਹਨਾਂ ਚੀਜ਼ਾਂ ਦੇ ਨਾਲ ਵਧੀਆ ਪਕੜ ਰੱਖਦਾ ਆ। ਕਿਉਂਕਿ ਮੈਂ ਤਾਂ ਇੱਕ ਰੌਲਾ ਪਾਉਣ ਵਾਲਾ ਬੰਦਾ ਆ, ਮੈਂ ਤਾਂ ਕਹਿਣ ਵਾਲਾ ਬੰਦਾ। ਜੇ ਤੁਸੀਂ ਇਹ ਕਹਿੰਦਾ ਵੀ ਇਸ ਚੀਜ਼ ਪਿੱਛੇ ਮੈਂ ਨੌਲੇਜ ਰੱਖਦਾ ਆ ਕਿ ਇੱਥੇ ਆ ਪਿਆ, ਇੱਥੇ ਆ ਪਿਆ, ਉਹ ਸਾਰੀਆਂ ਚੀਜ਼ਾਂ ਮੈਂ ਕਰ ਦੂੰਗਾ, ਨਹੀਂ। ਜਿਹੜੇ ਕਰ ਸਕਦੇ ਆ ਉਹ ਹੋਰ ਨੇ, ਉਹ ਕਰ ਸਕਦੇ ਆ ਪਰ ਕਰਨਾ ਚਾਹੁੰਦੇ ਨਹੀਂ ਆ, ਕਿਉਂਕਿ ਉਹਨਾਂ ਦੀ ਤਾਂ ਪੋਲਿਟਿਕਸ ਮੁੱਕ ਗਈ। ਫਿਰ ਇੱਕ ਟਰੱਕਰ ਦਾ ਐਡਾ ਵੱਡਾ ਮਸਲਾ ਆ, ਵਾਸ਼ਰੂਮਾਂ ਦਾ ਮਸਲਾ ਆ, ਜਾਂ ਪਾਰਕਿੰਗ ਦਾ ਮਸਲਾ ਆ, ਜਾਂ ਕਿਹੜੀ ਵੀ ਚੀਜ਼ ਦਾ ਮਸਲਾ ਆ, ਉਹ ਜੇ ਕੋਈ ਕਾਉਂਸਲਰ ਦੇ ਹਿੱਸੇ ਆਉਂਦੀ ਆ, ਉਹਨੇ ਐਰਕੀ ਹੱਲ ਕਰਤਾ, ਫਿਰ ਗਾਂ ਕਿੱਦਾਂ ਉਹਨੇ ਇਲੈਕਸ਼ਨ ਲੜਨੀ ਆ? ਠੀਕ ਹੈ ਨਾ। ਤੇ ਜੇ ਕਿ MP ਦਾ ਮਸਲਾ ਆ, ਉਹਨੇ ਗਾਂ ਇਲੈਕਸ਼ਨ ਕਿਹੜੇ ਮੂੰਹ ਨਾਲ ਲੜਨੀ ਆ? ਉਹਨੇ ਤਾਂ ਤੁਹਾਡਾ ਹੱਲ ਕਰਾਤਾ ਨਾ। ਤੁਸੀਂ ਕਹਿਣਾ ਵੀ ਠੀਕ ਆ, ਹੁਣ ਡਨ ਆ, ਧੰਨਵਾਦ ਤੇ ਜ਼ਰੂਰ ਕਰ ਦੇਵਾਂਗੇ। ਹੁਣ ਆਪਾਂ 5 ਸਾਲ ਬਾਅਦ ਹਰ ਬੰਦਾ ਰਿਟਨ ਟੈਸਟ ਦੇਣ ਜਾਂਦਾ, ਠੀਕ ਆ। ਉਹ ਮੇਰੇ ਵਰਗਾ 2-3 ਜਿੰਨੀ ਕੁ ਨੂੰ ਉਹ ਲਾਈਨ 'ਚ ਲੱਗ ਕੇ ਵਾਰੀ ਆਉਂਦੀ, ਉਨੀ ਕੁ ਨੂੰ ਫੇਲ ਹੋ ਕੇ ਫੇਰ ਆ ਜਾਈਦਾ ਲਾਈਨ 'ਚ। ਮੈਂ ਮੇਰਾ ਪਹਿਲੀ ਵਾਰੀ ਹੋਇਆ ਸੀਗਾ ਕੈਨੇਡਾ ਜਦੋਂ ਮੈਂ ਆਇਆ, ਮੈਂ ਤੀਜੀ ਵਾਰੀ ਪਾਸ ਹੋਇਆ ਉਹ 'ਚ। ਇੱਥੇ ਕਿਹੜਾ ਸਟੀਲ ਤੇ ਉੱਥੇ ਮੈਂ ਚਲ ਗਿਆ। ਪਹਿਲੀ ਵਾਰੀ ਮੈਂ ਟੈਸਟ ਦੇਣ ਗਿਆ, ਐਡੀ ਲੰਬੀ ਲਾਈਨ ਲੱਗੀ, ਵਾਰੀ ਆਈ, ਉੱਥੇ ਗਿਆ। ਆਪਾਂ ਤੁਹਾਨੂੰ ਪਤਾ ਆਪਾਂ ਕਿਹੜਾ ਇੰਨਾ ਇੱਕੋ ਜਿਹੇ ਸਵਾਲ ਜਵਾਬ ਹੁੰਦੇ ਆ, ਉਹ 4-5 ਜਿਹੜੇ ਉਹ ਸਾਰਾ ਕੁਝ ਨੱਪਿਆ ਕੀਤਾ, ਉਹ ਚਲੋ ਜੀ ਉਹ ਫੇਲ ਹੋ ਗਿਆ। ਮੈਂ ਫੇਰ ਆ ਕੇ ਲਾਈਨ 'ਚ ਲੱਗ ਗਿਆ। ਲਾਈਨ 'ਚ ਲੱਗਿਆ ਆ ਕੇ ਉਹ ਦੂਜੀ ਵਾਰੀ ਮੈਂ ਫੇਰ ਕੀਤਾ, ਮੈਂ ਫੇਰ ਫੇਲ ਹੋ ਗਿਆ। ਤੀਜੀ ਵਾਰੀ ਮੇਰਾ ਹੌਸਲਾ ਨਹੀਂ ਪਿਆ, ਮੈਂ ਕਿਹਾ ਲਾਈਨ 'ਚ ਲੱਗਾ, ਪਤਾ ਨਹੀਂ 10 ਕੇ ਘਰੇ $20 ਦੁਬਾਰੇ ਲੈਂਦੇ ਹੁੰਦੇ ਆ ਲਾਈਨ 'ਚ ਲੱਗ ਕੇ, ਦੁਬਾਰਾ ਉਸੇ ਵੇਲੇ ਦੇਈ ਜਾਓ, ਭਾਵੇਂ ਜਿੰਨੀ ਵਾਰੀ ਮਰਜ਼ੀ ਦੇਈ ਜਾਓ। ਚਲੋ ਮੈਂ ਤੀਜੀ ਵਾਰੀ ਮੇਰਾ ਹੌਸਲਾ ਨਹੀਂ ਪਿਆ ਲਾਈਨ 'ਚ ਲੱਗਣ ਨੂੰ, ਮੈਂ ਕਿਹਾ ਯਾਰ ਛੱਡ ਮਨਾ, ਤੇ ਦਿਹਾੜੀ ਲੰਘ ਜਾਣੀ ਇੱਥੇ ਹੀ ਸਾਰੀ। ਵੀ ਉੱਥੇ ਮੈਨੂੰ 5 ਮਿੰਟ ਲੱਗਦੇ ਫੇਲ ਹੋਣ ਨੂੰ, ਇੱਥੇ ਮੈਨੂੰ ਲਾਈਨ 'ਚ ਲੱਗੇ ਨੂੰ ਅੱਧਾ ਪੌਣਾ ਘੰਟਾ ਲੰਘ ਜਾਂਦਾ, ਤੇ ਮੈਨੂੰ ਲੱਗਦਾ ਸੀ ਕਿ ਮੈਂ ਕਿਹੜਾ ਪਾਸ ਹੋਣਾ ਇਹ 'ਚ। ਸੋ ਫਿਰ ਮੈਂ ਘਰੇ ਗਿਆ, ਮੈਂ ਜਾ ਕੇ ਉੱਥੋਂ ਮੈਂ ਕਿਤਾਬ ਲੈ ਗਿਆ, ਮੈਨੂੰ ਅਜੇ ਵੀ ਯਾਦ ਆ, $10 ਦੀ ਖਰੇ ਪਤਾ ਨਹੀਂ $12 ਦੀ ਉੱਥੋਂ ਇੱਕ ਕਿਤਾਬ ਮਿਲੀ ਮੈਨੂੰ, ਮੈਂ ਉਹ ਲੈ ਗਿਆ ਘਰੇ ਜਾ ਕੇ ਮੈਂ ਪੜ੍ਹਿਆ। ਪੜ੍ਹਨਾ ਪੁੜਨਾ ਤੇ ਉੱਥੇ ਕੀ ਹੁੰਦਾ ਵੇਖਿਆ, ਹਿਸਾਬ ਕਿਤਾਬ ਜਿਹਾ ਵੀ ਆਹ ਕੁਐਸਚਨ ਆਉਣ ਡੇ ਸੀ, ਵੀ ਇਹ ਗਲਤ ਕਿਉਂ ਹੋਈ ਜਾਂਦੇ ਮੇਰੇ ਕੋਲ। ਮੈਂ ਉੱਥੋਂ ਮੁੜ ਕੇ ਅਗਲੇ ਦਿਨ ਕਿਸੇ ਵੀਰ ਨਾਲ ਗੱਲ ਕੀਤੀ, ਔਰੰਜਵਿਲ ਰਹਿੰਦੇ ਆ, ਉਹ ਕਹਿੰਦੇ ਵੀ ਇੱਥੇ ਆ ਕੇ ਦੇ ਟੈਸਟ, ਇੱਥੇ ਰਸ਼ ਘੱਟ ਹੁੰਦਾ। ਉਹ ਗੱਲ ਹੋਈ, ਮੈਂ ਇੱਥੋਂ ਗੱਡੀ ਚੁੱਕੀ ਔਰੰਜਵਿਲ ਚਲ ਗਿਆ। ਅਗਲੇ ਦਿਨ ਜਾ ਕੇ ਮੈਂ ਉੱਥੇ ਟੈਸਟ ਦਿੱਤਾ, ਪਹਿਲੀ ਵਾਰੀ ਮੈਂ ਪਾਸ ਹੋ ਗਿਆ। ਗੱਲ ਆ ਕਿ ਪੜ੍ਹੇ ਦਾ ਮੁੱਲ ਤੇ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਆ, ਪਰ
ਉਹ ਜਿਹੜੀਆਂ ਚੀਜ਼ਾਂ ਲਈ ਉਹ ਟੈਸਟ ਬਣਿਆ ਹੈ ਨਾ ਉਹ ਅਸੀਂ ਰੋਜ਼ ਕਰਦੇ ਆ। ਪ੍ਰੈਕਟੀਕਲੀ ਕਰਨ 'ਚ ਤੇ ਤੁਹਾਨੂੰ ਉਹ ਚੀਜ਼ ਨੂੰ ਉੱਦਾਂ ਲਰਨ ਕਰਨ ਦੇ ਵਿੱਚ ਨਾ ਚੀਜ਼ ਦਾ ਫਰਕ ਆ, ਠੀਕ ਆ। ਪਰ ਜਿਹੜੀ ਚੀਜ਼ ਤੁਸੀਂ ਪੜ੍ਹ ਕੇ ਕਰਦੇ ਆ ਜਾਂ ਉੱਦਾਂ ਤੁਸੀਂ ਦਿਮਾਗ 'ਚ ਰੱਖਦੇ ਆ, ਦੋਵਾਂ ਚੀਜ਼ਾਂ ਦੇ ਵਿੱਚ ਫਰਕ ਆ। ਵੀ ਫਲਾਣੇ ਨੇ ਮੈਨੂੰ ਆਹ ਗੱਲ ਦੱਸੀ ਸੀਗੀ, ਕਈ ਵਾਰੀ ਸ਼ਾਇਦ ਤੁਹਾਨੂੰ ਯਾਦ ਆ ਵੀ ਆਪਾਂ ਸੋਚਦੇ ਹੁੰਦੇ ਕਈ ਵਾਰੀ ਤੇ ਪੁਰਾਣਿਆਂ ਦੀ ਜਾਂ ਕਿਸੇ ਸਿਆਣੇ ਦੀ ਕੋਈ ਗੱਲ ਕਹੀ ਹੈ ਨਾ, ਉਹ ਉਸ ਟਾਈਮ ਕਈ ਵਾਰੀ ਗੱਲ ਉਹਦੇ ਨਾਲ ਰਿਲੇਟਡ ਹੁੰਦੀ ਆ, ਉਹ ਕੰਮ ਹੋ ਜਾਂਦਾ ਹੁੰਦਾ ਆਪਾਂ ਤੇ ਆਪਾਂ ਯਾਦ ਕਰਦੇ ਹੁੰਦੇ ਵੀ ਹਾਂ ਯਾਰ ਇਹ ਉੱਥੇ ਸੁਣੀ ਸੀਗੀ ਜਾਂ ਪੜ੍ਹੀ ਸੀਗੀ। ਜਿਹੜੀ ਚੀਜ਼ ਤੁਹਾਨੂੰ ਲੋੜ ਦੀ ਆ ਨਾ, ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ ਜਿਹੜੀ ਤੁਹਾਡੇ ਕੰਮ ਦੀ ਆ, ਉਹਨੂੰ ਦਿਮਾਗ 'ਚ ਬਿਠਾਇਆ ਕਰੋ। ਬਾਕੀ ਆ ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ ਬਣਾ ਕੇ ਜਾਂ ਕੁਛ ਉਹ ਕੱਢ ਦਿਆ ਕਰੋ, ਉਹਦਾ ਕੋਈ ਫਾਇਦਾ ਨਹੀਂ। ਆਪਸੀਆਂ ਲੜਾਈਆਂ, ਆਪਸੀ ਝਗੜੇ, ਇਹ ਇੱਥੇ ਆ ਕੇ ਵੀ ਇਹੋ ਕੁਛ ਹੀ ਕਰਨਾ ਤੇ ਫਿਰ ਗਾਂ ਆਪਣੀ ਤਰੱਕੀ ਨਹੀਂ ਹੋ ਸਕਦੀ। ਆਪਣੀ ਤਰੱਕੀ ਕਰਨੀ ਹੈ ਨਾ, ਦੂਜੇ ਨੂੰ ਪੁਸ਼ ਕਰਿਆ ਕਰੋ, ਉਹਨੂੰ ਜੇ ਉਹ ਤਰੱਕੀ ਕਰ ਰਿਹਾ ਨਾ ਉਹਦੀ ਸਪੋਰਟ ਕਰਿਆ ਕਰੋ। ਇਹ ਨਹੀਂ ਆ ਕਿ ਮੇਰੀ ਤਰੱਕੀ ਨਹੀਂ ਹੁੰਦੀ, ਇਹਦੀ ਕਿੱਦਾਂ ਹੋ ਗਈ ਆ, ਲੱਤ ਫੜ ਲਓ, ਖਿੱਚ ਦਿਓ ਠਾਹ ਨੂੰ। ਆਪਾਂ ਇੱਥੋਂ ਹੀ ਮਾਰ ਖਾਂਦੇ ਹਾਂ। ਕਈ ਵਾਰੀ ਬੋਲਣ ਨੂੰ ਬਹੁਤ ਕੁਝ ਹੁੰਦਾ ਆ, ਕਈ ਚੀਜ਼ਾਂ ਦੇ ਉੱਤੇ ਆਪਾਂ ਨੂੰ ਸਾਡੀ ਜਿਹੜੀ ਖੁਦ ਦੀ ਪਰਵਰਿਸ਼ ਹੈ ਨਾ, ਅਸੀਂ ਖੁਦ ਕਿੱਥੋਂ ਬਿਲੋਂਗ ਕਰਦੇ ਹਾਂ, ਉਹਨਾਂ ਚੀਜ਼ਾਂ ਨੂੰ ਚੇਤੇ ਕਰਕੇ ਜਾਂ ਦਿਮਾਗ 'ਚੋਂ ਚੀਜ਼ਾਂ ਆ ਜਾਂਦੀਆਂ ਨਾ, ਤੇ ਫਿਰ ਉਹ ਬੰਦਾ ਉੱਥੇ ਚੁੱਪ ਕਰ ਜਾਂਦਾ, ਸ਼ਾਂਤ ਹੋ ਜਾਂਦਾ। ਚੱਲ ਛੱਡੋ, ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਪਰ ਉਹ ਗੱਲ ਨਾ ਕਰਕੇ ਤੁਹਾਨੂੰ ਆਪਣੇ ਆਪ ਦੇ ਵਿੱਚ ਸਕੂਨ ਮਹਿਸੂਸ ਹੁੰਦਾ ਨਾ, ਫਿਰ ਗੱਲ ਨਾ ਕਰੋ। ਜੇ ਪੜਾਸ ਕੱਢਣੀ ਆ ਨਾ, ਫਿਰ ਇੱਕ ਵਾਰੀ ਗੱਲਬਾਤ ਕਰਕੇ ਆਮੋ ਸਾਹਮਣੇ ਬਹਿ ਕੇ, ਕੋਈ ਵੀ ਤੁਹਾਡਾ ਰਿਸ਼ਤੇਦਾਰ ਆ, ਭਰਾ ਆ ਜਾਂ ਕੋਈ ਵੀ ਆ, ਕਿਉਂਕਿ ਅਸੀਂ ਜਿਹੜੀ ਜੌਬ ਕਰਦੇ ਆ ਨਾ, ਅਸੀਂ ਜਿਹੜੀ ਟਰੱਕਿੰਗ ਦੀ ਜੌਬ ਕਰਦੇ ਆ, ਇਹ ਇੰਨੀ ਕੁ ਸਟ੍ਰੈਸਫੁਲ ਜੌਬ ਆ, ਕਿਉਂਕਿ ਇਹਨਾਂ ਦਿਨਾਂ 'ਚ ਖਾਸ ਕਰਕੇ 8 ਵਜੇ ਦਿਨ ਚੜ੍ਹਦਾ, 4 ਵਜੇ ਡੁੱਬ ਜਾਂਦਾ। 8 ਘੰਟੇ ਦਾ ਦਿਨ ਆ, ਤੇ ਜਿਹੜਾ ਤੁਹਾਨੂੰ ਮਤਲਬ ਪਤਾ ਹੀ ਨਹੀਂ ਲੱਗਦਾ ਕਦੋਂ ਚੜਿਆ ਕਦੋਂ ਡੁੱਬ ਗਿਆ। ਕਈ ਦਿਨ ਤਾਂ ਇਦਾਂ ਦੇ ਆਉਂਦੇ ਆ, ਹਨੇਰੇ ਤੁਰੇ ਫਿਰਦੇ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਦਿਆ ਕਰੋ। ਆਪਣੇ ਦਿਮਾਗ ਦੇ ਵਿੱਚ ਇੰਨੀ ਟੈਨਸ਼ਨ ਲੈ ਕੇ ਨਾ ਘੁੰਮਿਆ ਕਰੋ। ਮੈਂ ਅੱਗੇ ਗੱਲ ਕਰਦਾ ਹੁੰਦਾ ਵੀ ਮੈਂ ਕੋਈ 3 ਸਾਲ ਦਾ ਕਿਤੇ ਕੋਈ ਬਿਜ਼ਨਸ ਵੱਲ ਨੂੰ ਧਿਆਨ ਦਿੱਤਾ ਹੁੰਦਾ, ਜਾਂ ਮੈਂ ਕੋਈ ਆਪਦੇ ਟਰੱਕ ਪਾਉਣ ਦਾ ਧਿਆਨ ਦਿੱਤਾ ਹੁੰਦਾ, ਤੇ ਸ਼ਾਇਦ ਅੱਜ ਕੁਝ ਹੋਰ ਬਣਿਆ ਹੁੰਦਾ। ਪਰ ਨਹੀਂ, ਆਪਾਂ ਟੈਨਸ਼ਨਾਂ ਲਈਆਂ, ਸਿਰਦਰਦੀ ਲਈ, ਆਪਣੇ ਆਪ ਨੂੰ ਰੋਗ ਲਵਾਇਆ, ਪਰ ਕਮਾਇਆ ਕੀ? ਤੁਹਾਡੇ ਵਰਗੇ ਜਿਹੜੇ ਸੱਜਣ ਭਰਾ ਇਹ ਕਮਾਏ, ਟਰੱਕਰ ਭਾਈਚਾਰਾ ਨਾਲ ਸਟੈਂਡ ਲੈਂਦਾ ਕਮਾਇਆ। ਸੋ ਇਸ ਕਰਕੇ ਬਹੁਤ ਜਿਹੜੀਆਂ ਨਾ ਹਰ ਸ਼ਨੀਵਾਰ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ। ਤੁਹਾਡੇ ਤੱਕ ਆਪਣੇ ਸੁਨੇਹੇ, ਅਜੇ ਤੱਕ ਸਾਡੇ ਸੁਨੇਹੇ ਉਸ ਲੈਵਲ ਦੇ ਤੁਹਾਡੇ ਤੱਕ ਨਹੀਂ ਪਹੁੰਚ ਰਹੇ, ਕਿਉਂਕਿ ਜਿਹੜੀਆਂ ਫੋਨ ਕਾਲਸ ਹੁੰਦੀਆਂ, ਉਹ ਜਦੋਂ ਫੋਨ 'ਤੇ ਉਹ ਬੰਦੇ ਦੱਸਦੇ ਆ ਕਿ ਹਾਂ ਭਾਜੀ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਪਰ ਮੈਂ ਆਪਣੇ ਮੂੰਹ ਅੱਜ ਤੱਕ ਕਦੀ ਕਿਹਾ ਨਹੀਂ ਕਿਸੇ ਨੂੰ ਵੀ ਯਾਰ ਸਟੂਡੀਓ 'ਚ ਕਾਲ ਕਰਿਆ ਕਰੋ। ਇੱਥੇ ਨੰਬਰ ਵੀ ਆ 416 837 1515। ਮੇਰੀ ਕੋਸ਼ਿਸ਼ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਬਣਾ ਲਓ ਕਿ ਆਪਾਂ ਕਿਸੇ ਨੂੰ ਨਾ ਕਹੀਏ ਯਾਰ ਵੀ ਆਹ ਕੰਮ ਆ, ਆਹ ਕਰਨਾ ਪੈਣਾ। ਅਸੀਂ ਆਪਣੇ ਆਪ ਦੇ ਵਿੱਚ ਇੰਨੇ ਜੋਗੇ ਹੋਈਏ ਕਿ ਸਾਨੂੰ ਕਿਸੇ ਦਾ ਤਰਲਾ ਨਾ ਮਾਰਨਾ ਪਵੇ। ਟਰੱਕਰ ਭਾਈਚਾਰਾ ਜਿਹੜਾ ਹੈ ਨਾ, ਉਹ ਇੰਨਾ ਕੁ ਕਾਮਯਾਬ ਹੋਵੇ, ਕੱਲ ਨੂੰ ਹਰ ਇੱਕ ਬੰਦਾ ਹੀ ਓਨਰ ਆਪਰੇਟਰ ਹੋਵੇ, ਹਰ ਇੱਕ ਬੰਦਾ ਆਪਣੀ ਮਾਲਕੀ ਆਪ ਕਰੇ, ਕਿਸੇ ਦਾ ਤਰਲਾ ਨਾ ਮਾਰਨਾ ਪਵੇ। ਸੋ ਇਸ ਕਰਕੇ ਚੰਗੀਆਂ ਗੱਲਾਂ ਦੇ ਨਾਲ ਸਹਿਮਤ ਹੋਣਾ ਉਹ ਲਾਜ਼ਮੀ ਹੁੰਦਾ।
ਮਾੜੀਆਂ ਗੱਲਾਂ ਦੇ ਨਾਲ ਸਹਿਮਤ ਨਾ ਹੋਣਾ ਉਦੋਂ ਵੀ ਜ਼ਿਆਦਾ ਲਾਜ਼ਮੀ ਹੁੰਦਾ। ਨੈਗੇਟਿਵਿਟੀ ਕੱਢ ਕੇ ਪੋਜ਼ਿਟਿਵਿਟੀ ਆਪਣੇ ਵਿੱਚ ਰੱਖੋ। ਲੋਕਾਂ ਦਾ ਇੱਥੇ ਕੋਈ ਇਹ ਨਹੀਂ ਆ ਕਿ ਉਧਰੋਂ ਸੁਣਿਆ ਇੱਧਰੋਂ ਕਹਿਤਾ, ਉਧਰੋਂ ਸੁਣਿਆ ਉਧਰੋਂ ਕਹਿਤਾ। ਇਹਨਾਂ ਚੀਜ਼ਾਂ ਦੇ ਉੱਤੇ ਯਕੀਨ ਕਰਨਾ ਬੰਦ ਕਰੋ, ਆਪਣੇ ਦਿਲ ਦੀ ਸੁਣਿਆ ਕਰੋ। ਇੱਥੇ ਪ੍ਰਾਪਰਟੀਆਂ ਇਨਵੈਸਟ ਕਰੋ, ਕਈ ਕੁਛ ਕਰੋ। ਕੋਈ ਤੁਹਾਨੂੰ ਕਹਿੰਦਾ ਇਹ ਆਪਾਂ ਹੀ ਰੇਟ ਵਧਾਏ ਆ, ਬਈ ਆਪਾਂ ਕਿਉਂ ਵਧਾਏ ਆ? ਅਸੀਂ ਤੇ ਆਪ ਇਹੋ ਹੀ ਵੇਖਦੇ ਆ ਨਾ ਵੀ ਹੁਣ ਅਸੀਂ ਸੈਮੀ ਘਰਾਂ 'ਚ ਬੈਠੇ ਆ, ਸਾਡੇ ਰੇਂਜ ਦੇ ਵਿੱਚ ਜਿੰਨੇ ਕੁ ਬੰਦੇ ਸਾਰੇ ਆ ਇਸ ਉਮਰ ਦੇ ਵਿੱਚ ਕਹਿ ਲਾ ਜਾਂ ਜੋ ਵੀ, ਹੁਣ ਉਹ ਕਿੱਥੇ 15-16 ਲੱਖ ਦੇ ਘਰ ਨੂੰ ਹੱਥ ਪੈਂਦਾ। 2004 ਦਾ ਘਰ 1380 ਦਾ ਲੱਗਾ ਹੋਵੇ, ਆਫਰ ਭੇਜੀ ਹੋਵੇ 15 ਲੱਖ 5000 ਦੀ, ਘਰ ਵਿਕ ਗਿਆ ਹੋਵੇ ਪੌਣੇ 16 ਲੱਖ ਦਾ। ਭਾਈ ਕਿੱਥੋਂ 80-85 ਸੈਂਟ ਮੀਲ ਦੇ ਕਮਾ ਕੇ ਆ ਜਿਹੜੇ ਪਹਿਲੇ ਦੀਆਂ ਕਿਸ਼ਤਾਂ ਦੇਵਾਂਗੇ, ਨਿਆਣੇ ਪਾਲਾਂਗੇ, ਉਹਨਾਂ ਦੇ ਡੈਪਰ ਲਿਆਵਾਂਗੇ ਕਿ ਭਰਾ ਨਵੇਂ ਵੱਡੇ ਘਰ ਲਵਾਂਗੇ। ਇਹ ਹੋਣਾ ਉਦੋਂ, ਉਹ ਨਹੀਂ ਘਟਨੇ ਹੁਣ। ਜੇ ਅਸੀਂ ਇਹ ਸੋਚ ਕੇ ਬਹਿ ਜਾਾਂਗੇ ਵੀ ਉਹ ਘਰਾਂ ਦੇ ਰੇਟ ਥੱਲੇ ਆਉਣਗੇ ਆਪਾਂ ਉਦੋਂ ਲੈ ਲਾਂਗੇ, ਇਹ ਨਹੀਂ ਹੋਣਾ। ਸਾਨੂੰ ਆਪਣੇ ਰੇਟ ਵਧਾਉਣੇ ਪੈਣੇ ਆ, ਆਪਣੇ ਲੋਡਾਂ ਦੇ, ਆਪਣੇ ਮੀਲਾਂ ਦੇ, ਇਹ ਰੇਟ ਵਧਾਉਣੇ ਪੈਣੇ ਆ। ਅਸੀਂ ਸੈਂਟਾਂ 'ਚ ਕਮਾਉਨੇ ਆ। ਤੁਸੀਂ ਆ ਡਾਲਰ ਸਟੋਰ ਤੇ ਚਲ ਜਾਓ, ਆ ਹੁਣ ਦੀਆਂ ਗੱਲਾਂ ਹੀ ਆ, 14 ਕੁ 'ਚ ਤੇ ਮਹੀਆਂ ਆ, ਉਹ ਹੁਣ ਦੀਆਂ ਗੱਲਾਂ ਆ। ਕਿਹੜੀ ਚੀਜ਼ ਆ ਉੱਥੇ ਡਾਲਰ ਦੀ ਮਿਲਦੀ ਆ? ਅਗਲੇ ਭਾਈ ਲਿਫਾਫਾ ਨਹੀਂ ਦਿੰਦੇ ਹੁਣ ਨਾਲ, ਉਹਦੇ ਵੀ ਪਤਾ ਨਹੀਂ 5 ਕਿ 7 ਸੈਂਟ ਪਾ ਦਿੰਦੇ ਆ ਨਾਲ ਹੌਲੀ ਜੀ। ਕਿਹੜੀਆਂ ਗੱਲਾਂ ਕਰਦੇ ਆ? ਹੋਮ ਡੀਪੂ ਜਾ ਕੇ ਵੇਖੋ ਬਣਨ ਕੀ ਡਿਆ। ਉਹ ਇੱਕ 199 ਦੀ ਫੱਟੀ ਜੀ ਹੁੰਦੀ ਜਿਹੜੀ $8 ਦੀ ਮਿਲਦੀ ਆ, 4 ਗੁਣਾ ਪ੍ਰਾਈਸ, 1 ਜਾਂ 2 ਨਹੀਂ 4 ਗੁਣਾ ਜ਼ਿਆਦਾ ਪ੍ਰਾਈਸ ਵੱਧ ਗਿਆ। ਘਰੇ ਪਲੰਬਰ ਸੱਦ ਕੇ ਵੇਖ ਲਓ। ਹੁਣ ਪਲੰਬਰ ਭਾਈਚਾਰੇ ਨੂੰ ਨਹੀਂ ਮੈਂ ਗੱਲ ਕਹਿਣ ਡਿਆ, ਪਰ ਪਲੰਬਰਾਂ ਨੂੰ ਘਰ ਸੱਦ ਕੇ ਵੇਖ ਲਓ। ਅਗਲਾ ਇੱਕ ਟੂਟੀ ਕੱਸਣ ਆ ਜੇ ਨਾ, $80 ਲੈ ਕੇ ਜਾਂਦਾ, ਕਹਿੰਦਾ ਭਾਈ ਮੈਨੂੰ ਆਉਣਾ ਤੇ ਪਿਆ ਹੀ ਆ ਨਾ। ਸੋ ਇੱਦਾਂ ਆ, ਆਪਾਂ ਨੂੰ ਆਪਣੀਆਂ ਚੀਜ਼ਾਂ ਆਪ ਵੇਖਣੀਆਂ ਪੈਣੀਆਂ, ਆਪਣੇ ਸਟੈਂਡ ਆਪ ਲੈਣੇ ਪੈਣੇ ਆ। ਸੋ ਅੱਜ ਦੇ ਵਾਸਤੇ ਆਪਾਂ ਜਿਹੜੀ ਆ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਅਗਲੇ ਹਫਤੇ ਇਸੇ ਸਮੇਂ ਆਪਾਂ ਤੁਹਾਨੂੰ ਮਿਲਾਂਗੇ। ਅਗਲੇ ਵਾਰੀ ਆਪਾਂ ਜਦੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਆ ਪੂਰਾ ਵੀਕ ਮੈਂ ਕੋਸ਼ਿਸ਼ ਕਰੂੰਗਾ ਕਿ ਕੋਈ ਇੱਕ ਇਹੋ ਜਿਹਾ ਪਲਾਨ ਬਣਾ ਕੇ ਜਿਹੜੀ ਹਰ ਗੱਲਬਾਤ ਤੁਹਾਡੇ ਤੱਕ ਰੱਖ ਕੇ ਸੁਝਾਅ ਲੈ ਕੇ ਉਸ ਚੀਜ਼ ਦੇ ਉੱਤੇ ਪ੍ਰੋਪਰ ਵੇ ਨਾਲ ਜਿਹੜੀ ਆਪਾਂ ਇੱਕ ਵਾਰਤਾਲਾਪ ਕਰਾਂਗੇ, ਜਿਹਦੇ ਨਾਲ ਡਿਸਕਸ਼ਨ ਕੀਤੀ ਜਾ ਸਕਦੀ ਆ। ਕੋਸ਼ਿਸ਼ ਕਰੂੰਗਾ ਕੋਈ ਟਰੱਕਿੰਗ ਦਾ ਜਿਹੜਾ ਮਾਹਿਰ ਹੋਵੇ ਉਹ ਨਾਲ ਜ਼ਰੂਰ ਆਪਾਂ ਕੋਈ ਭਾਵੇਂ ਅੱਧੇ ਘੰਟੇ ਵਾਸਤੇ ਫਿਰ ਲਾਈਨਾਂ ਵੀ ਜਿਹੜੀਆਂ ਉਸ ਹਿਸਾਬ ਨਾਲ ਸਾਰਾ ਸਿਸਟਮ ਜਿਹਾ ਬਣਾ ਕੇ, ਕਿਉਂਕਿ ਸਮਾਂ ਲੱਗ ਰਿਹਾ ਆ। ਸਮਾਂ ਜਿਹੜੇ ਬੰਦੇ ਇਸ ਮੀਡੀਆ ਨੂੰ ਚਲਾਉਂਦੇ ਆ, ਇਸ ਮੀਡੀਆ ਦੇ ਨਾਲ ਜੁੜੇ ਆ, ਉਹ ਵੀ ਕਾਫੀ ਬਿਜ਼ੀ ਨੇ, ਉਹਨਾਂ ਕੋਲੇ ਵੀ ਘੱਟ ਸਮਾਂ ਆ ਇਸ ਚੀਜ਼ ਨੂੰ ਪ੍ਰਮੋਟ ਕਰਨ ਦਾ। ਇਹ ਪ੍ਰਮੋਸ਼ਨ ਤੁਸੀਂ ਆਪੇ ਹੀ ਕਰ ਦੇਣੀ ਆ, ਤੁਹਾਡੇ ਤੇ ਇੰਨਾ ਮਾਣ ਆ, ਕਿਉਂਕਿ ਇਹ ਪ੍ਰੋਗਰਾਮ ਮੇਰਾ ਨਹੀਂ, ਇਹ ਵਿਰਾਸਤ ਮੀਡੀਆ ਦਾ ਨਹੀਂ, ਇਹ ਤੁਹਾਡਾ ਆਪ ਦਾ ਪ੍ਰੋਗਰਾਮ ਆ। ਇਹ ਟਰੱਕਰ ਭਾਈਚਾਰੇ ਦਾ ਪ੍ਰੋਗਰਾਮ ਆ। ਜੇ ਟਰੱਕਰਾਂ ਲਈ ਆਪਾਂ ਚੈਨਲ ਖੋਲ੍ਹ ਸਕਦੇ ਹਾਂ, ਟਰੱਕਰਾਂ ਲਈ ਆਪਾਂ, ਇਹ ਤੰਬੜ ਸਾਹਿਬ ਨੇ ਕੀਤਾ ਹੀ ਇਸੇ ਕਰਕੇ ਆ, ਇਹ ਚੀਜ਼ ਬਣਾਈ ਇਸੇ ਕਰਕੇ ਆ ਵੀ ਟਰੱਕਰ ਵਾਸਤੇ ਚੀਜ਼ ਬਣਾਤੀ ਵੀ ਟਰੱਕਰ ਹੀ ਇਹ ਆਪਣਾ ਪ੍ਰੋਗਰਾਮ ਜਿਹੜਾ ਆਪ ਚਲਾਵੇ। ਸੋ ਇਸ ਕਰਕੇ ਉਹਨਾਂ ਨੇ ਇੱਕ ਟਰੱਕਰ ਲਾਇਆ, ਅਜੇ ਲਾਇਆ ਨਹੀਂਗਾ, ਲਾ ਕੇ ਘੜੀ ਕੁ ਬਿਠਾਇਆ ਹੈ ਇੱਥੇ। ਤੇ ਜਿੱਦਾਂ ਜਿੱਦਾਂ ਤੁਹਾਡਾ ਪਿਆਰ ਮਿਲਦਾ ਜਾਊਗਾ ਆਪਾਂ ਤੁਹਾਡੇ ਲਈ ਹੀ ਕੰਮ ਕਰਾਂਗੇ। ਆਪਾਂ ਕਿਸੇ ਕੰਪਨੀ ਵਾਸਤੇ ਕੰਮ, ਹਾਂ ਜੇ ਕੋਈ ਕੰਪਨੀ ਚੰਗੀ ਆ, ਚੰਗੇ ਸਿਸਟਮ ਦੇ ਨਾਲ ਚੱਲ ਰਹੀ ਆ, ਸਾਡੀਆਂ ਜੋ ਨਿੱਕੀਆਂ ਮੋਟੀਆਂ ਮੰਗਾਂ ਨੇ ਉਹਨਾਂ ਨੂੰ ਮੰਗਾਂ ਨੂੰ ਮੰਨ ਕੇ ਭਾਵੇਂ ਉਹਦੇ ਕੋਲ 10 ਟਰੱਕ ਹੀ ਹੋਣ, ਬਿਲਕੁਲ ਸਾਥ ਦੇਵਾਂਗੇ। ਸੋ ਅੱਜ ਲਈ ਇੰਨਾ ਹੀ, ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।